ਵਾਹਿਗੁਰੂ ਜੀਓ। ਸੋਦਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਨਿਰੰਕਾਰ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਸਦਕਾ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਜਪ ਨਿਸ਼ਾਨ ਜਪਜੀ ਸਾਹਿਬ ਦੇ ਆਪ ਅੰਗ ਸੰਗ ਸਹਾਈ ਹੋ ਕੇ ਅਰਥ ਕਰਵਾਏ ਨੇ, ਉਸ ਤੋਂ ਉਪਰੰਤ ਸਤਿਗੁਰ ਸੱਚੇ ਪਾਤਸ਼ਾਹ ਜੀ ਹੁਣ ਇਹ ਸਾਰੇ ਸੰਸਾਰ ਨੂੰ ਗਿਆਨ ਦੇਣ ਲੱਗੇ ਨੇ। ਔਰ ਇੱਥੇ ਆਪਾਂ ਨੂੰ ਇੱਕ ਚੀਜ਼ ਦਾ ਅਨੁਭਵ ਕਰਨਾ ਪੈਣਾ, ਆਪ ਨਿਰੰਕਾਰ ਅਕਾਲ ਪੁਰਖ ਹਨ, ਪਰ ਹੁਣ ਉਹਨਾਂ ਨੇ ਇੱਕ ਦੁਨਿਆਵੀ ਜੀਵ ਦੇ ਰੂਪ ਦੇ ਰਾਹੀਂ ਉਸ ਅਕਾਲ ਪੁਰਖ ਦੀ ਵਡਿਆਈ ਤੇ ਉਸਤਤ ਕਰਨ ਦਾ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਗਿਆਨ ਦਿੱਤਾ ਹੈ। ਇਹ ਜਿਹੜਾ ਸੋਦਰ ਰਾਗ ਆਸਾ ਮਹੱਲਾ ਪਹਿਲਾ, ਇਹ ਸ਼ਬਦ 3 ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਸੁਸ਼ੋਭਿਤ ਹੈ। ਪਹਿਲਾਂ ਇਹ ਆਪਾਂ ਸੋਦਰ ਕਿਹਾ ਸੋ ਘਰ ਕਿਹਾ ਦਾ ਗਿਆਨ ਜਪਜੀ ਸਾਹਿਬ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਨੇ ਦਿੱਤਾ। ਹੁਣ ਜਿਨ੍ਹਾਂ ਨੇ ਇਹ ਵੀ ਇਸ ਚੀਜ਼ ਨੂੰ ਮਿਥਿਆ ਹੈ ਕਿ ਇਹ ਰਹਿਰਾਜ ਸਾਹਿਬ ਜੀ ਦੇ ਸ਼ਾਮਾਂ ਦੀ ਬਾਣੀ ਨਿਤਨੇਮ ਜਿਹੜੀ ਹੈ ਸਾਡਾ ਸੰਧਿਆ ਵੇਲੇ ਦਾ ਜਾਪ ਹੈ, ਇਹ ਉਹਦੇ ਸ਼ਬਦ ਸਤਿਗੁਰ ਸੱਚੇ ਪਾਤਸ਼ਾਹ ਨੇ ਇੱਥੇ ਉਚਾਰਨ ਕੀਤੇ ਹਨ। ਇਹਦੇ ਵਿੱਚ ਵੀ ਸਭ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਸੋ ਦਰਦ ਹੀ ਦੇ ਸ਼ਬਦ ਨੂੰ ਹੀ ਮੁੱਖ ਰੱਖਿਆ ਹੈ। ਤੇ ਜਿਸ ਵੇਲੇ ਰਾਗ ਆਸਾ ਸ਼ੁਰੂ ਹੋਏਗਾ ਉਸ ਵੇਲੇ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਇਸੇ ਹੀ ਰਾਗ ਤੋਂ ਸ਼ੁਰੂਆਤ ਕਰਦੇ ਨੇ। ਹੁਣ ਇੱਥੇ ਅਕਾਲ ਪੁਰਖ ਸੱਚੇ ਪਾਤਸ਼ਾਹ ਨੇ ਆਖਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ, ਇਹਦਾ ਮਤਲਬ ਇਹ ਨਿਰੰਕਾਰ ਸੱਚੇ ਪਾਤਸ਼ਾਹ ਨੇ ਆਪ ਸੰਸਾਰ ਦੇ ਉੱਤੇ ਕਿਰਪਾ ਕੀਤੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ ਹੈ। ਸਤਿਗੁਰ ਸੱਚੇ ਪਾਤਸ਼ਾਹ ਦੀ ਜਿਸ ਵੇਲੇ ਇਹ ਅਗਾਧ ਬੋਧ ਬਾਣੀ ਦੇ ਅਰਥ ਆਪਾਂ ਸ਼ੁਰੂ ਕੀਤੇ ਨੇ, ਕਿਉਂਕਿ ਅਸੀਂ ਬਹੁਤ ਭਾਵੁਕ ਹੋ ਜਾਂਦੇ ਹਾਂ, ਬੜਾ ਅੰਦਰ ਦੇ ਗਦ ਕਰਨ ਲੱਗ ਪੈਂਦਾ ਹੈ। ਉੱਥੇ ਜਿਹੜਾ ਆਪਾਂ ਗੁਰ ਪ੍ਰਸਾਦ ਸੀ ਉਸ ਦੇ ਅਰਥ ਨਹੀਂ ਚੰਗੀ ਤਰ੍ਹਾਂ ਹੋਏ, ਪਰ ਜਿਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੁਣ ਆਪ ਜੀ ਦੇ ਨਾਲ ਉਹ ਫਿਰ ਅਰਥ ਜ਼ਰੂਰ ਸਾਂਝੇ ਕਰ ਲੈਂਦੇ ਹਾਂ। ਇਹਨਾਂ ਨੇ ਸਿੱਧਾ ਨੂੰ ਆਖਿਆ ਸੀ ਗੁਰੂ ਦੀ ਕਿਰਪਾ ਤੋਂ ਬਗੈਰ ਅਕਾਲ ਪੁਰਖ ਦੇ ਦਰ ਘਰ ਤੱਕ ਨਹੀਂ ਪਹੁੰਚਿਆ ਜਾ ਸਕਦੇ। ਉਹਨਾਂ ਦੇ ਚਰਨਾਂ ਦਾ ਸਾਨੂੰ ਮਾਣ, ਚਰਨਾਂ ਦੇ ਵਿੱਚ ਸਾਡਾ ਸਥਾਨ ਨਹੀਂ ਬਣ ਸਕਦਾ ਗੁਰੂ ਦੀ ਕਿਰਪਾ ਤੋਂ ਬਗੈਰ। 4 ਤਰ੍ਹਾਂ ਦੇ ਮੰਗਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਆਏ ਨੇ। ਸਭ ਤੋਂ ਪਹਿਲਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਵੱਡਾ ਮੰਗਲ ਉਚਾਰਨ ਕੀਤਾ, ਔਰ ਜਿੱਦਾਂ ਜਿੱਦਾਂ ਤੁਸੀਂ ਇਹਨਾਂ ਮੰਗਲਾਂ ਦਾ ਵਿਚਾਰ ਕਰਦੇ ਜਾਓਗੇ, ਗਿਆਨ ਲੈਂਦੇ ਜਾਓਗੇ, ਸਾਰਿਆਂ ਦਾ ਤਕਰੀਬਨ ਅਰਥ ਇੱਕੋ ਬਰਾਬਰ ਹੀ ਨਿਕਲੇਗਾ। ਸਤਿਗੁਰ ਸੱਚੇ ਪਾਤਸ਼ਾਹ ਨੇ ਜਿਹੜਾ ਵੱਡਾ ਮੰਗਲ ਹੈ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਨਿਰੰਕਾਰ ਸੱਚੇ ਪਾਤਸ਼ਾਹ ਨੇ 33 ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਸੁਸ਼ੋਭਿਤ ਕੀਤਾ ਹੈ। ਉਸ ਤੋਂ ਬਾਅਦ ਜਿਹੜਾ ਹੁਣ ਮੰਗਲ ਸਤਿਗੁਰ ਸੱਚੇ ਪਾਤਸ਼ਾਹ ਨੇ ਲਾਇਆ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਹ 524 ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਸੁਸ਼ੋਭਿਤ ਹੈ। ਉਸ ਤੋਂ ਬਾਅਦ ਇੱਕ ਓੰਕਾਰ ਸਤਿਨਾਮ ਗੁਰ ਪ੍ਰਸਾਦ, ਇਹ 2 ਵਾਰ ਮਾਲਕ ਨੇ ਉਚਾਰਨ ਕੀਤਾ ਹੈ। ਤੇ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦ ਨਿਰੰਕਾਰ ਨੇ 9 ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਇਹ ਸੁਸ਼ੋਭਿਤ ਹੈ। ਵੱਡੇ ਮੰਗਲ ਕਿਉਂ ਲਾਏ, ਛੋਟੇ ਕਿਉਂ ਲਾਏ? ਇਹ ਉਹ ਅਕਾਲ ਪੁਰਖ ਜਿਹੜਾ ਇਹਦਾ ਬਾਣੀ ਦਾ ਮਾਲਕ ਹੈ, ਕਰਤਾ ਹੈ, ਉਸ ਨੂੰ ਹੀ ਇਸ ਦਾ ਗਿਆਨ ਹੈ। ਪਰ ਜਦੋਂ ਆਪਾਂ ਇਹਨਾਂ ਦੇ ਅਰਥ ਕਰਾਂਗੇ, ਅਰਥ ਆਪਾਂ ਨੂੰ ਤਕਰੀਬਨ ਇੱਕ ਬਰਾਬਰ ਹੀ ਮਿਲ ਜਾਣਗੇ। ਇੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਭ ਤੋਂ ਪਹਿਲੀ ਵਾਰ ਛੋਟੇ ਮੰਗਲ ਨੂੰ ਲਾਇਆ ਹੈ। ਗੁਰੂ ਕਿਰਪਾ ਕਰਦੇ ਨੇ ਕਿ ਇੱਕ ਓੰਕਾਰ, ਇੱਕ ਅਕਾਲ ਪੁਰਖ ਦੀ ਕਿਰਤ ਅਸੀਂ ਹਾਂ, ਉਹਦੀ ਕਿਰਪਾ ਦੇ ਨਾਲ ਇਸ ਸੰਸਾਰ ਦੇ ਉੱਤੇ ਉਸ ਨੂੰ ਮਿਲਣ ਵਾਸਤੇ ਆਪਣੇ ਪਿਛਲੇ ਕਰਮ ਫੂਕ ਕੇ ਅੱਛੇ ਕਰਮ ਬਣਾ ਕੇ ਅਸੀਂ ਇਸ ਸੰਸਾਰ ਦੇ ਉੱਤੇ ਬੰਦਗੀ ਕਰਨ ਵਾਸਤੇ ਆਏ ਹਾਂ। ਔਰ ਉਹ ਅਕਾਲ ਪੁਰਖ ਕਿਰਪਾ ਤੋਂ ਬਗੈਰ ਅਸੀਂ ਉਹਦੇ ਤੱਕ ਨਹੀਂ ਪਹੁੰਚ ਸਕਦੇ। ਨਿਰੰਕਾਰ ਸਤਿਗੁਰ ਪ੍ਰਸਾਦ, ਸਤਿਗੁਰ ਦੀ ਕਿਰਪਾ ਦੇ ਨਾਲ ਹੀ ਅਸੀਂ ਅਕਾਲ ਪੁਰਖ ਸੱਚੇ ਪਾਤਸ਼ਾਹ ਨਾਲ ਅਭੇਦ ਹੋ ਸਕਦੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਨੇ ਫਿਰ ਇੱਥੋਂ ਜੋ ਸ਼ੁਰੂਆਤ ਕੀਤਾ ਹੈ, ਕਹਿੰਦੇ ਨੇ ਸੋ ਦਰ ਤੇਰਾ ਕਿਹਾ,
ਸੋ ਕਰਕੇ ਹਾ ਜਿਤ ਬੈ ਸੁਰ ਸਮਲ। ਹੈ ਅਕਾਲ ਪੁਰਖ ਨਿਰੰਕਾਰ। ਹੁਣ ਮੈਂ ਜਿੱਦਾਂ ਪਹਿਲਾਂ ਬੇਨਤੀ ਕੀਤੀ, ਹੁਣ ਆਪ ਸਤਿਗੁਰ ਸੱਚੇ ਪਾਤਸ਼ਾਹ ਜੀ ਦੁਨੀਆ ਨੂੰ, ਸੰਸਾਰ ਨੂੰ ਅਰਦਾਸਾਂ ਬੇਨਤੀਆਂ ਕਰਨ ਦਾ ਇੱਕ ਵੱਖਰਾ ਅੰਦਾਜ਼, ਵੱਖਰਾ ਰੂਪ ਦੇ ਰਹੇ ਨੇ। ਆਪ ਖੁਦ ਇਹਦੇ ਵਿੱਚ ਸ਼ਾਮਲ ਹੋ ਰਹੇ ਨੇ। ਤੇ ਸਤਿਗੁਰ ਨੇ ਅਰਦਾਸ ਬੇਨਤੀ ਕੀਤੀ ਤੇ ਆਖਣ ਲੱਗੇ, ਹੈ ਅਕਾਲ ਪੁਰਖ, ਆਪ ਜੀ ਦਾ ਉਹ ਦਰ ਕਿਸ ਤਰ੍ਹਾਂ ਦਾ ਹੈ, ਆਪ ਜੀ ਦਾ ਉਹ ਘਰ ਕਿਸ ਤਰ੍ਹਾਂ ਦਾ ਹੈ, ਜਿਸ ਦਰ ਘਰ ਦੇ ਵਿੱਚ ਦਰ ਤੋਂ ਬਗੈਰ ਘਰ ਦਾ ਸਾਨੂੰ ਗਿਆਨ ਨਹੀਂ ਹੋ ਸਕਦਾ। ਪਹਿਲਾਂ ਸਾਨੂੰ ਦਰ ਦਾ ਗਿਆਨ ਹੋਣਾ ਪੈਣਾ, ਤੇ ਉਹ ਦਰ ਤੋਂ ਬਾਅਦ ਜਿਹੜਾ ਗਾਹਾਂ ਅਸਥਾਨ ਹੈਗਾ ਉਹ ਘਰ ਆਏਗਾ। ਫਿਰ ਮਾਲਕ ਇੱਥੇ ਕਹਿੰਦੇ ਨੇ ਵੀ ਤੇਰਾ ਉਹ ਦਰ ਤੇ ਉਹ ਘਰ ਕਿੰਨਾ ਸੋਹਣਾ ਹੈ ਔਰ ਕਿਸ ਰੂਪ ਦੇ ਵਿੱਚ ਹੈ, ਜਿਸ ਦੇ ਵਿੱਚ ਤੁਸੀਂ ਬੈਠ ਕੇ ਇਹ ਸਾਰੇ ਸੰਸਾਰ ਨੂੰ ਬਣਾ ਰਹੇ ਹੋ ਔਰ ਇਸ ਦੀ ਦੇਖਭਾਲ ਕਰ ਰਹੇ ਹੋ। ਔਰ ਇਹ ਆਪਾਂ ਅਕਾਲ ਪੁਰਖ ਆਪ ਆਪਣੀ ਪ੍ਰਕਿਰਤੀ ਦੇ ਉੱਤੇ ਕਿਸ ਤਰ੍ਹਾਂ ਕਿਰਪਾ ਕਰਦੇ ਹੋ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਵਾਵਣ ਹਾਰੇ। ਇਹ ਅਕਾਲ ਪੁਰਖ ਨਿਰੰਕਾਰ ਤੇਰੇ ਦਰ ਦੇ ਉੱਤੇ ਕਿੰਨੇ ਸੋਹਣੇ ਨਾਦ ਵੱਜ ਰਹੇ ਹੋਣਗੇ, ਵਾਜੇ ਵੱਜ ਰਹੇ ਹੋਣਗੇ, ਤੇ ਉਹਨਾਂ ਨੂੰ ਜਿਹੜੇ ਵਜਾਉਣ ਵਾਲੇ ਨੇ ਵਾਵਣ ਹਾਰੇ, ਉਹ ਕਿਹੜੇ ਰੂਪ ਦੇ ਵਿੱਚ, ਕਿਹੜੇ ਰੰਗ ਦੇ ਨਾਲ ਰੰਗ ਕੇ ਆਪਣੇ ਆਪ ਨੂੰ ਤੇਰੀ ਵਡਿਆਈ ਦੇ ਵਿੱਚ ਜੁੜੇ ਹੋਣਗੇ, ਕਿਹੜੇ ਰੂਪ ਦੇ ਵਿੱਚ ਤੇਰੀ ਵਡਿਆਈ, ਤੇਰੀ ਉਸਤਤ ਕਰਦੇ ਹੋਣਗੇ। ਕੀਤੇ ਤੇਰੇ ਰਾਗ ਭਰੀ ਸੋ ਕਹੀਐ, ਕੀਤੇ ਤੇਰੇ ਗਾਵਣ ਹਾਰੇ। ਹੇ ਨਿਰੰਕਾਰ ਅਕਾਲ ਪੁਰਖ, ਤੇਰੇ ਦਰ ਦੇ ਉੱਤੇ ਕਿੰਨੇ ਰਾਗ ਆਣ ਕੇ ਆਪਣੇ ਆਪ ਨੂੰ ਤੇਰੇ ਚਰਨਾਂ ਦੇ ਵਿੱਚ ਸੁਸ਼ੋਭਿਤ ਕਰਦੇ ਨੇ। ਰਾਗਨੀਆਂ ਆਉਂਦੀਆਂ ਨੇ, ਉਹਨਾਂ ਦੇ ਪੁੱਤਰ ਆਉਂਦੇ ਨੇ, ਉਹ ਵੱਖਰੇ ਵੱਖਰੇ ਰਾਗਾਂ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਤੇਰੀ ਵਡਿਆਈ ਕਰ ਰਹੇ ਨੇ। ਕਿਹੜੇ ਰੂਪ ਦੇ ਵਿੱਚ ਗਾ ਰਹੇ ਨੇ ਇਹ ਆਪ ਹੀ ਜਾਣਦੇ ਹੋ। ਗਾਵਨ ਤੁਧਨੋ ਪਵਨ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਨਿਰੰਕਾਰ ਸੱਚੇ ਪਾਤਸ਼ਾਹ ਜੀ ਹੁਣ ਦੱਸ ਰਹੇ ਨੇ ਉਹ ਦਰ ਦੇ ਵਿੱਚ, ਹੋਰ ਦਰ ਦੇ ਅੱਗੇ ਕੌਣ ਖੜ ਖੜ ਕੇ ਉਹ ਅਕਾਲ ਪੁਰਖ ਦੀ ਉਸਤਤ ਦੇ ਵਿੱਚ ਜੁੜੇ ਹੋਏ ਨੇ। ਕਹਿੰਦੇ ਨੇ ਗਾਵਨ ਤੁਧਨੋਂ, ਹੈ ਨਿਰੰਕਾਰ ਆਪ ਜੀ ਦੀ ਸਿਫਤ ਵਿੱਚ ਪਵਨ, ਪਾਣੀ ਤੇ ਵੈਸੰਤਰ, ਇਹ ਤਿੰਨ ਦੇਵਤੇ ਵੀ ਨੇ। ਮਹਾਰਾਜ ਨੇ ਜਿਸ ਵੇਲੇ ਆਸਾ ਦੀ ਵਾਰ ਦੇ ਵਿੱਚ ਕਿਰਪਾ ਕੀਤੀ, ਉੱਥੇ ਇਹਦਾ ਜਾ ਕੇ ਗਿਆਨ ਆਪਾਂ ਨੂੰ ਦੇਵਤਿਆਂ ਦਾ ਆਏਗਾ। ਜਿਹੜੀ ਪਵਨ ਹੈ ਉਹ ਹਵਾ ਹੈ। ਹੁਣ ਹਵਾ ਪਤਾ ਨਹੀਂ ਕਿੰਨੇ ਕੁ ਰੂਪਾਂ ਦੀ, ਕਿਉਂਕਿ ਜਿਹੜੀਆਂ ਧਰਤੀਆਂ ਬੇਅੰਤ ਸਤਿਗੁਰ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਦਾ ਆਪਾਂ ਨੂੰ ਗਿਆਨ ਦਿੱਤਾ ਹੈ, ਉੱਥੇ ਵੀ ਵੱਖਰੀਆਂ ਵੱਖਰੀਆਂ ਹਵਾਵਾਂ ਹੋਣਗੀਆਂ। ਪਾਣੀ ਹੋ, ਬਸੰਤਰ ਵੀ ਜ਼ਰੂਰ ਉੱਥੇ ਹੋਏਗਾ, ਅੱਗ ਜਿਹਨੂੰ ਕਹਿੰਦੇ ਹਾਂ। ਇਹ ਸਾਰੇ ਤਿੰਨੇ ਹੀ ਦੇਵਤੇ ਉਹ ਨਿਰੰਕਾਰ ਆਪ ਜੀ ਦੀ ਹੀ ਸਿਫਤ ਦੇ ਵਿੱਚ ਜੁੜੇ ਹੋਏ ਨੇ। ਇੱਥੇ ਤੱਕ ਗਾਵੇ ਰਾਜਾ ਧਰਮ ਦੁਆਰੇ, ਜਿਹੜਾ ਧਰਮ ਰਾਜ ਹੈ, ਜਿਹਦੇ ਦਰ ਦੇ ਉੱਤੇ ਹਰ ਇੱਕ ਨੂੰ ਇੱਕ ਦਿਨ ਜਾ ਕੇ ਪੇਸ਼ ਹੋਣਾ, ਉਹ ਵੀ ਹੱਥ ਜੋੜ ਕੇ ਤੁਹਾਡੀ ਬੰਦਗੀ ਦੇ ਵਿੱਚ ਹੀ ਜੁੜਿਆ ਹੋਇਆ ਹੈ। ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਸਤਿਗੁਰ ਸੱਚੇ ਪਾਤਸ਼ਾਹ ਜੀ ਜਿਹੜੇ ਚਿੱਤਰ ਤੇ ਗੁਪਤ ਨੇ, ਚਿੱਤਰ ਤੁਹਾਡੇ ਸੱਜੇ ਮੋਢੇ ਦੇ ਉੱਤੇ ਬੈਠਾ, ਜਿਹੜੇ ਸਾਰੇ ਦਿਨ ਦੇ ਤੁਹਾਡੇ ਕਾਰਜ ਨੇ, ਜੋ ਕੀਤੇ ਕਰਮ ਕਰ ਰਹੇ ਹੋ, ਉਹਨਾਂ ਨੂੰ ਉਚਾਰ ਰਹੇ ਨੇ। ਤੇ ਗੁਪਤ ਜਿਹੜਾ ਹੈ ਉਹ ਤੁਹਾਡੇ ਖੱਬੇ ਮੋਢੇ ਦੇ ਉੱਤੇ ਬੈਠਾ, ਉਸ ਤੁਹਾਡੇ ਰਾਤ ਦੇ ਜਿਹੜੇ ਸਾਡੇ ਗੁਣ ਔਗਣ ਨੇ ਉਹਨਾਂ ਸਾਰਿਆਂ ਨੂੰ ਉਹ ਲਿਖ ਰਿਹਾ, ਉਹ ਵਹੀ ਬਣਾ ਰਿਹਾ ਹੈ। ਉਸ ਚਿੱਤਰ ਗੁਪਤ ਦੇ ਵੱਲੋਂ ਜੋ ਸਾਡੇ ਕਰਮ ਲਿਖੇ ਨੇ, ਸਾਡੇ ਲੇਖ ਲਿਖੇ ਜਾਂਦੇ ਨੇ, ਉਹਨਾਂ ਨੂੰ ਵੀ ਧਰਮਰਾਜ ਵਿਚਾਰ ਕੇ ਫਿਰ ਸਾਡੇ ਕਰਮਾਂ ਦਾ ਹਿਸਾਬ ਕਰਦੇ ਨੇ। ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ। ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਦੇਵਤਿਆਂ ਦਾ ਰਾਜਾ ਇੰਦਰ, ਉਹ ਸਵਰਗ ਦੇ ਵਿੱਚ ਬੈਠ ਕੇ ਆਪਣੇ ਦੇਵਤੇ ਬਾਕੀ ਜਿਹੜੇ ਨੇ ਉਹਨਾਂ ਦੀ ਸਭਾ ਲਾ ਕੇ ਤੇਰੇ ਜਸ ਨੂੰ ਹੀ ਗਾ ਰਿਹਾ ਹੈ, ਤੇਰੀ ਹੀ ਬੰਦਗੀ ਕਰ ਰਿਹਾ ਹੈ। ਗਾਵਨ ਤੁਧਨੋ ਇੰਦਰ ਇੰਦਰਾਸਨ, ਬੈਠੇ ਦੇਵਤਿਆਂ ਦਰ ਨਾਲੇ। ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਗੱਲ ਪਹਿਲਾਂ ਕੀਤੀ ਹੈ ਕਿ ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਇਸ ਦੇ ਅਸਲ ਅਰਥ ਜਿਹੜੇ ਥੋੜੇ ਜਿਹਾ ਮਿਕਸਅਪ ਹੋ ਗਿਆ, ਆਪਾਂ ਦੁਬਾਰਾ ਕਰ ਲਈਏ। ਸਤਿਗੁਰ ਕਹਿੰਦੇ ਨੇ ਤੇ ਆਪ ਜੀ ਨੂੰ ਈਸਰ, ਈਸਰ ਕਹਿੰਦੇ ਨੇ ਸ਼ਿਵ ਨੂੰ, ਤੇ ਬ੍ਰਹਮਾ, ਤੇ ਉਹ ਆਪਣੀ ਦੇਵੀਆਂ ਸ਼ਕਤੀਆਂ ਲੈ ਕੇ ਨਿਰੰਕਾਰ ਸਾਰੀਆਂ ਸ਼ਕਤੀਆਂ ਦੇ ਸਮੇਤ ਆਪ ਜੀ ਦੇ ਗੁਣ ਗਾ ਰਹੇ ਨੇ।
ਤੇ ਆਪ ਜੀ ਦੇ ਗੁਣ ਗਾ ਗਾ ਕੇ ਆਪ ਜੀ ਦੇ ਦਰਬਾਰ ਦੇ ਵਿੱਚ ਸੋਭਾ ਪਾ ਰਹੇ ਹਨ। ਗਾਵਨ ਤੁਧਨੋਂ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦੇ ਨਾਲੇ। ਨਿਰੰਕਾਰ ਜਿਹੜਾ ਸਵਰਗ ਦਾ ਰਾਜਾ ਹੈ, ਇੰਦਰ ਦੇਵਤਾ, ਉਹ ਬਾਕੀ ਦੇਵਤਿਆਂ ਦੀ ਸਭਾ ਲਾ ਕੇ ਹੱਥ ਜੋੜ ਕੇ ਨਿਰੰਕਾਰ ਤੇਰੀ ਬੰਦਗੀ ਦੇ ਵਿੱਚ, ਤੇਰੀ ਉਸਤ ਦੇ ਵਿੱਚ ਹੀ ਬੈਠਾ ਹੋਇਆ ਹੈ, ਤੇਰੇ ਹੀ ਗੁਣ ਗਾਉਂਦਾ ਹੈ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਹੁਣ ਨਿਰੰਕਾਰ ਸੱਚੇ ਪਾਤਸ਼ਾਹ ਭਾਵੇਂ ਸਿੱਧਾਂ ਨੂੰ ਮਿਲ ਕੇ ਆ ਚੁੱਕੇ ਨੇ, ਪਰ ਇੱਥੇ ਵੀ ਉਹਨਾਂ ਦੀ ਹੁਣ ਗੱਲ ਕਰ ਦਿੱਤੀ ਕਿ ਉਹਨਾਂ ਨੂੰ ਥੋੜਾ ਜਿਹਾ ਇਦੂ ਚੀਜ਼ ਤੋਂ ਗਿਆਨ ਹੋ ਗਿਆ ਸੀ ਕਿ ਇਹ ਪੂਰਨ ਪੁਰਸ਼, ਪੂਰਨ ਪ੍ਰਮਾਤਮਾ ਹੀ ਸੰਸਾਰ ਦੇ ਉੱਤੇ ਆਣ ਕੇ ਸਾਨੂੰ ਭੁੱਲਿਆ ਨੂੰ ਸਿੱਧੇ ਰਾਸਤੇ ਉੱਤੇ ਪਾਉਣ ਵਾਸਤੇ ਆਇਆ। ਆਖਦੇ ਨੇ ਕਿ ਨਿਰੰਕਾਰ 84 ਸਿੱਧ ਸਮਾਧੀਆਂ ਨੇ, 84 ਤਰ੍ਹਾਂ ਦੀਆਂ ਵੱਖਰੀਆਂ ਵੱਖਰੀਆਂ ਇਹਨਾਂ ਦੀਆਂ ਸਮਾਧੀਆਂ ਨੇ। ਕਹਿੰਦੇ ਇਹ ਜਿਹੜੇ ਸਾਰੇ ਸਿੱਧ ਨੇ, ਇਹ ਵੱਖਰੀਆਂ ਵੱਖਰੀਆਂ ਸ਼੍ਰੇਣੀਆਂ ਦੇ ਵਿੱਚ, ਵੱਖਰੀਆਂ ਵੱਖਰੀਆਂ ਸਮਾਧੀਆਂ ਦੇ ਵਿੱਚ ਗਾ ਕੇ ਨਿਰੰਕਾਰ ਆਪ ਜੀ ਦੀ ਵਡਿਆਈ ਹੀ ਕਰ ਰਹੇ ਹਨ, ਆਪ ਜੀ ਦੇ ਗੁਣ ਗਾ ਰਹੇ ਨੇ। ਇੱਥੋਂ ਤੱਕ ਗਾਵਨ ਤੁਧ ਨੂੰ ਸਾਧ ਵਿਚਾਰੇ। ਸਾਧ ਕਹਿੰਦੇ ਨੇ ਜਿਨ੍ਹਾਂ ਨੇ ਵਿਕਾਰਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਨੂੰ ਨਿਰੰਕਾਰ ਦੇ ਉੱਤੇ ਸੰਪੂਰਨ ਭਰੋਸਾ ਵੱਜ ਗਿਆ, ਉਹ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਜਸ ਗਾਉਣ ਦੇ ਵਿੱਚ ਹੀ ਲੱਗੇ ਹੋਏ ਹਨ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਅਕਾਲ ਪੁਰਖ ਨਿਰੰਕਾਰ ਆਪ ਜੀ ਨੂੰ ਜਤੀ, ਜਿਨ੍ਹਾਂ ਨੇ ਕਾਮ ਵਾਸ਼ਨਾਵਾਂ ਨੂੰ ਸਾਰੀਆਂ ਨੂੰ ਆਪਣੇ ਕਾਬੂ ਕਰ ਲਿਆ, ਅਧੀਨ ਕਰ ਲਿਆ, ਉਹ ਜਤੀ ਬਣ ਗਿਆ। ਸਤੀ ਜਿਹੜੇ ਹੁੰਦੇ ਨੇ ਉਹ ਸਤੀ ਸੱਚਾ ਜੀਵਨ ਕਰਨ ਵਾਲੇ, ਉੱਚੇ ਆਚਰਣ ਵਾਲੇ ਜਿਹੜੇ ਨੇ। ਸੰਤੋਖੀ, ਸੰਤੋਖੀ ਦੀ ਗੱਲ ਆਪਾਂ ਪਹਿਲਾਂ ਕਰ ਚੁੱਕੇ ਹਾਂ ਕਿ ਜਿਹੜੇ ਇੱਕ ਟਿਕਾ ਦੇ ਵਿੱਚ ਰਹਿੰਦੇ ਨੇ। ਇਹ ਸਾਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਸਿਫਤ ਸਲਾਹ ਦੇ ਵਿੱਚ ਹੀ ਲੱਗੇ ਹੋਏ ਨੇ। ਔਰ ਗਾਵਨ ਤੁਧਨੂੰ ਵੀਰ ਕਰਾਰੇ, ਜਿਹੜੇ ਯੋਧੇ ਨੇ, ਜਿਹੜਾ ਯੋਧਿਆਂ ਨੇ ਤੁਹਾਡੀ ਬੰਦਗੀ ਕਰ ਕਰਕੇ ਤੁਹਾਡੇ ਕੋਲੋਂ ਬਲ ਲਿਆ, ਤੁਹਾਡੇ ਕੋਲੋਂ ਤਾਕਤਾਂ ਲਈਆਂ, ਉਹ ਸਾਰੇ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਤਾਕਤਾਂ ਨੂੰ ਹਾਸਲ ਕਰਨ ਤੋਂ ਉਪਰੰਤ ਆਪ ਜੀ ਦੇ ਹੀ ਗੁਣਾਂ ਦੇ ਵਿੱਚ, ਆਪ ਦੀ ਸਿਫਤ ਦੇ ਵਿੱਚ ਹੀ ਲੱਗੇ ਹੋਏ ਨੇ। ਗਾਵਨ ਤੁਧਨੋ ਪੰਡਤ ਪੜਨ ਰਖੀਸਰ, ਜੁਗ ਜੁਗ ਵੇਦਾ ਨਾਲੇ। ਸਤਿਗੁਰ ਸੱਚੇ ਪਾਤਸ਼ਾਹ ਜੀ ਜਿਹੜੇ ਪੰਡਤ ਨੇ, ਜਿਹੜੇ ਪੰਡਤ ਉਹਨੂੰ ਕਹਿੰਦੇ ਹਾਂ ਜਿਸ ਨੇ ਗਿਆਨ ਹਾਸਲ ਕਰ ਲਿਆ। ਜਿੱਦਾਂ ਆਪਾਂ ਆਪਣੇ ਧਰਮ ਦੇ ਵਿੱਚ ਗਿਆਨੀ ਸਿੰਘਾਂ ਨੂੰ ਗਿਆਨੀ ਕਹਿੰਦੇ ਹਨ, ਜਿਹੜੇ ਗਿਆਨਵਾਨ ਹੋ ਗਏ, ਜਿਨ੍ਹਾਂ ਨੂੰ ਨਿਰੰਕਾਰ ਆਪ ਜੀ ਦਾ ਗਿਆਨ ਹੋ ਗਿਆ, ਉਹਨਾਂ ਦਾ ਇੱਕ ਨਾਮ ਪੰਡਤ ਵੀ ਰੱਖਿਆ ਹੋਇਆ ਹੈ। ਔਰ ਉਹ ਸਾਰੇ ਪੰਡਤ ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਜੀ ਅੱਜ ਗਿਆਨ ਹਾਸਲ ਕਰਕੇ ਸਾਰੇ ਗਿਆਨੀ ਬਣ ਕੇ ਆਪ ਜੀ ਦੀ ਸਿਫਤ ਸਲਾਹ ਕਰਨ ਦੇ ਵਿੱਚ ਜੁੜੇ ਹੋਏ ਨੇ। ਤੇ ਨਾਲ ਮਹਾਰਾਜ ਨੇ ਰੱਖਿਆ ਰਖੀਸਰ ਜੁਗ ਜੁਗ ਵੇਦਾਂ ਨਾਲੇ। ਕਹਿੰਦੇ ਇਹ ਜਿਹੜੇ ਰਖੀਸਰ ਨੇ ਇਹ ਰਿਖੀ ਮੁਨੀ ਜਨ ਨੇ, ਜਿਹੜੇ ਕਿ ਸਿਰਫ ਵੇਦਾਂ ਦਾ ਹੀ ਜਸ ਕਰਦੇ ਨੇ। ਔਰ ਅਕਾਲ ਪੁਰਖ ਚਾਰੇ ਵੇਦਾਂ ਦੇ ਨਾਲ, ਰਿਗ ਵੇਦ, ਜੁਜਰ ਵੇਦ, ਸ਼ਾਮ ਵੇਦ, ਅਥਰਪਣ ਵੇਦ, ਇਹ ਚਾਰੇ ਵੇਦ, ਇਹ ਵੀ ਇਤਿਹਾਸ ਦੇ ਵਿੱਚ ਆਇਆ ਕਿ ਚਾਰੇ ਵੇਦਾਂ ਨੂੰ ਲਿਖਣ ਦੀ ਡਿਊਟੀ ਜਿਹੜੀ ਸੀ ਇਹ ਬ੍ਰਹਮਾ ਦੀ ਸੀ। ਔਰ ਇਸੇ ਕਰਕੇ ਬ੍ਰਹਮਾ ਦੇ ਚਾਰ ਮੂੰਹ ਨੇ, ਹਰ ਵੇਲੇ ਉਹ ਇਹ ਵੇਦਾਂ ਨਾਲ ਰਾਹੀਂ ਵੇਦਾਂ ਦਾ ਹੀ ਜਾਪ ਕਰ ਰਿਹਾ ਹੈ। ਜਿਹੜੇ ਇਹ ਰਖੀਸਰ ਸਨ, ਇਹ ਵੀ ਇਸ ਸੰਸਾਰ ਦੇ ਉੱਤੇ ਜੁਗਾਂ ਜੁਗਾਂ ਤੋਂ ਆਏ ਹੋਏ ਨੇ, ਪਰ ਚਾਰੇ ਵੇਦਾਂ ਦੇ ਰਾਹੀਂ ਆਪ ਜੀ ਦੀ ਵਡਿਆਈ ਦੇ ਵਿੱਚ ਜੁੜੇ ਹੋਏ ਹਨ। ਗਾਵਨ ਤੁਧਨੋ ਮੋਹਣੀਆਂ ਮਨ ਮੋਹਨ, ਸੁਰਗ ਮਛ ਪਿਆਲੇ। ਇਹ ਅਕਾਲ ਪੁਰਖ ਨਿਰੰਕਾਰ ਐਸੀਆਂ ਮਨਮੋਹਣੀਆਂ, ਅਪਛਣਾ ਭਰੀਆਂ, ਜਿਹੜੀਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਕੋਲੋਂ ਹੁਸਨ ਲੈ ਕੇ, ਆਪ ਜੀ ਦੇ ਕੋਲੋਂ ਸੁੰਦਰਤਾ ਲੈ ਕੇ, ਅੱਜ ਉਹ ਸੁੰਦਰਤਾ ਨੂੰ ਦੇਖ ਕੇ, ਉਸ ਹੁਸਨ ਨੂੰ ਦੇਖ ਕੇ ਜਿਹੜੀਆਂ ਮਨ ਨੂੰ ਮੋਹਣ ਵਾਲੀਆਂ ਨੇ, ਜਿੱਥੋਂ ਦੀ ਉਹ ਲੰਘ ਜਾਵਣ ਲੋਕ ਉਹਨਾਂ ਦੀ ਵਡਿਆਈ ਦੇ ਵਿੱਚ ਜੁੜ ਜਾਂਦੇ ਨੇ ਸਤਿਗੁਰ। ਪਰ ਉਹ ਸਾਰੀਆਂ ਹੱਥ ਜੋੜ ਕੇ ਅੱਜ ਤੁਹਾਡੀ ਹੀ ਵਡਿਆਈ ਦੇ ਵਿੱਚ ਲੱਗੀਆਂ ਹੋਈਆਂ ਨੇ। ਸੁਰਗ ਮੱਛ ਪਿਆਲੇ, ਤੇ ਤਿੰਨਾਂ ਲੋਕਾਂ ਵਿੱਚ ਰਹਿਣ ਵਾਲੀਆਂ ਜਿਹੜੀਆਂ ਇਹ ਨੇ, ਸਵਰਗ ਦੇ ਵਿੱਚ ਵੀ ਮੱਛ ਜਿਹੜਾ ਸਮੁੰਦਰ ਆ ਗਿਆ, ਤੇ ਪਿਆਲੇ ਪਤਾਲ ਲੋਕ ਜਿਹੜਾ ਹੈ, ਇਹਨਾਂ ਦੇ ਵਿੱਚ ਇਹ ਬੈਠ ਕੇ ਆਪ ਜੀ ਦਾ ਹੀ ਜਸ ਗਾ ਰਹੀਆਂ ਹਨ।
ਗਾਵਨ ਤੁਧਨੋ ਰਤਨ ਉਪਾਏ ਤੇਰੇ 68 ਤੀਰਥ ਨਾਲੇ। ਨਿਰੰਕਾਰ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਜਿਨ੍ਹਾਂ ਨੂੰ ਜੀਵਾਂ ਨੂੰ ਉੱਚੀ ਮੱਤ ਦੇ ਦਿੱਤੀ, ਸਤਿਗੁਰ ਨਿਰੰਕਾਰ ਉਹ ਮੱਤ ਇੰਨੀ ਉੱਚੀ ਹੋ ਗਈ ਕਿ ਉਹਨਾਂ ਦੇ ਵਿਚਾਰ ਜਿਹੜੇ ਸਨ ਉਹ ਸਾਰੇ ਰਤਨਾਂ ਵਰਗੇ ਬਣ ਗਏ। ਸੋ ਇਸ ਕਾਰਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਜਿਨ੍ਹਾਂ ਦੇ ਖਿਆਲ ਰਤਨਾਂ ਵਰਗੇ ਬਣ ਗਏ, ਜਿਨ੍ਹਾਂ ਦੀ ਕੀਮਤ ਹੀ ਨਹੀਂ ਪੈ ਸਕਦੀ, ਜਾਂ ਜਿਨ੍ਹਾਂ ਨੂੰ ਇਹ ਅਮੁੱਲ ਰਤਨ ਵਾਲਾ ਨਾਮ ਹਾਸਲ ਹੋ ਗਿਆ, ਜਿਨ੍ਹਾਂ ਦੇ ਉੱਤੇ ਆਪ ਜੀ ਨੇ ਕਿਰਪਾ ਕਰ ਦਿੱਤੀ, ਸਤਿਗੁਰ ਸੱਚੇ ਪਾਤਸ਼ਾਹ ਜੀ ਉਹ 68 ਤੀਰਥਾਂ ਤੇ ਜਾ ਕੇ ਵੀ ਆਪ ਜੀ ਦਾ ਹੀ ਜਸ ਗਾਉਂਦੇ ਨੇ। ਤੇ ਮਾਲਕ ਨੇ ਇਹ ਵੀ ਆਪਾਂ ਨੂੰ ਗਿਆਨ ਦੇ ਦਿੱਤਾ ਕਿ ਜਿਨ੍ਹਾਂ ਨੂੰ ਉਹ ਨਾਮ ਦੀ ਬਖਸ਼ਿਸ਼ ਹੋ ਗਈ, ਨਾਮ ਦੀ ਕਿਰਪਾ ਹੋ ਗਈ, ਉਹ ਤਾਂ ਇਹ ਨਾਮ ਦੇ ਨਾਲ ਜੁੜ ਕੇ 68 ਤੀਰਥਾਂ ਦੇ ਇਸ਼ਨਾਨ ਕਰ ਲੈਂਦੇ ਨੇ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਗਾਵਨ ਤੁਧਨੋ ਜੋਧ ਮਹਾਬਲ ਸੂਰਾ, ਗਾਵਨ ਤੁਧਨੋ ਖਾਣੀ ਚਾਰੇ। ਨਿਰੰਕਾਰ ਸੱਚੇ ਪਾਤਸ਼ਾਹ ਜੀ ਜਿੰਨੇ ਵੀ ਯੋਧੇ ਮਹਾਬਲੀ ਸੂਰਬੀਰ ਹੋਏ ਨੇ, ਤੁਹਾਡੇ ਕੋਲੋਂ ਬਲ ਲੈ ਕੇ ਇਹਨਾਂ ਨੇ ਜਿਹੜਾ ਅਸੁਰ ਦੈਂਤਾਂ ਦੇ ਨਾਲ ਦੈਂਤਾਂ ਦਾ ਨਾਸ਼ ਕੀਤਾ। ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਸਾਰੇ ਆਪ ਜੀ ਦੇ ਹੀ, ਆਪ ਜੀ ਦੇ ਜਸ ਦੇ ਵਿੱਚ ਜੁੜੇ ਹੋਏ ਨੇ, ਆਪ ਜੀ ਦੀ ਵਡਿਆਈ ਦੇ ਵਿੱਚ ਆਪ ਜੀ ਨੂੰ ਧੰਨ ਧੰਨ ਕਹਿ ਰਹੇ ਨੇ। ਤੇ ਗਾਵਨ ਤੁਧਨੋ ਖਾਣੀ ਚਾਰੇ, ਨਿਰੰਕਾਰ ਇਹ ਚਾਰੇ ਖਾਣੀਆਂ ਜਿਹੜੀਆਂ ਨੇ ਅੰਡਜ, ਜੇਰਜ, ਸੇਤਜ, ਉਤਪਜ, ਇਹ ਚਾਰ ਖਾਣੀਆਂ ਦੇ ਰਾਹੀਂ ਇਸ ਸੰਸਾਰ ਦੀ ਉਤਪਤੀ ਹੁੰਦੀ ਹੈ। ਸੋ ਇਹ ਖਾਣੀਆਂ ਦੇ ਵਿੱਚ ਜਿਹੜੇ ਜਿਸ ਖਾਣੀ ਦੇ ਵਿੱਚ ਦੀ ਵੀ ਕੋਈ ਆ ਰਿਹਾ, ਜਿੱਦਾਂ ਹੁਣ ਆਪਾਂ ਹਾਂ, ਆਪਾਂ ਮਾਤ ਪਿਤਾ ਦੇ ਰਾਹੀਂ ਆਪਾਂ ਨੂੰ ਜੇਰਜ ਦੇ ਵਿੱਚ ਹੀ ਮਾਲਕ ਸੱਚੇ ਪਾਤਸ਼ਾਹ ਨੇ ਸੰਸਾਰ ਤੇ ਭੇਜਿਆ। ਬੜੇ ਪਸ਼ੂ ਨੇ ਜਿਹੜੇ ਕਿ ਜੇਰਜ ਵਿੱਚ ਹੀ ਇਹ ਆਪਣੇ ਬੱਚਿਆਂ ਨੂੰ ਜਨਮ ਦਿੰਦੇ ਨੇ। ਉਹ ਕਹਿੰਦੇ ਨੇ ਇਹ ਸਾਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਸੰਸਾਰ ਦੇ ਉੱਤੇ ਆਣ ਕੇ ਜਿਨ੍ਹਾਂ ਤੇ ਆਪ ਜੀ ਦੀ ਕਿਰਪਾ ਹੋ ਜਾਂਦੀ, ਆਪ ਜੀ ਦੇ ਜਸ ਦੇ ਵਿੱਚ, ਆਪ ਜੀ ਦੀ ਵਡਿਆਈ ਦੇ ਵਿੱਚ ਵੀ ਹੀ ਲੱਗੇ ਹੋਏ ਹਨ। ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਧਾਰੇ। ਨਿਰੰਕਾਰ 9 ਖੰਡ ਪ੍ਰਥਮੀ ਹੈ। ਇਸ ਧਰਤੀ ਦੇ 9 ਖੰਡ ਆਪ ਜੀ ਨੇ ਦੱਸੇ ਨੇ, ਪਰ 9 ਖੰਡ ਹੋਰ ਵੀ ਨੇ ਜਿਹੜਾ ਜਿਸ ਤਰ੍ਹਾਂ ਚੰਦ, ਸੂਰਜ, ਧਰਤੀ, ਆਕਾਸ਼ ਦੇ ਵਿੱਚ ਹੋਰ ਮਾਰਸ ਹੋ ਗਿਆ, ਪਲੂਟਨ ਹੋ ਗਿਆ, ਇਹ ਸਾਰੇ ਜਿਹੜੇ ਇਹਨਾਂ ਨੂੰ ਗੈਲੈਕਸੀਜ਼ ਲੱਭੀਆਂ ਨੇ ਉਹ ਵੀ 9 ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਜਿਹੜੇ ਹਜ਼ਾਰਾਂ ਮੀਲਾਂ ਦੂਰ ਬੈਠੇ ਹੋਏ, ਉਹ ਜਿਹੜੀ ਧਰਤੀ ਦੀ ਗੱਲ ਨਿਰੰਕਾਰ ਪਹਿਲਾਂ ਕਰਕੇ ਆ ਚੁੱਕੇ ਨੇ ਕਿ ਧਰਤੀ ਹੋਰ ਪਰੇ ਹੋਰ ਹੇ ਅਕਾਲ ਪੁਰਖ, ਉਹਦੇ ਉੱਤੇ ਵੀ ਸਾਰੇ ਇਹ ਬ੍ਰਹਮੰਡਾਂ ਦੇ ਵਿੱਚ ਸਾਰੇ ਜੋ ਵੀ ਜੀਵ ਜੰਤੂ ਰਹਿ ਰਹੇ ਨੇ, ਜਿਨ੍ਹਾਂ ਬਾਰੇ ਆਪ ਜੀ ਨੂੰ ਹੀ ਸਿਰਫ ਗਿਆਨ ਹੈ, ਉਹ ਸਾਰੇ ਆਪ ਜੀ ਦਾ ਹੀ ਜਸ ਕਰ ਰਹੇ ਹਨ। ਜਿੱਦਾਂ ਮਹਾਰਾਜ ਕਹਿੰਦੇ ਨੇ, ਸਿਮਰੇ ਖੰਡ ਦੀਪ ਸਭ ਲੋਆ, ਸਿਮਰੇ ਪਤਾਲਪੁਰੀ ਸਚ ਸੋਆ, ਸਿਮਰੇ ਖਾਣੀ ਸਿਮਰੇ ਬਾਣੀ, ਸਿਮਰੇ ਸਗਲੇ ਹਰ ਜਨਾ। ਸਾਰੀ ਜਗ੍ਹਾ ਦੇ ਉੱਤੇ ਆਪ ਜੀ ਦੀ ਵਡਿਆਈ ਦੇ ਵਿੱਚ ਇਹ ਚਾਰ ਖਾਣੀਆਂ ਰਾਹੀਂ ਨਿਰੰਕਾਰ ਜੋ ਵੀ ਆਏ ਨੇ, ਚਾਹੇ ਕਿਸੇ ਵੀ ਖੰਡ ਦੇ ਉੱਤੇ ਰਹੇ ਨੇ, ਆਪ ਜੀ ਦੀ ਹੀ ਵਡਿਆਈ ਕਰ ਰਹੇ ਹਨ। ਸੇਈ ਤੁਧਨੋ ਗਾਵਨ ਜੋ ਤੁਧ ਪਾਵਨ, ਰਤੇ ਤੇਰੇ ਭਗਤ ਰਸਾਲੇ। ਮਿਹਰਬਾਨ ਅਕਾਲ ਪੁਰਖ ਨਿਰੰਕਾਰ ਜੀ ਉਹੀ ਆਪ ਜੀ ਦਾ ਜਸ ਕਰ ਸਕਦੇ ਨੇ, ਕਿਉਂਕਿ 2 ਰੂਪ ਰੱਖੇ ਨੇ ਮਹਾਰਾਜ ਨੇ, ਮਨਮੁਖ ਦਾ ਤੇ ਗੁਰਮੁਖ ਦਾ। ਕਹਿੰਦੇ ਵੀ ਉਹੀ ਆਪ ਜੀ ਦੀ ਸਿਫਤ ਦੇ ਵਿੱਚ ਜੁੜੇ ਹੋਏ ਨੇ, ਜਿਹੜੇ ਆਪ ਜੀ ਨੂੰ ਅੱਛੇ ਲੱਗਦੇ ਨੇ, ਜਿਨ੍ਹਾਂ ਤੇ ਆਪ ਜੀ ਦੀ ਕਿਰਪਾ ਹੋ ਗਈ। ਜਾਂ ਇੱਕ ਹੋਰ ਇਹਦੇ ਅਰਥ ਆਪਾਂ ਕਰ ਲਈਏ, ਉਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਹੜੇ ਗਾਉਂਦੇ ਨੇ ਸੰਸਾਰ ਦੇ ਉੱਤੇ, ਆਪਣੀ ਜੀਵਨ ਕਲਾ ਦੇ ਵਿੱਚ ਆਪ ਜੀ ਦੀ ਵਡਿਆਈ ਕਰ ਰਹੇ ਨੇ, ਉਹੀ ਆਪ ਜੀ ਨੂੰ ਅੱਛੇ ਲੱਗਦੇ ਨੇ। ਤੇ ਉਹੀ ਭਗਤ ਜਿਹੜੇ ਨੇ ਉਹ ਤੇਰੇ ਦਰ ਦੇ ਉੱਤੇ ਸੋਹਣੇ ਲੱਗਦੇ ਨੇ। ਹੋਰ ਕੀਤੇ ਤੁਧਨੋ ਗਾਵਨ, ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਹੁਣ ਗੁਰੂ ਨਾਨਕ ਨਿਰੰਕਾਰ ਨਿਮਰਤਾ ਦਿਖਾਉਂਦੇ ਨੇ ਸੰਸਾਰ ਨੂੰ। ਇਹ ਨਹੀਂ ਕਹਿ ਰਿਹਾ ਕਿ ਅਸੀਂ ਅਕਾਲ ਪੁਰਖ ਨਿਰੰਕਾਰ ਦਾ ਰੂਪ ਇਹਦੂ ਸੰਸਾਰ ਦੇ ਉੱਤੇ ਆਏ ਹਾਂ। ਆਪਣੇ ਆਪ ਨੂੰ ਆਮ ਜੀਵਾਂ ਵਾਂਗੂ ਰੱਖ ਕੇ ਸਤਿਗੁਰ ਸੱਚੇ ਪਾਤਸ਼ਾਹ ਜੋ ਪ੍ਰਮਾਤਮਾ ਦੀ ਵਡਿਆਈ ਕਰਦੇ ਨੇ, ਉਹ ਨਿਰੰਕਾਰ ਦੀ ਵਡਿਆਈ ਕਰਦੇ ਨੇ, ਖੁਦ ਨਿਰੰਕਾਰ ਹੁੰਦੇ ਹੋਏ ਵੀ। ਤਾਂ ਇੱਥੇ ਵੀ ਸਤਿਗੁਰ ਨਿਮਰਤਾ ਦਿਖਾਉਂਦੇ ਨੇ, ਕਹਿੰਦੇ ਹੇ ਅਕਾਲ ਪੁਰਖ ਨਿਰੰਕਾਰ, ਮੈਂ ਜਿਹੜੇ ਉੱਪਰ ਜਿਨ੍ਹਾਂ ਦਾ ਜ਼ਿਕਰ ਕਰਕੇ ਆਇਆ ਹਾਂ, ਇੰਨਿਆਂ ਕੁ ਦਾ ਹੀ ਮੈਨੂੰ ਗਿਆਨ ਹੈ। ਹੋਰ ਕੀਤੇ ਤੁਧ ਨੂੰ ਗਾਵਣ,
ਪਤਾ ਨਹੀਂ ਕਿੰਨੇ ਕੁ ਬੇਅੰਤ ਜੀਵ ਹੋਰ ਨੇ, ਕਿਹੜੇ ਕਿਹੜੇ ਰੂਪ ਦੇ ਵਿੱਚ ਆਪ ਜੀ ਦੀ ਸਿਫਤ ਦੇ ਵਿੱਚ ਲੱਗੇ ਹੋਏ ਨੇ, ਜਿਹੜੇ ਮੈਨੂੰ ਮੇਰੀ ਮੱਤ ਦੇ ਵਿੱਚ ਨਹੀਂ ਆਉਂਦੇ। ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਕਿ ਇਹ ਤੋਂ ਗਾਹਾਂ ਮੈਂ ਕਿਹੜੀ ਵਿਚਾਰ ਆਪ ਜੀ ਦੇ ਅੱਗੇ ਰੱਖਾਂ। ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ। ਉਹ ਨਿਰੰਕਾਰ ਸੱਚੇ ਪਾਤਸ਼ਾਹ ਤਾਂ ਹਰ ਜਗ੍ਹਾ ਦੇ ਉੱਤੇ, ਉਹ ਸਤਿਗੁਰ ਸੱਚੇ ਪਾਤਸ਼ਾਹ ਦੀ ਵਡਿਆਈ ਤਾਂ ਜਿਹੜੇ ਹਰ ਇੱਕ ਜਗ੍ਹਾ ਉੱਤੇ ਹੋ ਰਹੀ ਹੈ, ਉਹ ਸੱਚਾ ਹੈ, ਸਦਾ ਸਥਿਰ ਰਹਿਣ ਵਾਲਾ ਹੈ। ਸੋਈ ਸੋਈ ਸਦਾ ਸੱਚ, ਉਹ ਹਰ ਜਗ੍ਹਾ ਦੇ ਉੱਤੇ ਮੌਜੂਦ ਹੈ। ਜਦੋਂ ਪਹਿਲਾਂ ਆਪਾਂ ਸਰੋਤਦਾਰ ਦੀ ਗੱਲ ਕਰ ਰਹੇ ਹਾਂ, ਹੁਣ ਇੱਕ ਜਗ੍ਹਾ ਤੇ ਇਹ ਵੀ ਆਪਾਂ ਨੂੰ ਇੱਥੇ ਆਣ ਕੇ ਖਿਆਲ ਕਰਨਾ ਪੈਣਾ ਵੀ 100 ਦਰ ਕਿਹੜਾ ਤੇਰਾ ਦਰ ਹੈ ਤੇ ਕਿਹੜਾ ਤੇਰਾ ਘਰ ਹੈ। ਪਰ ਇੱਥੇ ਪਤਾ ਲੱਗ ਜਾਂਦਾ ਵੀ ਸਾਰਾ ਸੰਸਾਰ ਹੀ ਤੁਹਾਡਾ ਦਰ ਹੈ ਤੇ ਸਾਰਾ ਸੰਸਾਰ ਹੀ ਤੁਹਾਡਾ ਘਰ ਹੈ। ਹਰ ਜੀਵ ਦੇ ਵਿੱਚ ਤੁਸੀਂ ਬੈਠੇ ਹੋ। ਇਹ ਜਿੰਨੀਆਂ ਵੀ ਸਤਿਗੁਰ ਜੀ 84 ਲੱਖ ਜੂਨਾਂ ਬਣਾਈਆਂ, ਇਹ ਸਾਰੇ ਤੁਹਾਡੇ ਹੀ ਘਰ ਨੇ, ਤੁਹਾਡੇ ਹੀ ਇਹ ਸਾਰੇ ਘਰ ਨੇ। ਸਾਰਿਆਂ ਦੇ ਵਿੱਚ ਤੁਸੀਂ ਸਰਵ ਵਿਆਪਕ ਹੋ, ਪਰ ਇੱਕ ਜਗ੍ਹਾ ਦੇ ਉੱਤੇ ਇੱਕ ਟਿਕਾਣਾ ਤੁਹਾਡਾ ਨਹੀਂ ਹੈ। ਪਰ ਇਹਦੀ ਵੀ ਸ਼ੱਕ ਦੂਰ ਥੋੜੀ ਜਿਹੀ ਕਰ ਦਿੱਤੀ ਮਹਾਰਾਜ ਨੇ। ਕਹਿੰਦੇ ਵੀ ਸੱਚਖੰਡ ਵਸੇ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ। ਵੀ ਸੱਚਖੰਡ ਕਿਹੜਾ ਹੈ? ਸੱਚਖੰਡ ਅਸਥਾਨ ਦਾ ਐਡਰੈਸ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਆਪ ਜੀ ਨੂੰ ਨਹੀਂ ਮਿਲਣਾ। ਸੱਚਖੰਡ ਦਾ ਅਸਥਾਨ ਆਪਾਂ ਨੂੰ ਆਪਣੇ ਅੰਦਰ ਬਣਾਉਣਾ ਪੈਣਾ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ ਵਾਲੀ ਗੱਲ ਕਰਕੇ, ਇਹ ਬੰਦਗੀ ਕਰ ਕਰਕੇ ਆਪਾਂ ਨੂੰ ਇੰਨੇ ਪਵਿੱਤਰ ਬਣਾ ਲੈਣਾ ਪੈਣਾ, ਅੰਦਰੋਂ ਹੀ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਸਾਡੇ ਪ੍ਰਗਟ ਹੋ ਜਾਵਣ। ਸੋ ਇੱਥੇ ਮਹਾਰਾਜ ਜਿਹੜਾ ਇਹ ਕਹਿੰਦੇ ਨੇ ਵੀ ਸਾਰਾ ਸੰਸਾਰ ਹੀ ਆਪ ਜੀ ਦਾ, ਮਹਾਰਾਜ ਸੱਚੇ ਪਾਤਸ਼ਾਹ ਦਾ ਘਰ ਹੈ। ਸਾਰੇ ਸੰਸਾਰ ਦੇ ਵਿੱਚ ਹੀ ਤੁਸੀਂ ਆਪ ਸਰਬ ਵਿਆਪਕ ਹੋ, ਔਰ ਆਪ ਜੀ ਦਾ ਨਾਮ ਵੀ ਸਭ ਤੋਂ ਉੱਚਾ ਤੇ ਸੱਚਾ ਹੈ। ਇਹਦੇ ਬਰੋਬਰ ਹੋਰ ਕੋਈ ਨਹੀਂ ਹੈ। ਹੈ ਪੀ ਹੋਸੀ ਜਾਏ ਨ ਜਾਸੀ, ਰਚਨਾ ਜਿਨ ਰਚਾਈ। ਤੁਸੀਂ ਸਦਾ ਸਰਬ ਵਿਆਪਕ ਹੋ, ਨਿਰੰਕਾਰ ਸੱਚੇ ਪਾਤਸ਼ਾਹ ਜੀ। ਆਪ ਕਿਤੇ ਨਹੀਂ ਗਏ, ਪਹਿਲਾਂ ਵੀ ਸੰਸਾਰ ਦੇ ਜੀਵਾਂ ਦੇ ਨਾਲ ਸੀ, ਅਗਾਂਹ ਵੀ ਨਾਲ ਰਹੋਗੇ। ਇਹ ਸਾਰੀ ਰਚਨਾ ਆਪ ਜੀ ਦੇ ਹੁਕਮ ਦੇ ਵਿੱਚ, ਆਪ ਜੀ ਦੀ ਕਿਰਪਾ ਦੇ ਨਾਲ ਹੀ ਬਣੀ ਹੈ। ਰੰਗੀ ਰੰਗੀ ਭਾਤੀ ਕਰ ਕਰ, ਜਿਨਸੀ ਮਾਇਆ ਜਿਨ ਉਪਾਈ। ਅਕਾਲ ਪੁਰਖ ਨਿਰੰਕਾਰ ਆਪ ਜੀ ਨੇ ਬੜੇ ਰੰਗਾਂ ਦੇ ਵਿੱਚ ਇਸ ਧਰਤੀ ਦੇ ਉੱਤੇ ਜੀਵਾਂ ਨੂੰ ਸਾਜਿਆ। ਕੋਈ ਮਧਰੇ ਨੇ, ਕੋਈ ਲੰਬੇ ਨੇ, ਕੋਈ ਉਦੋਂ ਵੀ ਗਿੱਠ ਪੁੱਠੀਏ ਛੋਟੇ ਨੇ। ਕਈਆਂ ਦੇ ਰੰਗ ਕਾਲੇ ਨੇ, ਤੁਸੀਂ ਦੇਖਿਆ ਹੀ ਆ। ਕਈ ਸਾਡੇ ਵਰਗੇ ਬਰਾਊਨ ਕਹਿੰਦੇ ਨੇ, ਕੋਈ ਚਿੱਟੇ ਨੇ, ਜਾਂ ਉਹਨਾਂ ਨੂੰ ਅਸੀਂ ਪਿੰਕ ਵੀ ਕਹਿ ਦਿੰਦੇ ਹਾਂ। ਇਹ ਜਾਣੀ ਕਿ ਵੱਖਰੇ ਵੱਖਰੇ ਰੰਗਾਂ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਖੇਡ ਨੂੰ ਰਚਾਇਆ ਹੋਇਆ ਹੈ। ਪਰ ਇਹ ਸਾਰੇ ਜਿੰਨੇ ਵੀ ਰੰਗ ਨੇ, ਜਿੰਨੇ ਵੀ ਜੀਵ ਸੰਸਾਰ ਤੇ ਨੇ, ਇਹ ਸਤਿਗੁਰ ਸੱਚੇ ਪਾਤਸ਼ਾਹ ਦੀ ਮਾਇਆ ਹੀ ਬਣਾਈ ਹੋਈ ਹੈ। ਇਹ ਉਸ ਦੀ ਮਾਇਆ ਹੀ ਹੈ। ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ, ਕੋਏ ਨਾ ਕਿਸੇ ਹੀ ਜਿਹਾ ਉਪਾਇਆ। ਆਪੇ ਫਰਕ ਕਰੇ ਵੇਖ ਵਿਕਸਾ, ਸਭ ਰਸ ਦੇਹੀ ਮਾਹਾ ਹੈ। ਕਹਿੰਦੇ ਵੀ ਆਪ ਹੀ ਇਹ ਖੇਡ ਰਚਾ ਕੇ, ਆਪ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਜਾਨਵਰ ਵੀ, ਜਿਸ ਤਰ੍ਹਾਂ ਹਾਥੀ, ਘੋੜੇ, ਊਠ, ਖੱਚਰ, ਮਹਾਰਾਜ ਸੱਚੇ ਪਾਤਸ਼ਾਹ ਇਹ ਵੀ ਤੁਸੀਂ ਵੀ ਬਣਾਏ ਨੇ। ਹੁਣ ਵੱਖਰੇ ਵੱਖਰੇ ਬਨਸਪਤੀ ਕਿੰਨੀ ਹੈ, ਸਮੁੰਦਰ ਦੇ ਵਿੱਚ ਕਿੰਨੇ ਜੀਵ ਨੇ, ਇਹ ਸਾਰੀ ਆਪ ਜੀ ਦੀ ਲੀਲਾ ਹੈ, ਆਪ ਜੀ ਦੀ ਹੀ ਸਾਰੀ ਮਾਇਆ ਹੈ। ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ। ਉਹ ਨਿਰੰਕਾਰ ਸੱਚੇ ਪਾਤਸ਼ਾਹ ਜੀ ਹੁਣ ਇਹ ਸਾਰੀ ਪ੍ਰਕਿਰਤੀ ਨੂੰ ਆਪ ਦੇਖ ਰਹੇ ਨੇ, ਪਰ ਜੋ ਉਹਦੀ ਇੱਛਾ ਹੁੰਦੀ ਹੈ, ਹੁੰਦਾ ਉਹੀ ਹੈ। ਇਹੀ ਉਹਦੀ ਵਡਿਆਈ ਹੈ। ਉਹ ਕਿਸੇ ਦਾ ਵੀ ਮਾੜਾ ਨਹੀਂ ਤੱਕਦਾ, ਉਹ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਭੌ ਨਹੀਂ ਦਿੰਦਾ ਤੇ ਨਾ ਕਿਸੇ ਦਾ ਭਾ ਚੱਲਦਾ। ਇਹ ਉਸ ਦੀ ਵਡਿਆਈ ਹੈ ਕਿ ਜਿਸ ਤਰ੍ਹਾਂ ਉਹਨੂੰ ਪਾਉਂਦਾ ਹੈ, ਉਸੇ ਤਰ੍ਹਾਂ ਇਹ ਸੰਸਾਰ ਦੇ ਉੱਤੇ ਹੋ ਰਿਹਾ ਹੈ। ਜੋ ਤਿਸ ਪਾਵੈ ਸੋਈ ਕਰਸੀ, ਫਿਰ ਹੁਕਮ ਨ ਕਰਨਾ ਜਾਈ। ਜੋ ਨਿਰੰਕਾਰ ਨੂੰ ਅੱਛਾ ਲੱਗਦਾ ਉਹੀ ਸੰਸਾਰ ਦੇ ਉੱਤੇ ਹੋ ਰਿਹਾ, ਉਸ ਨੂੰ ਕੋਈ ਹੁਕਮ ਨਹੀਂ ਕਰ ਸਕਦਾ। ਉਹ ਉਹਨੂੰ ਅਰਦਾਸ ਬੇਨਤੀ ਕਰਕੇ ਉਹਦੇ ਕੋਲੋਂ ਦਾਤਾਂ ਲੈ ਸਕਦੇ, ਪਰ ਆਪਾਂ ਆਪਣੀ ਹੈਂਕੜ ਦੇ ਨਾਲ ਜੇ ਕਹੀਏ ਵੀ ਤੇਰੇ ਕੋਲੋਂ ਕੁਝ ਲੈ ਲੈਣਾ, ਨਹੀਂ ਲੈ ਸਕਦੇ। ਸੋ ਉਹਨੂੰ ਹੁਕਮ ਨਹੀਂ, ਉਹ ਕਿਸੇ ਦੇ ਈਨ ਦੇ ਅਧੀਨ ਨਹੀਂ ਹੈ, ਕਿਸੇ ਦਾ ਹੁਕਮ ਉਹਦੇ ਉੱਤੇ ਨਹੀਂ ਚੱਲ ਸਕਦਾ। ਸੋ ਪਾਤਸ਼ਾਹੋ ਸਾਹਾ ਪਤ ਸਾਹਿਬ, ਨਾਨਕ ਰਹਿਣ ਰਜਾਈ। ਉਹ ਨਿਰੰਕਾਰ ਦਾ ਪਾਤਸ਼ਾਹਾਂ ਦਾ ਪਾਤਸ਼ਾਹ ਹੈ।
ਉਹ ਸਤਿਗੁਰ ਸੱਚੇ ਪਾਤਸ਼ਾਹ ਦੀ ਰਜ਼ਾ ਦੇ ਵਿੱਚ ਗੁਰੂ ਨਾਨਕ ਨਿਰੰਕਾਰ ਕਹਿੰਦੇ ਨੇ ਸਾਨੂੰ ਰਹਿਣ ਦੀ ਆਦਤ ਪਾ ਲੈਣੀ ਚਾਹੀਦੀ ਹੈ। ਮੇਰਾ ਪ੍ਰਭ ਸਾਚਾ ਸਤੀ ਸਾਚਾ ਸਿਰ ਸ਼ਾਹਾਂ ਪਾਤਸ਼ਾਹ ਹੈ। ਇਹ ਨਿਰੰਕਾਰ ਸੱਚੇ ਪਾਤਸ਼ਾਹ ਜਿਹੜੇ ਪਾਤਸ਼ਾਹ ਦੇ ਪਾਤਸ਼ਾਹ ਹੈ, ਜਿਹੜੇ ਉਹਦਾ ਹੁਕਮ ਹੈ, ਜਿਹੜੀ ਉਹਦੀ ਮਰਜ਼ਾਦਾ ਹੈ, ਜਿਹੜਾ ਉਹਦਾ ਪਾਣਾ ਹੈ, ਉਹਦੇ ਵਿੱਚ ਜਿਸ ਵੇਲੇ ਅਸੀਂ ਜਨ ਬਣ ਕੇ ਆਪਣਾ ਜੀਵਨ ਬਤੀਤ ਕਰਾਂਗੇ ਭਾਈ, ਉਹ ਦਿਨ ਫਿਰ ਇਹ ਸੰਸਾਰ ਦੇ ਉੱਤੇ ਸਾਡਾ ਜੀਵਨ ਆਨੰਦਮਈ ਹੋ ਜਾਵੇਗਾ। ਆਸਾ ਮਹਿਲਾ ਪਹਿਲਾ, ਸੁਨ ਵੱਡਾ ਆਖੈ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਹੁਣ ਨਿਰੰਕਾਰ ਸੱਚੇ ਪਾਤਸ਼ਾਹ ਨੇ ਇਹ ਆਸਾ ਰਾਗ ਦੇ ਵਿੱਚ ਇਹ ਗਾਹਾਂ ਵੀ ਸ਼ਬਦ ਇੱਕ ਵਾਰ ਜ਼ਰੂਰ ਆਉਣਾ ਹੈ। ਭੈਣ ਨਾਨਕੀ ਜੀ ਨੇ ਗੁਰੂ ਨਿਰੰਕਾਰ ਨੂੰ ਪਛਾਣ ਲਿਆ ਤੇ ਰਾਏ ਬਲਾਰ ਨੇ ਵੀ ਪਛਾਣ ਲਿਆ। ਹੁਣ ਭੈਣ ਨਾਨਕੀ ਨੇ ਦੇਖਿਆ ਕਿ ਮੇਰਾ ਵੀਰ ਹਰ ਵੇਲੇ ਉਹਦੀ ਬੰਦਗੀ ਦੇ ਵਿੱਚ ਜੁੜਿਆ ਰਹਿੰਦਾ ਹੈ। ਜਦੋਂ ਸਤਿਗੁਰਾਂ ਨੂੰ ਆਪਣੇ ਕੋਲ ਲੈ ਕੇ ਆ ਗਏ ਨਾ ਸੁਲਤਾਨਪੁਰ ਭੈਣ ਜੀ ਤੇ ਭਾਈਆ ਜੈ ਰਾਮ ਜੀ, ਤੇ ਉੱਥੇ ਸਤਿਗੁਰਾਂ ਨੇ ਇੱਕ ਕੌਤਕ ਉਚਾਰਨ ਕੀਤਾ। ਉਹ ਕੌਤਕ ਇਹ ਸੀ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ 3 ਦਿਨ ਅਲੋਪ ਹੋ ਗਏ। ਹੁਣ ਕਈਆਂ ਦਾ ਇਹ ਵਿਚਾਰ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਚੁੱਭੀ ਮਾਰੀ ਤੇ ਸੱਚਖੰਡ ਚਲ ਗਿਆ, ਪਰ ਗੁਰਮੁਖੋ ਇੱਕ ਚੀਜ਼ ਦਾ ਖਿਆਲ ਰੱਖਿਓ, ਜਿਹੜਾ ਅਕਾਲ ਪੁਰਖ ਨਿਰੰਕਾਰ ਇਹ ਚੋਜ ਰਚਾ ਰਿਹਾ, ਜਿਹੜੀ ਇਹ ਮਾਇਆ ਦਾ ਵਰਤਾਰਾ ਕਰ ਰਿਹਾ, ਉਹ ਤਾਂ ਸੱਚਖੰਡ ਦਾ ਸਦਾ ਹੀ ਵਸਨੀਕ ਹੈ। ਜੇ ਸੱਚਖੰਡ ਦਾ ਵਸਨੀਕ ਜਿਹੜਾ ਹੈ, ਜਾਂ ਉਹ ਜਿਹੜੇ ਸੱਚਖੰਡ ਗਏ, ਉਹਦਾ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਹਵਾਲਾ ਜ਼ਰੂਰ ਦੇ ਦੇਣਾ ਸੀ ਵੀ ਅਸੀਂ 7ਵੇਂ ਆਕਾਸ਼ ਤੇ ਗਏ ਜਾਂ 7ਵੇਂ ਪਤਾਲ ਦੇ ਵਿੱਚ ਗਏ। ਨਹੀਂ, ਨਿਰੰਕਾਰ ਨੇ ਇੱਕ ਰਹਿਮਤ ਕੀਤੀ, ਇਸ ਸੰਸਾਰ ਨੂੰ ਪਰਖ ਕਰਨਾ ਸੀ। ਜਿਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣੇ ਆਪ ਨੂੰ ਅਲੋਪ ਕਰ ਲਿਆ ਨਦੀ ਦੇ ਰਾਹੀਂ, ਤਾਂ ਉੱਥੇ ਕੀ ਹੋਇਆ, ਜਿਹੜੀਆਂ ਸੁਲਤਾਨਪੁਰ ਦੀਆਂ ਰਹਿਣ ਵਾਲੀਆਂ ਮਾਤਾਵਾਂ ਸਨ, ਬੀਬੀਆਂ ਸਨ, ਤਾਂ ਔਰ ਜਿਹੜੇ ਉੱਥੇ ਦੇ ਜੀਵ ਸਨ, ਉਹ ਸਾਰੇ ਸਤਿਗੁਰ ਦੀ ਭਾਲ ਦੇ ਵਿੱਚ ਲੱਗ ਗਏ। ਪਰ ਲੱਭਿਆ ਨਾ, ਕੁਛ ਨਾ ਪ੍ਰਾਪਤ ਹੋਇਆ। ਤੇ ਜਿਹੜੀਆਂ ਸਵਾਣੀਆਂ ਸਨ ਉਹ ਬੇਬੇ ਨਾਨਕੀ ਜੀ ਦੇ ਕੋਲ ਆਈਆਂ, ਆਖਣ ਲੱਗੇ ਤੇਰਾ ਵੀਰ ਗਵਾਚ ਗਿਆ, ਪਤਾ ਨਹੀਂ ਕਿੱਥੇ ਚਲੇ ਗਿਆ ਹੈ, ਲੱਭਦਾ ਨਹੀਂ, ਪਰ ਤੂੰ ਵੀ ਕੋਈ ਕਸ਼ਿਸ਼ ਕਰ, ਤੂੰ ਵੀ ਕੋਈ ਮਿਹਨਤ ਕਰ ਉਹਨੂੰ ਲੱਭਣ ਦੀ। ਤਾਂ ਬੇਬੇ ਨਾਨਕੀ ਜੀ ਹੁਣ ਇੱਕੋ ਵਚਨ ਉਹਨਾਂ ਨੂੰ ਆਖਣ ਲੱਗੇ ਜਿਹੜਾ ਸੰਸਾਰ ਨੂੰ ਤਾਰਨ ਆਇਆ ਉਹ ਕਦੀ ਆਪ ਖੁਦ ਗਵਾਚ ਨਹੀਂ ਸਕਦਾ। ਜਿਹੜਾ ਆਪ ਭੁੱਲਿਆਂ ਨੂੰ ਸਹੀ ਰਸਤੇ ਦੇ ਉੱਤੇ ਪਾਉਣ ਆਇਆ ਉਹ ਆਪ ਕਦੀ ਰਸਤਾ ਨਹੀਂ ਭੁੱਲ ਸਕਦਾ। ਤੇ ਉਹਨਾਂ ਦੇ ਚਿਹਰੇ ਤੇ ਮੁਸਕਰਾਹਟ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੀ ਯਾਦ ਦੇ ਵਿੱਚ ਦੇਖ ਰਹੇ ਨੇ। ਤੇ ਉਹ ਜਦੋਂ ਇੱਕ ਦਿਨ ਬੀਤ ਗਿਆ, ਦੂਜੇ ਦਿਨ ਫਿਰ ਇਹ ਸਵਾਣੀਆਂ ਬੇਬੇ ਜੀ ਦੇ ਕੋਲ ਆਈਆਂ, ਆਖਣ ਲੱਗੀਆਂ ਵੀ ਭਾਈ ਪਤਾ ਨਹੀਂ ਕੀ ਗੱਲ ਹੈ, ਵੀ ਨਾਨਕੀ ਤਾਂ ਬਿਲਕੁਲ ਉਦਾਸ ਨਹੀਂ ਹੈ, ਇਹਦਾ ਵੀਰ ਨਦੀ ਦੇ ਵਿੱਚ ਰੁੜ ਗਿਆ ਹੈ, ਪਤਾ ਨਹੀਂ ਕਿਹੜੇ ਮਗਰਮੱਛ ਨੇ ਉਸ ਨੂੰ ਖਾ ਲਿਆ ਹੋਣਾ, ਕੁਛ ਵੀ ਨਹੀਂ ਉਹਦਾ ਪਤਾ ਸਤਾ ਲੱਗਣ ਡਿਆ, ਪਰ ਇਹਦੇ ਮਨ ਦੇ ਉੱਤੇ ਰਤਾ ਵੀ ਉਦਾਸੀ ਨਹੀਂ। ਫਿਰ ਉਹਨਾਂ ਨੇ ਜਿਸ ਵੇਲੇ ਇਹ ਦੁਬਾਰਾ ਬਚਨ ਕੀਤਾ ਤਾਂ ਬੇਬੇ ਨਾਨਕੀ ਜੀ ਵੇ ਆਖਣ ਲੱਗੇ, ਕਹਿੰਦੇ ਜਿਹੜਾ ਸੰਸਾਰ ਨੂੰ ਤਾਰਨ ਆਇਆ ਉਹ ਕਦੀ ਆਪ ਡੁੱਬ ਨਹੀਂ ਸਕਦਾ, ਤੁਸੀਂ ਜਾਓ ਆਪਣੇ ਘਰਾਂ ਦੇ ਵਿੱਚ ਬੈਠ ਕੇ ਉਸ ਨੂੰ ਅਕਾਲ ਪੁਰਖ ਨੂੰ ਯਾਦ ਕਰੋ। ਜਿਸ ਇਸ ਤਰ੍ਹਾਂ ਹੋਇਆ ਤੇ ਇਹਨਾਂ ਸਵਾਣੀਆਂ ਨੇ ਵਿਚਾਰ ਬਣਾ ਲਿਆ ਵੀ ਕਈ ਵਾਰੀ ਹੁਣ ਅੱਜ ਵੀ ਤੁਸੀਂ ਦੇਖਦੇ ਹੋ, ਮੇਰੇ ਜੀਵਨ ਕਾਲ ਦੇ ਵਿੱਚ ਮੈਨੂੰ ਇਹ ਦੇਖਣ ਦਾ ਸਮਾਂ ਆਇਆ, ਕਿਸੇ ਦਾ ਜਵਾਨ ਸਿਰ ਦਾ ਸਾਈਂ ਚੜਾਈ ਕਰ ਜਾਵੇ ਤੇ ਉਹ ਬੱਚੀ ਰੋਵੇ ਨਾ, ਤੇ ਫਿਰ ਇਹ ਜਿਹੜੀਆਂ ਪਿੰਡ ਦੀਆਂ ਸਿਆਣੀਆਂ ਬੀਬੀਆਂ ਉਹਦੇ ਨਾਨਕੇ ਉਹਦੇ ਚੂੰਡੀਆਂ ਵੱਢਦੀਆਂ ਨੇ ਵੀ ਇਹਨੂੰ ਕਿਸੇ ਤਰ੍ਹਾਂ ਰਵਾਇਆ ਜਾਵੇ, ਰੋਣ ਦੇ ਨਾਲ ਇਹਦਾ ਮਨ ਹਲਕਾ ਹੋ ਜਾਵੇ, ਨਹੀਂ ਤਾਂ ਕਿਤੇ ਐਸਾ ਗਮ ਨਾ ਹਿਰਦੇ ਵਿੱਚ ਬੈਸ ਜਾਵੇ ਕਿ ਸਦਾ ਵਾਸਤੇ ਪਾਗਲਪੁਣੇ ਦੇ ਵਿੱਚ ਚਲੇ ਜਾਵੇ। ਪਰ ਇਹ ਜਦੋਂ ਇਹਨਾਂ ਨੇ ਵਿਚਾਰ ਬਣਾਈ, ਪਰ ਆਖਣ ਲੱਗੇ ਵੀ ਜੇ ਕੱਲ ਨੂੰ ਨਾਨਕ ਦਾ ਕੋਈ ਪਤਾ ਨਾ ਲੱਗਿਆ ਤੇ ਆਪਾਂ ਇਸ ਤਰ੍ਹਾਂ ਬੇਬੇ ਨਾਨਕੀ ਨੂੰ ਰੋਣਾ ਕਿਤੇ ਇਹਦੇ ਅੰਦਰ ਗਮ ਨਾ ਬਹਿ ਜਾਵੇ, ਇਹ ਤਾਂ ਗੱਲਾਂ ਹੀ ਹੋਰ ਤਰ੍ਹਾਂ ਦੀਆਂ ਕਰਨ ਡਈ ਆ। ਤੀਜਾ ਦਿਨ ਹੋਇਆ, ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣੇ ਕੌਤਕ ਆਪਣੀ ਮਾਇਆ ਵਰਤਾ ਕੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਨਦੀ ਦੇ ਦੂਸਰੇ ਪਾਸੇ, ਜਿੱਥੇ ਇਹ ਵੀ ਕਹਿੰਦੇ ਨੇ ਵੀ ਉਹ ਮਸਾਣਾ ਸਨ, ਸਿਵੇ ਸਨ, ਉਹ ਤੇ ਨਿਰੰਕਾਰ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਆਣ ਕੇ ਬੈਠੇ ਤੇ ਸਾਰਿਆਂ ਨੇ ਬੜੀਆਂ ਖੁਸ਼ੀਆਂ ਮਨਾਈਆਂ ਵੀ ਗੁਰੂ ਨਾਨਕ ਨਿਰੰਕਾਰ ਸੱਚੇ ਪਾਤਸ਼ਾਹ ਜੀ ਉੱਥੇ ਬੈਠੇ, ਸਾਰਿਆਂ ਨੂੰ ਲੱਭ ਹੈ। ਤੇ ਇਹ ਜਿਹੜੀਆਂ ਸਵਾਣੀਆਂ ਸਨ ਇਹ ਵੀ ਭੱਜ ਭੱਜ ਕੇ ਆਈਆਂ, ਆ ਕੇ ਬੇਬੇ ਨਾਨਕੀ ਨੂੰ ਆਖਣ ਲੱਗੀਆਂ
ਵੀ ਖੁਸ਼ੀਆਂ ਮਨਾ। ਆਖਣ ਲੱਗੀ ਕਾਹਦੀਆਂ? ਆਖਣ ਲੱਗੇ ਤੇਰਾ ਵੀਰ ਲੱਭਿਆ। ਕਹਿੰਦੀ ਮੈਂ ਕੀ ਕਹਿੰਦੀ ਸੀ 3 ਦਿਨ ਤੋਂ, ਵੀ ਜਿਹੜਾ ਸੰਸਾਰ ਨੂੰ ਤਾਰਨ ਆਇਆ, ਜਿਹੜਾ ਸੰਸਾਰ ਨੂੰ ਸਹੀ ਮਾਰਗ ਦੇ ਉੱਤੇ ਪਾਉਣ ਆਇਆ, ਉਹ ਕਦੀ ਭੁੱਲ ਨਹੀਂ ਸਕਦਾ, ਆਪ ਕਦੀ ਡੁੱਬ ਨਹੀਂ ਸਕਦਾ। ਤੇ ਬੇਬੇ ਨਾਨਕੀ ਜੀ, ਭਾਈਆ ਜੈ ਰਾਮ ਜੀ, ਹੋਰ ਸੰਗਤ ਜਾ ਕੇ ਸਤਿਗੁਰਾਂ ਨੂੰ ਲੈ ਕੇ ਆਏ। ਤੇ ਜਿਸ ਵੇਲੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਬੈਠੇ ਨੇ, ਇੱਕ ਦਿਨ ਬੀਤ ਗਿਆ, ਆਪਣੇ ਆਨੰਦ ਤੇ ਆਪਣੇ ਖੇੜੇ ਦੇ ਵਿੱਚ ਬੈਠੇ ਸਨ। ਤਾਂ ਬੇਬੇ ਨਾਨਕੀ ਜੀ ਨੇ ਪੁੱਛਿਆ ਵੀ ਸਾਡੇ ਉੱਤੇ ਕਿਰਪਾ ਕਰੋ, ਸਾਨੂੰ ਦੱਸੋ ਅਕਾਲ ਪੁਰਖ ਦਾ ਰੂਪ ਰੰਗ ਕੀ ਹੈ। ਹਾਲਾਂਕਿ ਪਤਾ ਬੇਬੇ ਨਾਨਕੀ ਨੂੰ ਇਹੀ ਹੈ। ਤੇ ਹੁਣ ਸੱਚੇ ਪਾਤਸ਼ਾਹ ਜੀ ਕਿੱਥੇ ਕਿਰਪਾ ਕਰਦੇ ਨੇ, ਸੰਸਾਰ ਨੂੰ ਗਿਆਨ ਦਿੰਦੇ ਨੇ। ਆਸਾ ਰਾਗ ਦੇ ਵਿੱਚ ਕਹਿੰਦੇ ਸੁਣ ਵੱਡਾ ਆਖਿਆ ਸਭ ਕੋਈ ਬੇਬੇ ਜੀ। ਮੇਰੀ ਪਿਆਰੀ ਭੈਣ, ਸਾਰੇ ਹੀ ਉਸ ਨੂੰ ਲੋਕਾਂ ਦੇ ਕੋਲੋਂ ਸੁਣ ਸੁਣ ਕੇ ਉਹਨੂੰ ਵੱਡਾ ਵੱਡਾ ਆਖੀ ਜਾਂਦੇ ਨੇ, ਪਰ ਕੇਵਲ ਵੱਡਾ ਡਿਠਾ ਹੋਏ। ਪਰ ਉਹਦਾ ਅਸਲੀ ਰੂਪ ਦਾ ਗਿਆਨ ਉਦੋਂ ਆਉਂਦਾ ਜਿੱਦਣ ਅਸੀਂ ਆਪਣੀ ਜੋਤ ਨੂੰ ਉਹਦੀ ਜੋਤ ਦੇ ਵਿੱਚ ਰਲ ਗਈ। ਜਿੱਦਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਲ ਕਾ ਜਲ ਹੁਆ ਰਾਮ, ਜਦੋਂ ਸਮੁੰਦਰ ਦੇ ਪਾਣੀ ਦੇ ਵਿੱਚ ਸਾਡਾ ਇਹ ਨਦੀਆਂ ਜਾ ਕੇ ਰਲ ਜਾਂਦੀਆਂ ਨੇ, ਫਿਰ ਉਹ ਆਪਣੀਆਂ ਨਾਮ ਉਹਨਾਂ ਦਾ ਖਤਮ ਹੋ ਜਾਂਦਾ। ਕਹਿੰਦੇ ਜਿੱਦਣ ਅਸੀਂ ਉਹਦੇ ਵਿੱਚ ਰਲ ਗਏ, ਉਦਣ ਸਾਨੂੰ ਪਤਾ ਲੱਗੂਗਾ ਵੀ ਉਸ ਦਾ ਸਹੀ ਰੂਪ ਕੀ ਹੈ। ਕੀਮਤ ਪਾਏ ਨ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਆਖਣ ਲੱਗੇ ਉਹਦੀ ਕੀਮਤ ਵੀ ਨਹੀਂ ਪਾਈ ਜਾ ਸਕਦੀ, ਉਸ ਦਾ ਇਹ ਗਿਆਨ ਹੀ ਨਹੀਂ ਦਿੱਤਾ ਜਾ ਸਕਦਾ ਵੀ ਉਹ ਕਿਸ ਤਰ੍ਹਾਂ ਦਾ ਹੈ। ਕੀਮਤ ਕੌਣ ਕਰੇ ਤੇਰੀ ਕਰਤੇ, ਪ੍ਰਭ ਅੰਤ ਨ ਪਾਰਾ ਵਾਰੇ। ਕਹਿੰਦੇ ਤੇਰੇ ਬਾਰੇ ਕੌਣ ਗਿਆਨ ਦੇ ਸਕਦਾ। ਕਹਿਣੇ ਵਾਲੇ ਤੇਰੇ ਰਹੇ ਸਮਾਏ। ਜਿਸ ਵੇਲੇ ਉਸ ਨਿਰੰਕਾਰ ਦੀ ਜਿਸ ਜੀਵ ਨੂੰ ਪ੍ਰਾਪਤੀ ਵੀ ਹੋ ਜਾਂਦੀ ਹੈ, ਜਾਂ ਜਾ ਕੇ ਨਿਰੰਕਾਰ ਦੇ ਨਾਲ ਉਹ ਮਿਲ ਜਾਂਦਾ ਹੈ। ਜਿੱਦਾਂ 15 ਭਗਤ ਨੇ, 4 ਸਿੱਖ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਬੈਠੇ, ਔਰ ਭੱਟ ਬੈਠੇ ਨੇ ਇਹਦੇ ਵਿੱਚ। ਉਹਨਾਂ ਨੇ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਨਾਲ ਆਪਣੇ ਆਪ ਨੂੰ ਜੋਤੀ ਜੋਤ ਰਲੇ ਸੰਪੂਰਨ ਥੀਆ ਆਰਾਮ ਵਾਲੀ ਅਵਸਥਾ ਬਣਾ ਲਈ। ਕਹਿੰਦੇ ਉਹ ਫੇਰ ਵੀ ਉਸ ਦੀ ਕੀਮਤ, ਉਸ ਦਾ ਗਿਆਨ ਨਹੀਂ ਦੇ ਸਕਦੇ। ਕਹਿਣੇ ਵਾਲੇ ਤੇਰੇ ਰਹੇ ਸਮਾਏ। ਜਿਨ੍ਹਾਂ ਨੇ ਹਾਸਲ ਕਰ ਲਿਆ, ਜਿਹੜੇ ਗੁਰਮੁਖ ਬਣ ਗਏ, ਜਿਨ੍ਹਾਂ ਨੇ ਨਿਰੰਕਾਰ ਸੱਚੇ ਪਾਤਸ਼ਾਹ ਦੇ ਵਿੱਚ ਆਪਣੇ ਆਪ ਨੂੰ ਲੀਨ ਕਰ ਲਿਆ, ਉਹ ਫੇਰ ਵੀ ਤੇਰੇ ਬਾਰੇ ਕੋਈ ਗਿਆਨ ਦੇ ਨਹੀਂ ਸਕਦੇ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਦੇ ਵਿੱਚ ਆਖਿਆ ਨਾ, ਸਲਾਹੀ ਸਲਾਹੇ ਏਤੀ ਸੁਰਤ ਨ ਪਾਈਆ, ਨਦੀਆਂ ਤੇ ਵਾਹ ਪਵੈ ਸਮੁੰਦ ਨਾ ਜਾਣੀਆਂ। ਕਹਿੰਦੇ ਫਿਰ ਨਦੀਆਂ ਦੇ ਵਿੱਚ ਤੇ ਜਿਸ ਇਹ ਟੋਭੇ ਤੇ ਦਰਿਆ ਮਿਲ ਜਾਂਦੇ ਨੇ, ਉਹ ਸਮੁੰਦਰ ਦਾ ਹੀ ਰੂਪ ਹੋ ਜਾਂਦੇ ਨੇ। ਉਹਨਾਂ ਨੂੰ ਸਮੁੰਦਰ ਹੀ ਜਾਣਦੇ ਹਾਂ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ। ਬੇਬੇ ਜੀ, ਮੇਰਾ ਉਹ ਨਿਰੰਕਾਰ ਜਿਹੜਾ ਹੈ ਉਹ ਸਭ ਤੋਂ ਉੱਚਾ ਤੇ ਸੁੱਚਾ ਹੈ, ਬੜਾ ਡੂੰਘੇ ਖਿਆਲਾਂ ਵਾਲਾ ਹੈ, ਬੜਾ ਗੰਭੀਰ ਹੈ ਉਹ। ਤੇ ਜਿਹੜੇ ਉਹਦੇ ਗੁਣ ਨੇ ਉਹਨਾਂ ਦਾ ਅੰਦਾਜ਼ਾ ਲਾਇਆ ਹੀ ਨਹੀਂ ਜਾ ਸਕਦਾ। ਉਹ ਸ਼ੁਭ ਗੁਣਾ, ਸਾਰੇ ਸ਼ੁਭ ਗੁਣਾਂ ਦਾ ਮਾਲਕ ਆਪ ਹੈ। ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ, ਕੋਈ ਵੀ ਨਹੀਂ ਇਸ ਦਾ ਗਿਆਨ ਦੇ ਸਕਦਾ। ਚੀਰਾ ਕਹਿੰਦੇ ਨੇ ਉਹਦਾ ਵਿਸਤਾਰ, ਜਾਂ ਉਹ ਕਿੰਨਾ ਲੰਬਾ ਹੈ, ਕਿੰਨਾ ਚੌੜਾ ਹੈ, ਕਿੰਨਾ ਉੱਚਾ ਹੈ, ਕਿਹੜੀ ਜਗ੍ਹਾ ਤੇ ਰਹਿ ਰਿਹਾ, ਕੋਈ ਵੀ ਨਹੀਂ ਇਹਦੇ ਬਾਰੇ ਗਿਆਨ ਦੇ ਸਕਦੇ। ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਬੇਬੇ ਨੂੰ, ਆਖਣ ਲੱਗੇ ਭੈਣ ਪਿਆਰੀਏ ਮੇਰੀਏ, ਜਿਹੜੇ ਜਿੰਨੇ ਵੀ ਵਿਦਵਾਨ ਇਹਦੂ ਸੰਸਾਰ ਦੇ ਉੱਤੇ ਪਹਿਲਾਂ ਹੋਏ ਨੇ, ਜਾਂ ਜਿਹੜੇ ਹੁਣ ਵਿਦਵਾਨ ਨੇ, ਜਿਨ੍ਹਾਂ ਨੇ ਅਨੇਕਾਂ ਧਰਮ ਦੇ ਗ੍ਰੰਥ ਪੜ੍ਹੇ ਨੇ, ਉਹ ਸਾਰੇ ਵੀ ਜੇ ਆਪਣੀ ਸੁਰਤ ਨੂੰ ਇੱਕ ਜਗ੍ਹਾ ਦੇ ਉੱਤੇ ਬੈਠ ਜਾਵਣ, ਸਾਰੇ ਆਪਣੀ ਆਪਣੀ ਉਸ ਗਿਆਨ ਦੇ ਨਾਹੀਂ ਕੋਸ਼ਿਸ਼ ਕਰਨ ਕਿ ਉਸ ਦਾ ਆਦ ਅੰਤ ਪਾ ਸਕਣ, ਕਹਿੰਦੇ ਨਹੀਂ ਪਾਇਆ ਜਾ ਸਕਦਾ। ਇਸ ਕਰਕੇ ਉਸ ਨੂੰ ਸਾਰੇ ਸੁਰਤੀ ਵਾਲੇ, ਜਿਨ੍ਹਾਂ ਨੇ ਸਾਰਿਆਂ ਨੇ ਗਿਆਨ ਹਾਸਲ ਕਰ ਲਿਆ, ਉਹ ਸਿਰਫ ਉਸ ਦੀ ਕਮਾਈ ਹੀ ਕਰਨ, ਤਾਂ ਹੀ ਉਹ ਇਸ ਸੰਸਾਰ ਤੇ ਸ਼ੋਭਾ ਪਾਉਣਗੇ। ਫਿਰ ਕਹਿੰਦੇ ਨੇ ਸਭ ਕੀਮਤ ਮਿਲ ਕੀਮਤ ਪਾਈ। ਹੁਣ ਇੱਥੇ ਕੀਮਤ ਮਿਲ ਕੀਮਤ, ਦੋ ਜਗ੍ਹਾ ਤੇ ਕੀਮਤ ਆਇਆ, ਪਰ ਇਹ ਕਈ ਵਾਰ ਕੀ ਹੁੰਦਾ ਨਾ, ਮਨ ਨੂੰ ਆਪਣੀ ਭਾਵਨਾ ਹੁੰਦੀ ਆ ਵੀ
ਇਹ ਇੱਥੇ ਜਿਹੜੀ ਆ ਪਹਿਲੀ ਕੀਮਤ ਹੈ, ਇਹ ਕੀਮਤ ਹੈ ਦੇ ਵਿੱਚ ਆਪਾਂ ਨੂੰ ਥੋੜਾ ਜਿਹਾ ਵਿਸਰਾਮ ਲਾ ਕੇ ਦੇਖੀਏ। ਸਿਆਣੇ ਹੋ ਤੁਸੀਂ ਸਾਰੇ, ਆਪਾਂ ਸਭ ਕੀਮਤ ਕਹੀਏ। ਇਹ ਜਿਹੜੇ ਸਾਰੇ ਸੁਰਤੀਆਂ ਜੋੜਨ ਵਾਲੇ ਸੀ, ਸਾਰੇ ਗਿਆਨੀ ਧਿਆਨੀ ਜਾਂ ਆਪਣੇ ਆਪ ਨੂੰ ਜਪੀ ਤਪੀ ਘੋਣ ਵਾਲੇ ਸਨ, ਇਹ ਸਾਰੇ ਬੈਠ ਕੇ ਆਪਣੀ ਮਤ ਦੇ ਘੋੜੇ ਜਿੱਤੇ ਮਰਜੀ ਭਜਾ ਲੈਣ, ਪਰ ਉਸ ਦੀ ਇੱਕ ਰੱਤੀ ਪਰ ਕੀਮਤ ਨਹੀਂ ਪਾ ਸਕਦੇ। ਇਹਦੇ ਅਸਲੀ ਅਰਥ ਇਹ ਨਿਕਲਣਗੇ ਕਿ ਸਭ ਕੀ ਮਤ, ਸਾਰੇ ਆਪਣੀ ਮਤ ਦੇ ਘੋੜੇ ਦੜਾਉਣ ਤਾਂ ਫਿਰ ਵੀ ਉਸ ਦਾ ਸਾਨੂੰ ਗਿਆਨ ਨਹੀਂ ਪ੍ਰਾਪਤ ਹੋਵੇਗਾ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਉਹੀ ਰੂਪ ਨਿਰੰਕਾਰ ਸੱਚੇ ਪਾਤਸ਼ਾਹ ਨੇ ਇੱਥੇ ਲਿਖ ਦਿੱਤਾ। ਕਹਿੰਦੇ ਗਿਆਨੀ ਧਿਆਨੀ ਜਿਹੜੇ ਬਹੁਤ ਗਿਆਨਵਾਨ ਨੇ, ਜਿਹੜੇ ਬਹੁਤ ਧਿਆਨ ਜੋੜਨ ਵਾਲੇ ਨੇ, ਉਹ ਸਾਰੇ ਜਿਹੜੇ ਕਿ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਪਣੇ ਆਪ ਨੂੰ ਗੁਰੂ ਵੀ ਖਵਾ ਰਹੇ ਨੇ। ਤੇ ਗੁਰ ਹਾਈ ਦਾ ਮਤਲਬ ਹੁੰਦਾ ਉਹਨਾਂ ਦੇ ਵੱਡੇ ਵਡੇਰੇ, ਜਿਹੜੇ ਉਹਨਾਂ ਦੇ ਵੱਡੇ ਵਡੇਰੇ ਸਨ, ਉਹ ਵੀ ਜਿਨ੍ਹਾਂ ਤੋਂ ਉਹਨਾਂ ਨੇ ਗਿਆਨ ਲਿਆ, ਤੇ ਉਹ ਸਾਰੇ ਇਕੱਠੇ ਬੈਠ ਕੇ ਇਸ ਆਪਣੇ ਮਨ ਦੇ ਘੋੜਿਆਂ ਨੂੰ ਜਿੱਧਰ ਮਰਜੀ ਭਜਾ ਲੈਣ ਤਾਂ ਉਹਦੀ ਇੱਕ ਤਿਲ ਮਾਤਰ ਵੀ ਵਡਿਆਈ ਨਹੀਂ ਆਖ ਸਕਦੇ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਸਭ ਸਤ ਸਭ ਤਪ ਸਭ ਚੰਗਿਆਈਆਂ, ਕਹਿੰਦੇ ਉਹ ਸਾਰੇ ਨਿਰੰਕਾਰ ਸੱਚੇ ਪਾਤਸ਼ਾਹ ਜੀ ਤਪੀਆਂ ਦੇ ਤਪੀ ਹਨ। ਸਾਰੇ ਤਪੀਆਂ ਨੇ ਤਪ ਦੀ ਜਾਚਨਾ, ਤਪ ਦਾ ਗਿਆਨ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੇ ਕੋਲੋਂ ਹੀ ਪ੍ਰਾਪਤ ਕੀਤਾ ਹੈ। ਸਾਰੇ ਚੰਗੇ ਪੁਰਸ਼ਾਂ ਨੂੰ ਜੋ ਚੰਗਿਆਈਆਂ ਪ੍ਰਾਪਤ ਹੋਈਆਂ ਨੇ, ਜਾਂ ਗੁਰਮੁਖਾਂ ਨੂੰ ਜਿਸ ਵੇਲੇ ਨਾਮ ਦੀ ਦਾਤ ਵਾਪਸ ਹੁੰਦੀ, ਕਹਿੰਦੇ ਇਹ ਸਾਰੀ ਪ੍ਰਮਾਤਮਾ ਦੀ ਕਿਰਪਾ, ਅਕਾਲ ਪੁਰਖ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਸਾਨੂੰ ਪ੍ਰਾਪਤ ਹੁੰਦੀਆਂ ਹਨ। ਤੁਧ ਵਿਣ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੈ ਨਾਹੀ ਠਾਕਰ ਹਾਇਆ। ਇਸੇ ਤਰ੍ਹਾਂ ਮਹਾਂਪੁਰਸ਼ਾਂ ਨੇ, ਸਿੱਧਾਂ ਨੇ 84 ਇਹ ਆਸਣ ਸਿੱਖੇ ਹੋਏ ਨੇ, ਇਹ ਵੀ ਸਿੱਧਾਂ ਨੇ ਇਹ ਅਕਾਲ ਪੁਰਖ ਦੇ ਕੋਲੋਂ ਪ੍ਰਾਪਤ ਕੀਤੇ ਨੇ, ਇਹ ਵੀ ਉਹਦੀ ਕਿਰਪਾ ਦੇ ਨਾਲ ਇਹਨਾਂ ਨੂੰ ਮਿਲੇ ਨੇ। ਤੇ ਤੁਧ ਬਿਨ, ਤੇ ਤੋਂ ਬਗੈਰ ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਸਿੱਧ ਜਾਂ ਇਹ ਜਿਹੜੀਆਂ ਰਿੱਧੀਆਂ ਸਿੱਧੀਆਂ ਹਨ, ਇਹਨਾਂ ਦੀ ਪ੍ਰਾਪਤੀ ਤੁਹਾਡੀ ਕਿਰਪਾ ਤੋਂ ਬਗੈਰ ਨਹੀਂ ਹੋ ਸਕਦੀ, ਨਾ ਹੀ ਕਿਸੇ ਨੂੰ ਇਹ ਪ੍ਰਾਪਤ ਹੁੰਦੇ ਨੇ। ਤੇ ਕਰਮ ਮਿਲੇ ਨਾ ਹੀ ਠਾਕ ਰਹਾਈਆਂ, ਕਹਿੰਦੇ ਪਰ ਜਿਸ ਵੇਲੇ ਸਾਡੇ ਸ਼ੁਭ ਕਰਮ ਹੋ ਗਏ, ਇਹਨਾਂ ਦੀ ਇਹ ਦਾਤ ਸਾਨੂੰ ਪ੍ਰਾਪਤ ਹੋ ਗਈ, ਜਿਸ ਵੇਲੇ ਇਰਦੀਆਂ ਸਿੱਧੀਆਂ ਦੀ ਦਾਤ ਸਾਨੂੰ ਪ੍ਰਾਪਤ ਹੋ ਗਈ, ਜਾਂ ਨਿਰੰਕਾਰ ਨੇ ਵਿਚਾਰ ਬਣਾ ਲਿਆ ਵੀ ਮੈਂ ਇਰਦੀਆਂ ਸਿੱਧੀਆਂ ਆਪਣੇ ਪਿਆਰੇ ਨੂੰ ਦੇਣੀਆਂ ਨੇ, ਉਹਦੀ ਹਥੇਲੀ ਦੇ ਵਿੱਚ ਵਿਸਾ ਦੇਣੀਆਂ ਨੇ, ਕਹਿੰਦੇ ਫਿਰ ਦੁਨੀਆ ਦੀ ਕੋਈ ਤਾਕਤ ਇਹਦੇ ਵਿੱਚ ਰੋਕ ਨਹੀਂ ਲਾ ਸਕਦੀ। ਫਿਰ ਇਹ ਉਹ ਜਿਹੜੀ ਠਾਕ ਰਹਾਈ ਆ, ਕੋਈ ਵੀ ਇਹ ਰੋਕ ਨਹੀਂ ਲਾ ਸਕਦੀ। ਸਤਿਗੁਰ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਆਪਣੇ ਪਿਆਰੇ ਦੇ ਕਿਰਪਾ ਕਰਦੇ ਨੇ, ਉਹ ਜੀਵਨ ਬਦਲਦੇ ਨੇ ਨਾ, ਬਦਲਦੇ ਜੀਵਨ ਦੇ ਨਾਲ ਨਾਲ ਉਹਦੀ ਆਪ ਅੰਗ ਸੰਗ ਸਹਾਈ ਹੋ ਕੇ ਸਹਾਇਤਾ ਕਰਦੇ ਨੇ, ਫਿਰ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਰੋਕ ਨਹੀਂ ਲੱਗਦੀ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਕਹਿੰਦੇ ਵੀ ਆਖਣ ਵਾਲਾ ਜਿਹੜਾ ਸੱਚਮੁੱਚ ਹੀ ਨਿਰੰਕਾਰ ਦੀ ਸਿਫਤ ਦੇ ਵਿੱਚ ਜੁੜ ਗਿਆ, ਉਹਦੇ ਫਿਰ ਕਹਿਣ ਵਾਲਾ ਜਿਹੜਾ ਹੈ, ਉਹ ਫਿਰ ਜੀਵ ਆਪਣੇ ਆਪ ਨੂੰ ਨਿਮਾਣਾ ਬਣਾ ਲੈਂਦਾ, ਵਿਚਾਰਾ ਬਣਾ ਲੈਂਦਾ, ਤੇ ਹੱਥ ਜੋੜ ਕੇ ਕਹਿੰਦਾ ਮਹਾਰਾਜ ਮੈਂ ਤੇਰੀ ਵਡਿਆਈ ਕਿਸ ਤਰ੍ਹਾਂ ਕਰ ਸਕਦਾ, ਇਹ ਤਾਂ ਸਭ ਕੁਝ ਤੇਰਾ ਹੀ ਹੈ। ਸਿਫਤੀ ਭਰੇ ਤੇਰੇ ਭੰਡਾਰਕ, ਮੈਂ ਤਾਂ ਜਿੰਨੀ ਕੁ ਮੇਰੀ ਮੱਤ ਹੈ ਉਦੋਂ ਮੱਤ ਦੇ ਨਾਲ ਤੇਰੀ ਵਡਿਆਈ ਕਰ ਰਿਹਾ, ਪਰ ਤੇਰੇ ਤਾਂ ਭੰਡਾਰੇ ਭਰੇ ਹੋਏ ਨੇ, ਉਹ ਭੰਡਾਰੇ ਜਿਨ੍ਹਾਂ ਦਾ ਗਿਆਨ ਹੀ ਸੰਸਾਰ ਦੇ ਉੱਤੇ ਜੀਵ ਨੂੰ ਨਹੀਂ ਪ੍ਰਾਪਤ ਹੁੰਦਾ। ਅਕਾਲ ਪੁਰਖ ਤੇਰੀ ਸਿਫਤ ਦੇ ਨਾਲ ਤੇਰੇ ਭੰਡਾਰੇ ਭਰੇ ਹੋਏ ਨੇ। ਜਿਸ ਤੂੰ ਦੇਹ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਨਿਰੰਕਾਰ ਜਿਹਦੇ ਉੱਤੇ ਆਪ ਦਇਆ ਕਰ ਦਿੰਦੇ ਹੋ, ਆਪ ਉਹਨਾਂ ਨੂੰ ਇਹ ਸਾਰੇ ਪਦਾਰਥ ਆਪ ਹੀ ਦੇ ਦਿੰਦੇ ਹੋ। ਸਤਿਗੁਰ ਆਪ ਦੀ ਕਿਰਪਾ ਤੋਂ ਬਗੈਰ ਕਿਸੇ ਨੂੰ ਪ੍ਰਾਪਤ ਹੋ ਵੀ ਨਹੀਂ ਸਕਦੇ। ਤੇ ਨਾਨਕ ਸੱਚ ਸਵਾਰਨ ਹਾਰਾ, ਗੁਰੂ ਨਾਨਕ ਨਿਰੰਕਾਰ ਕਹਿੰਦੇ ਨੇ ਉਹ ਅਕਾਲ ਪੁਰਖ ਹੀ ਹੈ ਜੀਵ ਦਾ ਜੀਵਨ ਸਵਾਰਨ ਵਾਲਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਉ,
ਆਖਣ ਔਖਾ ਸਾਚਾ ਨਾਉ। ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਵਾਰ ਦੀ ਫੇਰੀ ਕਰਕੇ ਆਏ ਨੇ ਤੇ ਆਪ ਭਾਈ ਬਾਲਾ ਜੀ ਦੇ ਜਿਹੜਾ ਚੰਦਰਭਾਨ ਜਿਸ ਦਾ ਨਾਮ ਸੀ ਉਹਦੇ ਖੂਹ ਤੇ ਆਣ ਕੇ ਬਹਿ ਗਿਆ ਤੇ ਇੱਧਰ ਆਪ ਰਾਏ ਭੋਜ ਦੀ ਤਲਵੰਡੀ ਦੇ ਵਿੱਚ ਇਹ ਸਾਰੀ ਗੱਲ ਫੈਲ ਗਈ ਇੱਕਦਮ ਕਿ ਨਾਨਕ ਨਿਰੰਕਾਰ ਇਸ ਵੇਲੇ ਚੰਦਰਭਾਨ ਦੇ ਖੂਹ ਦੇ ਉੱਤੇ ਬੈਠੇ ਨੇ। ਮਾਤਾ ਜੀ ਮਾਤਾ ਤ੍ਰਿਪਤਾ ਜੀ, ਪਿਤਾ ਕਾਲੂ ਜੀ, ਹੋਰ ਸੰਬੰਧੀ ਜਿਹੜੇ ਸੀ ਜਾਨ ਨਗਰ ਦੇ ਜਿਹੜੇ ਲੋਕ ਸਨ ਰਾਏ ਭੋਜ ਦੀ ਤਲਵੰਡੀ ਦੇ, ਇਹ ਸਾਰੇ ਬੜੇ ਕਾਹਲੀ ਕਾਹਲੀ ਜਾ ਕੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਉੱਥੋਂ ਲੈ ਕੇ ਘਰ ਆਏ। ਜਿਸ ਵੇਲੇ ਘਰ ਦੇ ਵਿੱਚ ਆਏ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਜਿੰਨਾ ਸਮਾਂ ਵੀ ਇਦੋਂ ਘਰ ਦੇ ਵਿੱਚ ਰਹੇ, ਸਤਿਗੁਰਾਂ ਨੇ ਇਕੱਲਿਆਂ ਬੈਠ ਕੇ ਹਰ ਵੇਲੇ ਉਹ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਜੁੜੇ ਰਹਿਣਾ। ਤੇ ਮਾਤਾ ਜੀ ਥੋੜੇ ਫਿਕਰਮੰਦ ਵੀ ਹੋ ਗਏ, ਇੱਥੇ ਵੈਦ ਵੀ ਸੱਦੇ ਗਏ ਵੀ ਨਾਨਕ ਜੀ ਤਾਂ ਕਿਸੇ ਦੇ ਨਾਲ ਗੱਲ ਵੀ ਨਹੀਂ ਕਰਦੇ, ਨਾਨਕ ਜੀ ਕਿਸੇ ਦੇ ਨਾਲ ਕੋਈ ਵਿਚਾਰ ਨਹੀਂ ਕਰਦੇ ਔਰ ਇੱਕ ਜਗ੍ਹਾ ਦੇ ਉੱਤੇ ਹੀ ਬੈਠੇ ਰਹਿੰਦੇ ਨੇ। ਤਾਂ ਇੱਕ ਦਿਨ ਮਾਤਾ ਜੀ ਹੁਣਾਂ ਨੇ ਪੁੱਛ ਲਿਆ ਵੀ ਪੁੱਤਰ ਜੀ ਤੁਸੀਂ ਨਾ ਤਾਂ ਬਹੁਤਾ ਕਿਸੇ ਨਾਲ ਗੱਲਬਾਤ ਕਰਦੇ ਹੋ, ਨਾ ਤੁਸੀਂ ਕਿਸੇ ਦੇ ਨਾਲ ਬਹੁਤਾ ਮਿਲਦੇ ਹੋ ਤੇ ਨਾ ਹੀ ਕੋਈ ਕੰਮ ਕਰਦੇ ਹੋ, ਕੀ ਗੱਲ ਹੋ ਗਈ ਬੇਟਾ, ਤੁਸੀਂ ਠੀਕ ਹੋ? ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਵੀ ਮੇਰਾ ਕਾਰਾਂ ਵਿਹਾਰਾਂ ਦੇ ਵਿੱਚ ਮਨ ਨਹੀਂ ਹੈ, ਵੀ ਮੈਂ ਤਾਂ ਉਹ ਅਕਾਲ ਪੁਰਖ ਦੇ ਨਾਮ ਨੂੰ ਪਰਮਾਤਮਾ ਦੀ ਸਿਫਤ ਦੇ ਵਿੱਚ ਇੱਕ ਸਵਾਸ ਵੀ ਵਿਰਥਾ ਨਹੀਂ ਜਾਣ ਦੇਣਾ ਚਾਹੁੰਦਾ। ਕਹਿੰਦੇ ਆਖਾਂ ਜੀਵਾਂ ਵਿਸਰੇ ਮਰ ਜਾਊਂ, ਜਦੋਂ ਮੈਂ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਨਾਮ ਦੇ ਨਾਲ ਜੁੜਿਆ ਹੁੰਨਾ ਮੇਰੀ ਮਾਏ, ਉਸ ਵੇਲੇ ਮੈਂ ਜੀਂਦਾ ਹਾਂ। ਤੇ ਜਿਸ ਵੇਲੇ ਉਹ ਮੇਰੇ ਕੋਲੋਂ ਨਾਮ ਵਿਸਰ ਜਾਂਦਾ ਨਾ, ਮੈਂ ਇਸ ਤਰ੍ਹਾਂ ਭਰਦਾ ਕਿ ਮੈਂ ਬਹੁਤ ਦੁਖੀ ਹੁੰਦਾ ਹਾਂ, ਬਹੁਤ। ਇੱਥੇ ਮਰ ਜਾਓ ਦਾ ਮਤਲਬ ਮੈਂ ਬਹੁਤ ਅਤ ਦਾ ਦੁਖੀ ਹੁੰਦਾ ਜਿਸ ਵੇਲੇ ਮੇਰੇ ਕੋਲੋਂ ਨਾਮ ਵਿਸਰ ਜਾਂਦਾ ਹੈ। ਤੇ ਨਾਲ ਮਹਾਰਾਜ ਕਹਿੰਦੇ ਵੇ ਆਖਣੇ ਔਖਾ ਸਾਚਾ ਨਾਮ, ਪਰਮਾਤਾ ਇਹ ਨਾਮ ਜਿਹੜਾ ਨਾ ਇਹਦੀ ਬੰਦਗੀ ਕਰਨੀ ਬਹੁਤ ਔਖੀ ਆ, ਬਹੁਤ ਔਖੀ। ਗੱਲਾਂ ਤਾਂ ਬਥੇਰੀਆਂ ਕਰ ਸਕਦੇ ਆ ਪਰ ਕਹਿੰਦੇ ਵੀ ਬਹੁਤ ਔਖਾ ਇਸ ਦਾ ਨਾਮ ਹੈ ਮਾਤਾ। ਆਖਣੇ ਔਖਾ ਸੁਣਨੇ ਔਖਾ, ਆਖਣ ਜਾਪੀ ਆਖ। ਕਹਿੰਦੇ ਇਹ ਨਾਮ ਦਾ ਬਿਆਨ ਕਰਨਾ, ਜਦੋਂ ਨਾਮ ਅੰਦਰੋਂ ਪ੍ਰਗਟ ਵੀ ਹੋ ਜਾਂਦਾ ਉਹ ਕਿਸੇ ਨੂੰ ਨਹੀਂ ਉਹਦਾ ਗਿਆਨ ਦਿੱਤਾ ਜਾਂਦਾ ਗੁਰਮੁਖ ਪਿਆਰਿਓ, ਪਰ ਇਹ ਬੰਦਗੀ ਕਰਨੀ ਪੈਣੀ ਆ, ਬੰਦਗੀ। ਤੇ ਅੱਜ ਦੇ ਸਮੇਂ ਦੇ ਵਿੱਚ ਵੀ ਮੇਰੇ ਨਾਲ ਤੇ ਮੈਂ ਪ੍ਰਤੱਖ ਰੂਪਾਂ ਦੇ ਵਿੱਚ ਦੇਖਿਆ, ਬੜੇ ਲੋਕ ਕਹਿੰਦੇ ਨੇ ਵੀ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਦੇ ਆਸਣਾਂ ਦਾ ਗਿਆਨ ਲੈਣਾ ਚਾਹੁੰਦੇ ਹਾਂ, ਬੜੇ ਕਹਿੰਦੇ ਨੇ ਵੀ ਅਸੀਂ ਉਸ ਦੀ ਬੰਦਗੀ ਕਰਨੀ ਚਾਹੁੰਦੇ ਹਾਂ, ਪਰ ਛੇਤੀ ਹੱਥ ਖੜੇ ਕਰ ਜਾਂਦੇ ਨੇ। ਉਹ ਵੀ ਭਾਵੇਂ ਕਿਸੇ ਰੂਪ ਦੇ ਵਿੱਚ ਹੋਣ, ਉਹ ਛੇਤੀ ਹੱਥ ਖੜੇ ਕਰ ਜਾਂਦੇ ਨੇ, ਕਹਿੰਦੇ ਵੀ ਇਹ ਕੰਮ ਬਹੁਤ ਮੁਸ਼ਕਲ ਹੈ। ਤੇ ਇੱਥੇ ਬੈਠੇ ਬੈਠੇ ਨੂੰ ਮੈਨੂੰ ਇੱਕ ਸਾਖੀ ਛੋਟੀ ਜਿਹੀ ਚਿੱਤੇ ਆ ਗਈ, ਤੁਸੀਂ ਸਾਰਿਆਂ ਨੇ ਸੁਣੀ ਹੋਣੀ ਆ, ਛੱਜੂ ਭਗਤ ਦੀ। ਇਹ ਛੱਜੂ ਭਗਤ ਜਿਹੜਾ ਹੋਇਆ ਨਾ, ਇਹ ਬੜਾ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਸੀ। ਇਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਰ ਇੱਕ ਨੂੰ ਅਕਾਲ ਪੁਰਖ ਦੀ ਬੰਦਗੀ ਦੇ ਨਾਲ ਜੋੜਦਾ ਹੁੰਦਾ ਸੀ। ਤਾਂ ਹੀ ਕਹਿੰਦੇ ਨਾ ਜੋ ਸੁਖ ਛੱਜੂ ਦੇ ਚਵਾਰੇ ਸੋ ਬਲਖ ਨਾ ਬਖਾਰੇ, ਕਹਾਵਤਾਂ ਬੜੀਆਂ ਹੋਈਆਂ ਨਾ ਇਹ ਸਾਰੀਆਂ। ਕੀ ਹੋਇਆ ਨਾ, ਇੱਕ ਵਾਰ ਬੜਾ ਮੀਂਹ ਪੈ ਰਿਹਾ ਸੀ ਤਾਂ ਜਿਹੜੇ ਰੋਜ਼ ਦੇ ਕਿਰਤੀ ਸਨ, ਜਿਨ੍ਹਾਂ ਨੇ ਦਿਹਾੜੀ ਲਾ ਕੇ ਕੁਝ ਕਮਾ ਕੇ ਲੈ ਕੇ ਆਉਣਾ ਹੁੰਦਾ ਸੀ, ਉਹਨਾਂ ਨੂੰ ਵਿਚਾਰਿਆਂ ਨੂੰ ਹੁਣ ਕੰਮ ਤੇ ਜਾਣ ਵਾਸਤੇ ਬੜੀ ਮੁਸ਼ਕਲ ਹੋਣ ਲੱਗ ਪਈ। ਕੋਈ ਕਿਸੇ ਜਗ੍ਹਾ ਦੇ ਉੱਤੇ ਕੰਮ ਵੀ ਪ੍ਰਾਪਤ ਨਾ ਉਹਨਾਂ ਨੂੰ ਹੋਵੇ। ਜਦੋਂ ਕੋਈ ਕੰਮ ਨਾ ਪ੍ਰਾਪਤ ਹੋਵੇ ਤਾਂ ਉਹਨਾਂ ਨੇ ਕੀ ਕੀਤਾ, ਮੀਂਹ ਵੀ ਬੜੇ ਜ਼ੋਰ ਦਾ ਪੈ ਰਿਹਾ, ਪਰ ਜਿਹੜਾ ਛੱਜੂ ਦਾ ਚਵਾਰਾ ਸੀ, ਛੱਜੂ ਦਾ ਘਰ ਸੀ, ਇਹਦੇ ਮੂਹਰੇ ਛੰਨ ਪਈ ਹੋਈ ਸੀ, ਉੱਥੇ ਆਣ ਕੇ ਖੜੇ ਹੋ ਗਏ। ਤੇ ਭਗਤ ਜੀ ਬਾਹਰ ਨਿਕਲੇ, ਆਖਣ ਲੱਗੇ ਵੀ ਭਾਈ ਕੀ ਗੱਲ ਹੋ ਗਈ, ਅੱਜ ਤੁਸੀਂ ਬੜੇ ਉਦਾਸ ਜਿਹਾ ਲੱਗਣੇ ਹੋ। ਆਖਣ ਲੱਗੇ ਮਹਾਰਾਜ ਕੀ ਕਰੀਏ, ਦਿਹਾੜੀ ਲਾ ਕੇ ਰੋਟੀ ਪਾਣੀ ਖਾਂਦੇ ਹਾਂ, ਦਿਹਾੜੀ ਲਾ ਕੇ ਕੁਝ ਨਾ ਕੁਝ ਬੱਚਿਆਂ ਦੇ ਮੂੰਹ ਦੇ ਵਿੱਚ ਬੁਰਕੀ ਪਾਉਂਦੇ ਹਾਂ, ਪਰ ਅੱਜ ਤਾਂ ਮੀਂਹ ਨੇ ਹੀ ਬਹੁਤ ਜ਼ਿਆਦਾ ਜ਼ੋਰ ਪਾਇਆ ਹੋਇਆ ਹੈ, ਪਰ ਅੱਜ ਲੱਗਦਾ ਕਿ ਸਾਡੇ ਕੋਲੋਂ ਕੁਝ ਨਹੀਂ ਕਮਾਈ ਕੀਤੀ ਜਾਣੀ। ਤੇ ਭਗਤ ਜੀ ਆਖਣ ਲੱਗੇ ਵੀ ਤੁਹਾਨੂੰ ਜਦੋਂ ਤੁਸੀਂ ਬਾਹਰ ਕਮਾਈ ਕਰਦੇ ਹੋ ਕੀ ਮਿਲਦਾ? ਆਖਣ ਲੱਗੇ ਜੀ 4 ਆਨੇ। ਤੇ ਭਗਤ ਜੀ ਕਹਿੰਦੇ ਆ ਜਾਓ ਤੁਸੀਂ ਮੇਰੇ ਕੋਲ, ਇੱਥੇ ਬੈਠ ਕੇ ਅੱਜ ਕਮਾਈ ਕਰ ਲਓ। ਜਿਹੜਾ ਕੰਮ ਮੈਂ ਤੁਹਾਨੂੰ ਕਹਾਂਗਾ ਉਹ ਕੰਮ ਤੁਸੀਂ ਕਰੋ, ਮੈਂ ਤੁਹਾਨੂੰ 8 ਆਨੇ ਦੇਵਾਂਗਾ, ਨਾਲ ਪ੍ਰਸ਼ਾਦਾ ਵੀ ਸੋਹਣਾ ਦੇਵਾਂਗੇ। ਸਾਖੀ ਤੁਸੀਂ ਪਹਿਲਾਂ ਵੀ ਸੁਣੀ ਹੋਣੀ ਆ, ਮੈਂ ਜਾਣ ਕੇ ਦੁਬਾਰਾ ਆਪਦੇ ਨਾਲ ਸਾਂਝੀ ਕਰਨ ਲੱਗਾ ਕਿ ਇਹਦੇ ਅੰਤਰ ਨੂੰ ਆਪਾਂ ਦੁਬਾਰਾ ਟੋੜੀਏ, ਕਿਉਂਕਿ ਆਪਾਂ ਸਾਖੀਆਂ ਸੁਣਦੇ ਬਹੁਤ ਆ, ਭੁੱਲ ਜਾਂਦੇ ਆ, ਵਿਸਾਰਤ ਨੇ ਆਪਣੇ ਮਨ ਦੇ ਉੱਤੋਂ।
ਪਰ ਇਹਨਾਂ ਦਾ ਸਾਡੇ ਉੱਤੇ ਅਸਰ ਹੋਣਾ ਚਾਹੀਦਾ ਹੈ। ਜੇ ਦੁਆ ਖਾਵਾਂਗੇ ਤਾਂ ਹੀ ਅਸਰ ਕਰੇਗੀ, ਜੇ ਮੂੰਹ ਦੇ ਵਿੱਚ ਪਾ ਕੇ ਥੁੱਕ ਦੇਵਾਂਗੇ ਨਾ, ਉਹਨੇ ਕੋਈ ਅਸਰ ਨਹੀਂ ਆਪਣੇ ਉੱਤੇ ਕਰਨਾ। ਸੋ ਜਿਸ ਲਈ ਕਹਿੰਦੇ ਠੀਕ ਹੈ ਵੀ ਤੁਸੀਂ 8 ਆਨੇ ਦੋਗੇ, ਠੀਕ ਹੈ। ਉਹਨਾਂ ਨੇ ਕੀ ਕੀਤਾ, ਜੁੱਤੇ ਸਾਰਿਆਂ ਨੂੰ ਕੱਲੇ ਕੱਲੇ ਨੂੰ ਬਾੜ ਲਿਆ ਤੇ ਉਹਨਾਂ ਨੇ ਹੱਥ 'ਚ ਮਾਲਾ ਦਿੱਤੀ, ਆਖਣ ਲੱਗੇ ਕਹੇ ਪ੍ਰਮਾਤਮਾ ਦਾ ਨਾਮ ਜਪੋ। ਅੱਜ ਜਿਹੜਾ ਉਸ ਵੇਲੇ ਦਾ ਪ੍ਰਚਲਿਤ ਮੰਤਰ ਸੀ ਉਹ ਸਾਰਾ ਮੰਤਰ ਬਖਸ਼ ਕੇ ਉਹਨਾਂ ਨੂੰ ਆਖਣ ਲੱਗਾ ਜਪੋ। ਕਹਿੰਦੇ ਕਿੰਨੇ ਘੰਟੇ? ਕਹਿੰਦੇ 8 ਘੰਟੇ। ਤੇ ਨਾ ਹਿੱਲਣਾ, ਇੱਕ ਆਸਣ ਬਹਿ ਕੇ, ਪ੍ਰਸ਼ਾਦਾ ਵੀ ਸੋਹਣਾ ਮਿਲੂਗਾ ਤੇ 8 ਆਨੇ ਵੀ ਮਿਲਣਗੇ। ਜਿਸ ਵੇਲੇ ਭਾਈ ਦਿਹਾੜੀ ਬੀਤ ਗਈ ਨਾ, ਇਹ ਸਾਰੇ ਉੱਠ ਕੇ ਭਗਤ ਜੀ ਦੇ ਕੋਲ ਆ ਗਏ, ਆਖਣ ਲੱਗੇ ਆ ਮਹਾਰਾਜ ਆਪਣੀ ਮਾਲਾ ਸੰਭਾਲੋ, ਅਸੀਂ ਭੁੱਖੇ ਰਹਿਣ ਨੂੰ ਤਿਆਰ ਹਾਂ ਪਰ ਸਾਡੇ ਕੋਲੋਂ ਇਹ ਨਾਮ ਨਹੀਂ ਜਪਿਆ ਜਾਂਦਾ। 8 ਘੰਟੇ ਬੈਠ ਕੇ ਤੇ ਗੁਰੂ ਕਹਿਣ ਡਿਆ ਆ ਵੀ ਉਹ ਸੋਵਤ ਜਾਗਤ ਹਰ ਵੇਲੇ ਉਹਦੇ ਨਾਮ ਦੇ ਨਾਲ, ਉਠਤ ਬੈਠਤ ਸੋਵਤ ਨਾਮ, ਕਹਿੰਦੇ ਹਰ ਵੇਲੇ ਨਾਮ ਉਹਦੀ ਸਤਿਗੁਰ ਦੀ ਵਡਿਆਈ ਦੇ ਵਿੱਚ ਜੁੜ ਜਾ, ਦਿਨ ਰਾਤ ਉਹਦੀ ਆਰਾਧਨਾ ਕਰ। ਤਾਂ ਇੱਥੇ ਤਾਂ ਜਦੋਂ 8 ਹੀ ਘੰਟੇ ਨਹੀਂ ਹੁੰਦੇ ਤਾਂ ਮੈਂ ਇਹ ਵੀ ਦੇਖਿਆ ਵੀ ਕਈ ਇੱਥੇ 2 ਘੰਟੇ ਵੀ ਨਹੀਂ ਕਰ ਸਕਦੇ ਹੈਗੇ। ਪਰ ਗੁਰਮੁਖੋ ਜੇ ਜੀਵਨ ਦੀ ਬਾਜੀ ਨੂੰ ਜਿੱਤਣਾ ਨਾ, ਇੱਥੋਂ ਵਡਿਆਈਆਂ ਹਾਸਲ ਕਰਕੇ ਨਿਰੰਕਾਰ ਦੇ ਦਰ ਤੇ ਜਾਣਾ, ਤੇ ਆਪਾਂ ਨੂੰ ਇਹ ਨਾਮ ਜਪਣਾ ਹੀ ਪੈਣਾ। ਇਸੇ ਕਾਰਨ ਕਰਕੇ ਅਸੀਂ ਆਪ ਜੀ ਦੀ ਸੇਵਾ ਦੇ ਵਿੱਚ ਬੈਠੇ ਹਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਤੁਹਾਡੇ ਅੰਦਰ ਉਹ ਚਿਰਾਗ ਜਗ ਪਵੇ ਬੰਦਗੀ ਦਾ ਕਿ ਤੁਸੀਂ ਆਏ ਹੋ। ਇੱਥੇ ਉਮਰ ਦਾ ਤਕਾਜ਼ਾ ਨਹੀਂ ਹੈ ਵੀ ਕੋਈ ਨਿੱਕਾ ਲੱਗਾ ਨਹੀਂ। ਕੋਈ ਕਈ ਮੈਨੂੰ ਇਹ ਵੀ ਮਿਲੇ ਨੇ, ਕਹਿੰਦੇ ਤਾਂ ਹੁਣ ਜੇ ਵੱਡੀ ਉਮਰ ਹੋ ਗਈ ਮੋਹਲੀ ਵਾਲੀ ਜਦੋਂ ਆਏ ਫੇਰ ਹੀ ਨਾਮ ਜਪਾਂਗੇ, ਜਿੱਦਾਂ ਕਿਤੇ ਲਿਖਾ ਕੇ ਆਏ ਹੁੰਦੇ ਵੀ ਮੁੜ ਕੇ ਮੈਨੂੰ ਖਾਦੇ ਹੀ ਸਾਨੂੰ ਪ੍ਰਾਪਤ ਹੋਣੀ। ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਕਹਾਂ ਜਾ ਕੇ ਇੱਕ ਹੋਰ ਵੀ ਕਿਤੇ ਜਦੋਂ ਗੁਰੂ ਨੇ ਚੇਤਾ ਕਰਾਇਆ ਸਾਖੀ ਸਾਂਝੀ ਕਰਾਂਗੇ। ਪਰ ਨਾਮ ਜਪੇ ਤੋਂ ਬਗੈਰ, ਬੰਦਗੀ ਤੋਂ ਬਗੈਰ ਇੱਥੇ ਭਾਈ ਸਾਡਾ ਪਾਰ ਉਤਾਰਾ ਨਹੀਂ ਹੋਣਾ। ਤੇ ਇਸੇ ਤਰ੍ਹਾਂ ਕਰੀ ਕਲਗੀਧਰ ਪਾਤਸ਼ਾਹ ਦੇ ਕੋਲ ਇੱਕ ਬਾਹਮਣ ਆ ਗਿਆ, ਪੰਡਤ ਘੁੰਮਦਾ ਸੀ ਆਪਣੇ ਆਪ ਨੂੰ, ਤੇ ਆਖਣ ਲੱਗਾ ਮਹਾਰਾਜ ਜੀ ਵੀ ਸਾਡੇ ਤੇ ਕਿਰਪਾ ਕਰੋ, ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਕੋਈ ਐਸਾ ਕੰਮ ਦੱਸੋ ਜਿਸ ਕੰਮ ਦੇ ਵਿੱਚ ਬਹੁਤਾ ਮਹਿੰਗਾ ਨਾ ਹੋਵੇ, ਬਹੁਤਾ ਮੁਸ਼ਕਲ ਨਾ ਹੋਵੇ ਤੇ ਕਮਾਈ ਵੀ ਚੰਗੀ ਹੋ ਜਾਵੇ। ਜਿਸ ਵੇਲੇ ਉਹ ਸਤਿਗੁਰ ਸੱਚੇ ਪਾਤਸ਼ਾਹ ਆਖਣ ਲੱਗੇ, ਕਹਿੰਦੇ ਵੀ ਠੀਕ ਹੈ ਵੀ ਭਾਈ ਕੀ ਕਰਨਾ ਚਾਹੁੰਦੇ ਹੋ? ਤੇ ਆਖਣ ਲੱਗੇ ਵੀ ਜੋ ਵੀ ਤੁਸੀਂ ਕਹੋਗੇ ਅਸੀਂ ਉਹ ਕਰਨ ਨੂੰ ਤਿਆਰ ਹਾਂ, ਪਰ ਸਾਨੂੰ ਵਸਤਰ ਵੀ ਅੱਛੇ ਮਿਲਣੇ ਚਾਹੀਦੇ, ਭੋਜਨ ਵੀ ਅੱਛਾ ਮਿਲਣਾ ਚਾਹੀਦਾ, ਤੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਕੁਛ ਮਾਇਆ ਦਾ ਵੀ ਜੇ ਗੱਫਾ ਮਿਲ ਜਾਇਆ ਕਰੇ। ਸਤਿਗੁਰ ਕਹਿੰਦੇ ਠੀਕ ਹੈ ਭਾਈ, ਤੁਸੀਂ ਏਦਾਂ ਕਰੋ ਜਿਹੜਾ ਕੰਮ ਅਸੀਂ ਤੁਹਾਨੂੰ ਕਹਾਂਗੇ ਤੁਸੀਂ ਕਰਨਾ ਸ਼ੁਰੂ ਕਰ ਦਿਓ, ਨਾਲੇ ਤੁਹਾਡੀ ਵਡਿਆਈ ਸੰਸਾਰ ਦੇ ਉੱਤੇ ਹੋਣੀ ਸ਼ੁਰੂ ਹੋ ਜਾਊਗੀ। ਆਖਣ ਲੱਗੇ ਠੀਕ ਹੈ। ਤਾਂ ਉਹਨਾਂ ਨੇ ਭਾਈ ਆਲਮ ਸਿੰਘ ਨੂੰ ਆਖਿਆ, ਆਖਣ ਲੱਗੇ ਜਾਓ ਇਹਨਾਂ ਨੂੰ ਲੈ ਜਾਓ ਕਿਤੇ ਜਗ੍ਹਾ ਦੇ ਉੱਤੇ ਨਾ, ਇਕਾਂਤ ਵਹਾ ਕੇ ਨਾ ਸਾਰਿਆਂ ਨੂੰ ਰਾਮ ਦਾ ਨਾਮ ਜਪਾਓ। ਤੇ ਭਾਈ ਆਲਮ ਸਿੰਘ ਜੀ ਉਹਨੇ ਜਿਸ ਜਾ ਕੇ ਚਲੇ ਗਏ, ਥੋੜੇ ਥੋੜੇ ਫਾਸਲੇ ਦੇ ਹੱਥ ਵੀ ਕਿਤੇ ਗੱਲਾਂ ਹੀ ਨਾ ਕਰਦੇ ਰਹਿਣ, ਨਹੀਂ ਉਹ ਗੱਲਾਂ ਹੀ ਨਾ ਕਰਦੇ ਰਹਿਣ, ਤੇ ਉਹਨਾਂ ਨੂੰ ਭਾਲ ਦਿੱਤਾ। ਆਖਣ ਲੱਗੇ ਚਲੋ ਬਈ ਜਪੋ ਰਾਮ ਦਾ ਨਾਮ। ਕਹਿੰਦੇ ਜੀ ਕਿੰਨੇ ਘੰਟੇ? ਕਹਿੰਦੇ ਸ਼ੁਰੂ ਤਾਂ ਕਰੋ ਵੀ ਦੇਖ ਲਾਂਗੇ ਕਿੰਨੇ ਘੰਟੇ। ਜਦੋਂ ਸਾਰੀ ਦਿਹਾੜੀ ਬੀਤੀ ਨਾ, ਉਹਨਾਂ ਨੂੰ ਵਸਤਰ ਵੀ ਸੋਹਣੇ ਮਿਲ ਗਏ, ਭੋਜਨ ਵੀ ਬੜਾ ਸੋਹਣਾ ਸਤਿਗੁਰਾਂ ਨੇ ਉਹਨਾਂ ਨੂੰ ਦਿੱਤਾ, ਤੇ ਮਾਇਆ ਵੀ ਦਿੱਤੀ ਉਹਨਾਂ ਨੂੰ, ਸੋਨੇ ਦੀਆਂ ਮੋਹਰਾਂ ਦਿੱਤੀਆਂ। ਤਾਂ ਉਹ ਸਤਿਗੁਰ ਸੱਚੇ ਪਾਤਸ਼ਾਹ ਦੇ ਕੋਲੋਂ ਇਹ ਦਾਤਾ ਲੈ ਕੇ ਮੁੜ ਗਿਆ, ਹੱਥ ਜੋੜ ਕੇ ਖੜਿਆ, ਆਖਣ ਕੇ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਨਹੀਂ ਵਡਿਆਈ ਕਰਾਉਣੀ, ਇਹ ਕੰਮ ਬਹੁਤ ਔਖਾ, ਬਹੁਤ ਔਖਾ। ਔਰ ਇਹ ਬਿਲਕੁਲ ਸਤਿਗੁਰ ਸੱਚੇ ਪਾਤਸ਼ਾਹ ਨੇ ਮੋਹਰ ਲਾ ਦਿੱਤੀ ਇਹਦੇ ਉੱਤੇ। ਤੇ ਮੈਂ ਵਾਰ-ਵਾਰ ਆਖਦਾ, ਇਹ ਕਮਾਈ ਕਰਨੀ ਤੇ ਆਪਣੇ ਆਪ ਨੂੰ ਮਾਰ ਕੇ ਕਮਾਈ ਕਰਨੀ ਪੈਂਦੀ ਹੈ, ਆਪਣੇ ਆਪ ਨੂੰ ਮਾਰ ਕੇ। ਮੇਰੇ ਬੜੇ ਦੋਸਤ ਨੇ ਮੈਨੂੰ ਕਹਿੰਦੇ ਬਾਬਾ ਇਹ ਤੁਹਾਨੂੰ ਹੀ ਸੋਭਦੀ ਆ। ਭਾਈ ਅਸੀਂ ਤੁਹਾਡੇ ਚਰਨਾਂ ਦੇ ਵਿੱਚੋਂ ਸਾਰੀਆਂ ਦਾਤਾਂ ਪ੍ਰਾਪਤ ਕੀਤੀਆਂ ਨੇ ਨਿਰੰਕਾਰ ਦੀ ਕਿਰਪਾ ਦੇ ਨਾਲ। ਅਸੀਂ ਕਮਾਈ ਕੋਈ ਨਹੀਂ ਕਰਦੇ, ਅਸੀਂ ਤਾਂ ਗੱਲੀ ਬਾਤੀ ਕੰਮ ਸਾਰਨ ਕਰਨ ਵਾਲੇ ਆ। ਪਰ ਜੇ ਤੁਹਾਡੀ ਕਿਰਪਾ ਹੋਗੀ ਤਾਂ ਹੋ ਸਕਦਾ ਵੀ ਅਸੀਂ ਦੋਨੋਂ ਆਪਣਾ ਜੀਵਨ ਇਹ ਸੰਸਾਰ ਤੋਂ ਸਫਲ ਕਰਕੇ ਨਿਰੰਕਾਰ ਦੇ ਦਰ ਦੇ ਵਿੱਚ ਜਾ ਕੇ ਜਨਮ ਮਰਨ ਦਾ ਗੇੜ ਖਤਮ ਕਰ ਲਵਾਂਗੇ। ਪਰ ਜਾਣਦਾ ਉਹ ਹੀ ਅਕਾਲ ਪੁਰਖ ਸੱਚੇ ਪਾਤਸ਼ਾਹ ਹੈ। ਸੋ ਆਓ ਮਹਾਰਾਜ ਸੱਚੇ ਪਾਤਸ਼ਾਹ ਇਹ ਜਿਹੜਾ ਫਰਮਾਨ ਕਰਦੇ ਨੇ ਕਿ ਆਖਣ ਔਖਾ ਸਾਚਾ ਨਾਉ, ਇਹ ਅਕਾਲ ਪੁਰਖ ਆਪਣੀ ਮਾਤਾ ਜੀ ਨੂੰ ਗਿਆਨ ਦਿੰਦੇ ਨੇ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਦੁਖ। ਮਾਤਾ ਮੇਰਾ ਪ੍ਰਸ਼ਾਦਾ ਛਕਣ ਨੂੰ ਨਹੀਂ ਮਨ ਕਰਦਾ, ਮੇਰਾ ਪ੍ਰਸ਼ਾਦਾ ਛਕਣ ਨੂੰ ਚਿੱਤ ਨਹੀਂ ਕਰਦਾ, ਮੇਰਾ ਜਲ ਛਕਣ ਨੂੰ ਵੀ ਚਿੱਤ ਨਹੀਂ ਕਰਦਾ, ਕਿਉਂਕਿ ਮੈਨੂੰ ਸੱਚੇ ਨਾਮ ਦੀ ਹੀ ਭੁੱਖ ਲੱਗੇ। ਪਰ ਜਿਨ੍ਹਾਂ ਨੂੰ ਸੱਚੇ ਨਾਮ ਦੀ ਭੁੱਖ ਲੱਗਣੀ ਸ਼ੁਰੂ ਹੋ ਗਈ, ਉਹ ਫਿਰ ਜਨਮ ਮਰਨ ਦੇ ਜਿਹੜੇ ਵੱਡੇ ਦੁੱਖ ਨੇ ਉਹਨਾਂ ਨੂੰ ਖਤਮ ਕਰਕੇ ਚਲ ਜਾਂਦੇ ਨੇ। ਭਗਤ ਕਬੀਰ ਜੀ ਨੇ ਇੱਕ ਜਗ੍ਹਾ ਦੇ ਉੱਤੇ ਗੱਲ ਕਰ ਦਿੱਤੀ ਨਾ, ਆਖਣ ਲੱਗੇ ਰਾਮ ਰਾਏ ਇੱਕ ਦੁੱਖ ਕਾਟੋ ਮੇਰਾ,
ਤੇ ਅਕਾਲ ਪੁਰਖ ਆਖਣ ਲੱਗ ਗਏ ਨਾ, ਕਬੀਰ ਜੀ ਅਸੀਂ ਤਾਂ ਤੁਹਾਡੇ ਸਾਰੇ ਹੀ ਦੁੱਖ ਦੂਰ ਕਰ ਦਿੱਤੇ ਨੇ, ਤੁਹਾਨੂੰ ਤਾਂ ਦੁੱਖ ਕੋਈ ਨਹੀਂ, ਪਰ ਬਾਣੀ ਦਾ ਗਿਆਨ ਆਪਾਂ ਨੂੰ ਦੇ ਰਹੇ ਨੇ, ਭੁੱਲਿਆ ਹੁਣ ਲੋਕਾਂ ਨੂੰ। ਤੇ ਆਖਣ ਲੱਗੇ ਕਬੀਰ ਜੀ ਕਿਹੜਾ ਦੁੱਖ ਤੁਹਾਡਾ ਕਹੀਏ? ਕਹਿੰਦੇ ਅਗਨ ਦਹੇ ਔਰ ਗਰਭ ਬਸੇਰਾ, ਕਹਿੰਦੇ ਵਾਰ ਵਾਰ ਮਹਾਰਾਜ ਜਨਮ ਮਰਨ ਦੇ ਵਿੱਚ ਆਉਨੇ ਹਾਂ, ਮਾਂ ਦੇ ਜਿਹੜੇ ਭਿਆਨਕ ਆਗਿਆ ਰੁਦਰ ਦੇ ਵਿੱਚ ਉਹ ਵੀ ਸਾਨੂੰ ਬਹੁਤ ਤੰਗ ਕਰਦੀ ਹੈ, ਨਰਕਾਂ ਤੋਂ ਵੀ ਮਾੜੀ ਹੈ, ਉਹਦਾ ਵੀ ਖੇਡ ਖਤਮ ਕਰ ਦਿਓ। ਤੇ ਵਾਰ ਵਾਰ ਜਿਹੜੀ ਲੱਕੜਾਂ ਦੀ ਸੇਜ ਦੇ ਉੱਤੇ ਬਾਹ ਵਿਛਾ ਕੇ ਸਾਨੂੰ ਅੱਗ ਲਾ ਦਿੰਦੇ ਨਾ, ਇਹ ਵੀ। ਤੇ ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਉਤ ਭੂਖੇ ਖਾਏ ਚਲੀਏ ਦੁੱਖ, ਇਹ ਵੱਡਾ ਦੁੱਖ, ਹੋਰ ਨਿੱਕੇ ਨਿੱਕੇ ਦੁੱਖ ਨੇ। ਦੁੱਖ ਤਾਂ ਤਿੰਨਾਂ ਚੀਜ਼ਾਂ ਨੂੰ ਹੁੰਦੇ ਨੇ, ਪਰ ਇਹ ਦੁੱਖ ਜਿਹੜਾ ਵੱਡਾ ਸਾਰਾ ਜਨਮ ਮਰਦਾ ਇਹ ਕਹਿੰਦੇ ਉਹ ਵੀ ਖਤਮ ਨਿਰੰਕਾਰ ਕਰ ਦਿੰਦੇ ਨੇ। ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ। ਕਹਿੰਦੇ ਹੁਣ ਦੱਸ ਮੇਰੀ ਮਾਂ, ਮੈਂ ਕਿੱਦਾਂ ਉਹ ਪ੍ਰੀਤਮ ਨੂੰ ਭੁੱਲ ਜਾਵਾਂ, ਜਿਹੜਾ ਸੱਚਾ ਅਕਾਲ ਪੁਰਖ ਹੈ, ਨਿਰੰਕਾਰ ਹੈ, ਜਿਹੜਾ ਸਾਰੀਆਂ ਦਾਤਾਂ ਦਾ ਮਾਲਕ ਹੈ, ਤੇ ਸੱਚਾ ਹੀ ਉਸ ਦਾ ਨਾਮ ਹੈ। ਉਹ ਨਾਮ ਦੇ ਨਾਲ ਮੈਂ ਵੱਡੇ ਦੁੱਖ ਨੂੰ ਕੱਟ ਸਕਦਾ, ਮੈਂ ਕਿੱਦਾਂ ਭੁੱਲ ਜਾਵਾਂ। ਰਹਾਓ ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਮਾਤਾ ਬੜੇ ਲੋਕ ਇਦੂ ਸੰਸਾਰ ਦੇ ਉੱਤੇ ਆ ਕੇ ਉਹਦਾ ਆਦ ਅੰਤ ਪਾਉਣ ਦੀ ਕੋਸ਼ਿਸ਼ ਕੀਤੀ, ਉਹਦੇ ਸਰੂਪਾਂ ਦੀ ਗੱਲ ਕੀਤੀ। ਅੱਜ ਵੀ ਮੈਂ ਕਈਆਂ ਨੂੰ ਜਾਣਦਾ ਕਹਿੰਦੇ ਅਸੀਂ ਅਕਥ ਦੀ ਕਥਾ ਕਰਦੇ ਹਾਂ। ਅਕਥ ਦੀ ਕਥਾ ਕੋਈ ਨਹੀਂ ਕਰ ਸਕਦਾ, ਵੀ ਜਿਹੜੀ ਗੁਰਬਾਣੀ ਹੈ ਨਿਰੰਕਾਰ ਦੇ ਸਹੀ ਅਰਥ ਨਿਰੰਕਾਰ ਹੀ ਖੁਦ ਕਰ ਸਕਦਾ। ਆਪਾਂ ਮਿਹਨਤ ਕਰਦੇ ਹਾਂ, ਕਾਮ ਕ੍ਰੋਧ ਲੋਭ ਹੰਕਾਰ ਤੋਂ। ਤਾਂ ਹੀ ਤੁਹਾਨੂੰ ਰੋਜ਼ ਬੇਨਤੀ ਕਰੀਦੀ ਵੀ ਸਾਡੇ ਲਈ ਅਰਦਾਸ ਕਰੋ ਵੀ ਇਹ ਕਿਤੇ ਅੰਦਰ ਹਉਮੈ ਨਾ ਕਿਸੇ ਤਰ੍ਹਾਂ ਦੇ ਆਣ ਕੇ ਘਰ ਕਰ ਜਾਵੇ। ਸਾਡਾ ਕੀਤਾ ਕਰਾਇਆ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਨੂੰ ਪ੍ਰਵਾਨ ਨਾ ਹੋਵੇ, ਤੇ ਗੁਰੂ ਕੀ ਸੰਗਤ ਨੂੰ ਪ੍ਰਵਾਨ ਨਾ ਹੋਵੇ। ਤੇ ਮਹਾਰਾਜ ਇੱਥੇ ਬੇਸਾ ਐਨ ਇਸ ਨੂੰ ਨਿਰੰਤਰ ਇਹਦਾ ਗਿਆਨ ਦਿੰਦੇ ਨੇ ਕਿ ਸਾਚੇ ਨਾਮ ਕੀ ਤਿਲਵੜਾਈ। ਬੜੇ ਇੱਥੇ ਸੰਸਾਰ ਦੇ ਉੱਤੇ ਆਏ ਜਿਨ੍ਹਾਂ ਨੇ ਆਣ ਕੇ ਇਸ ਅਕਾਲ ਪੁਰਖ ਦਾ ਆਦਿ ਅੰਤ ਦੱਸਣ ਦੀ ਕੋਸ਼ਿਸ਼ ਕੀਤੀ, ਪਰ ਇੱਕ ਤਿਲ ਮਾਤਰ ਵੀ ਉਸ ਦਾ ਗਿਆਨ ਨਹੀਂ ਦੇ ਸਕੇ ਵੀ ਉਹ ਕਿਸ ਰੂਪ ਦਾ ਹੈ। ਇੱਕ ਤਿਲ ਮਾਤਰ ਵੀ ਉਹਦੀ ਕੀਮਤ ਨਹੀਂ ਇਹ ਪਾ ਸਕੇ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਕਾਟ ਨਾ ਜਾਏ। ਮਾਤਾ ਸਾਰੇ ਤਿੰਨੇ ਹੀ ਭਵਨ ਇਕੱਠੇ ਹੋ ਕੇ ਉਸ ਦੀ ਵਡਿਆਈ ਕਰਨ, ਪਰ ਫਿਰ ਵੀ ਉਸ ਦੀ ਕੀਮਤ ਨਹੀਂ ਪਾਈ ਜਾ ਸਕਦੀ, ਉਸ ਦਾ ਗਿਆਨ ਹਾਸਲ ਨਹੀਂ ਹੋ ਸਕਦਾ। ਤੇ ਕਹਿੰਦੇ ਉਹ ਇਦੂ ਰੂਪ ਦੇ ਵਿੱਚ ਹੈ ਕਿ ਵੱਡਾ ਨਾ ਹੋਵੇ ਘਾਟ ਨਾ ਜਾਏ। ਮਾਤਾ ਬੜੇ ਨੇ ਉਹਦੀ ਪ੍ਰਮਾਤਮਾ ਦੀ ਵਡਿਆਈ ਦੇ ਵਿੱਚ ਉਸਤਤ ਦੇ ਵਿੱਚ ਬੈਠੇ ਹੋਏ ਨੇ, ਤੇ ਬੜੇ ਨੇ ਜਿਹੜੀ ਉਹਦੀ ਨਿੰਦਿਆ ਕਰਨ ਨੂੰ ਜੁੜੇ ਹੋਏ ਨੇ। ਤੇ ਅੱਜ ਵੀ ਜਦੋਂ ਤੁਸੀਂ ਕਿਸੇ ਗੱਲ ਕਰੋਗੇ ਕਹਿੰਦੇ ਨੇ ਗੁਰਬਾਣੀ ਜਿਹੜੀ ਆ ਇਹ ਲਿਖਣ ਰੂਪ ਦੇ ਵਿੱਚ ਹੈ, ਇਹਦੇ ਵਿੱਚ ਹੋਰ ਪ੍ਰਾਪਤੀ ਕੋਈ ਨਹੀਂ। ਏਡੇ ਤਗੜੇ ਅਕਿਰਤ ਘਣ ਤੁਹਾਨੂੰ ਬੰਦੇ ਬਣਨਗੇ, ਗੁਰਬਾਣੀ ਤੇ ਵੀ ਸ਼ੰਕਾ ਕਰੀ ਜਾਣ ਰਹੇ ਨੇ। ਪਰ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਤਾਂ ਇਦਾਂ ਦਾ ਹੈ, ਜਿੰਨੇ ਮਰਜ਼ੀ ਲੋਕ ਉਹਦੀ ਸਿਫਤ ਕਰੀ ਜਾਣ, ਜਿੰਨੇ ਉਸ ਨੂੰ ਮਾੜਾ ਕਹੀ ਜਾਣ, ਉਹ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਕੋਈ ਫਰਕ ਨਹੀਂ ਪੈਂਦਾ। ਜਿਹਨੇ ਐਸਾ ਸਤਿਗੁਰ ਸਾਧਨਾ ਪਾਇਆ ਤੇ ਹਰ ਦਰਗਾਹ ਕਾਢੇ ਮਾਰੀ, ਤੇ ਨਰ ਨਿੰਦਕ ਸੋਭ ਨਾ ਪਾਵੇ, ਤਿੰਨ ਨੱਕ ਕਟੇ ਸਿਰਜਣਹਾਰੀ। ਕਹਿੰਦੇ ਜਿਹੜੇ ਉਹਦੀ ਨਿੰਦਿਆ ਦੇ ਵਿੱਚ ਜੁੜੇ ਹੋਏ ਨੇ ਉਹਨਾਂ ਨੂੰ ਸਤਿਗੁਰ ਇਦੂ ਰੂਪ ਦੇ ਵਿੱਚ ਬਣਾ ਦਿੰਦਾ ਨਾ। ਤੇ ਫਿਰ ਗੁਰੂ ਕਲਗੀਧਰ ਪਾਤਸ਼ਾਹ ਵੀ ਕਿਰਪਾ ਕਰਦੇ ਨੇ, ਜਿਮੀ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਵਾਢ ਹੈ, ਨਾ ਘਾਟ ਵੱਧ ਹੋਦਾ। ਉਹ ਇੱਕੋ ਹੀ ਸਰਬ ਵਿਆਪਕ ਨਿਰੰਕਾਰ ਹਰ ਜਗ੍ਹਾ ਦੇ ਉੱਤੇ ਇੱਕੋ ਰੂਪ ਦੇ ਵਿੱਚ ਹੈ। ਉਹ ਨਾ ਵੱਡਾ ਹੁੰਦਾ ਨਾ ਘਟਦਾ ਹੈ। ਨਾ ਉਹ ਮਰੈ ਨਾ ਹੋਵੇ ਸੋਗ, ਦੇਦਾ ਰਹਿ ਨਾ ਝੂਕੈ ਭੋਗ। ਉਹ ਤਾਂ ਇੰਨਾ ਦਿਆਲੂ ਹੈ ਮੇਰੀ ਮਾਂ, ਨਾ ਉਹ ਮਰਦਾ ਤੇ ਨਾ ਉਹ ਜੰਮਦਾ, ਤੇ ਉਹ ਉਸ ਨੂੰ ਕਿਸੇ ਤਰ੍ਹਾਂ ਦਾ ਫਿਕਰ ਵੀ ਕੋਈ ਨਹੀਂ। ਸੋਗ ਕਹਿੰਦੇ ਫਿਕਰ ਨੂੰ, ਉਦਾਸੀ ਨੂੰ ਵੀ ਕਹਿੰਦੇ, ਨਾ ਉਹਨੂੰ ਕੋਈ ਉਦਾਸੀ ਹੁੰਦੀ ਹੈ ਤੇ ਨਾ ਹੀ ਉਹਨੂੰ ਕਿਸੇ ਤਰ੍ਹਾਂ ਦਾ ਫਿਕਰ ਹੈ। ਮਰੇ ਨਾ ਹੀ ਸਦ ਹੀ ਜੀਵੈ, ਅਮਰ ਪਿਆ ਅਬਨਾਸੀ ਥੀਵੈ। ਉਹ ਅਕਾਲ ਪੁਰਖ ਅਬਨਾਸੀ ਹੈ, ਜਿਹੜਾ ਨਾਸ਼ ਤੋਂ ਰਹਿਤ ਹੈ, ਕਾਲ ਦੇ ਤੇ ਸਮੇਂ ਦੇ ਅਧੀਨ ਨਹੀਂ ਹੈ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਮੇਰੀ ਮਾਤਾ ਉਹ ਤਾਂ ਇਦਾਂ ਦਾ ਸਮਰੱਥ ਨਿਰੰਕਾਰ ਸੱਚੇ ਪਾਤਸ਼ਾਹ ਹੈ, ਉਹ ਸਾਰਿਆਂ ਨੂੰ ਦਾਤਾਂ ਦੇਈ ਜਾ ਰਿਹਾ। ਕੋਈ ਮਾੜਾ ਕਹੇ ਜਾਂ ਕੋਈ ਚੰਗੀ ਕਹੀ ਜਾਵੇ, ਉਹਦੇ ਜਿਹੜੇ ਭੋਗ ਪਦਾਰਥ ਨੇ, ਉਹਦੇ ਜਿਹੜੇ ਖਜ਼ਾਨੇ, ਉਹ ਕਦੀ ਵੀ ਖਾਲੀ ਨਹੀਂ ਹੁੰਦੇ, ਸਦਾ ਭਰਪੂਰ ਰਹਿੰਦੇ ਨੇ।
ਉਹਦਾ ਖਜ਼ਾਨਾ ਕਦੀ ਮੁੱਕਦਾ ਨਹੀਂ। ਇਹੀ ਉਹਦਾ ਗੁਣ ਹੈ। ਗੁਣ ਇਹੀ, ਹੋਰ ਨਾ ਹੀ ਕੋਈ। ਇਹੀ ਉਹਦੀ ਵੱਡਾ ਗੁਣ ਹੈ ਕਿ ਉਹ ਸਾਰਿਆਂ ਨੂੰ ਇੱਕ ਰੂਪ ਦੇ ਵਿੱਚ ਹੀ ਦੇਖ ਰਿਹਾ ਹੈ, ਇੱਕੋ ਰੂਪ ਦੇ ਵਿੱਚ। ਇਹ ਅਕਾਲ ਪੁਰਖ ਨਿਰੰਕਾਰ ਦਾ ਸਭ ਤੋਂ ਵੱਡਾ ਗੁਣ ਹੈ ਕਿ ਉਹ ਕਿਸੇ ਨੂੰ ਨਾ ਡਰਾਉਂਦਾ ਤੇ ਨਾ ਕਿਸੇ ਤੋਂ ਡਰਦਾ। ਸਭ ਦੇ ਉੱਤੇ ਕਿਰਪਾ ਕਰਕੇ ਦਾਤਾਂ ਦੇਈ ਜਾਂਦਾ, ਤੇ ਨਾ ਹੀ ਉਹਦੇ ਵਰਗਾ ਕੋਈ ਹੋਇਆ ਤੇ ਨਾ ਹੀ ਕਦੀ ਉਹਦੇ ਵਰਗਾ ਕੋਈ ਹੋਰ ਅੱਗੇ ਹੋਵੇਗਾ। ਜੇ ਵਡ ਆਪ ਤੇ ਵਡ ਤੇਰੀ ਦਾਤ, ਜਿਨ ਦਿਨ ਕਰ ਕੈ ਕੀਤੀ ਰਾਤ। ਮਾਤਾ ਜਿੱਡਾ ਵੱਡਾ ਉਹ ਪਰਮੇਸ਼ਰ ਆਪ ਅਕਾਲ ਪੁਰਖ ਹੈ, ਉੱਡੀ ਵੱਡੀ ਹੀ ਉਹਦੀ ਦਾਤ ਹੈ। ਤੇ ਹੁਣ ਉਹਦੀ ਦਾਤ ਕਿਹੜੀ ਹੈ? ਨਾਲ ਹੀ ਮਹਾਰਾਜ ਨੇ ਜਵਾਬ ਦਿੱਤਾ, ਜਿਨ ਦਿਨ ਕਰਕੇ ਕੀਤੀ ਰਾਤ। ਕਹਿੰਦੇ ਜਿਸ ਪਰਮੇਸ਼ਰ ਨੇ ਇਸ ਸੰਸਾਰ ਦੇ ਜੀਵ ਪੈਦਾ ਕੀਤੇ, ਉਹਨਾਂ ਨੂੰ ਦਿਨ ਦੇ ਦਿੱਤਾ, ਰੋਸ਼ਨੀ ਦੇ ਦਿੱਤੀ, ਰੋਸ਼ਨੀ ਵਾਲਾ ਸਮਾਂ ਦੇ ਦਿੱਤਾ ਕਿ ਇਹਦੇ ਵਿੱਚ ਉਹ ਆਪਣੇ ਸਾਰੇ ਕਾਰ ਵਿਹਾਰ ਕਰ ਲੈਣ, ਵੀ ਨਾਲ ਪਰਮਾਤਮਾ ਦੇ ਨਾਲ ਮਨ ਨੂੰ ਜੋੜ ਕੇ ਰੱਖਣ। ਹੱਥ ਪਾਉ ਦੋਏ ਕਾਮਕਾਰ ਚੀਤ ਨਰੰਜਨ ਨਾਲ ਵਾਲੀ ਵਿਰਤੀ ਉਹ ਬਣਾ ਲੈਣ। ਤਾਂ ਕਹਿੰਦੇ ਫਿਰ ਉਹਨੇ ਹੀ ਰਾਤ ਵੀ ਬਣਾ ਦਿੱਤੀ, ਹਨੇਰਾ ਬਣਾ ਦਿੱਤਾ। ਭਈ ਹਨੇਰੇ ਦੇ ਵਿੱਚ ਉਹ ਆਪਣੇ ਇਹ ਆਰਾਮ ਵੀ ਕਰ ਲੈਣ, ਉਹ ਆਪਣੇ ਪਰਿਵਾਰ ਦੇ ਵਿੱਚ ਬਹਿ ਕੇ ਆਰਾਮਦੇਹੀ ਕਰਕੇ ਆਰਾਮ ਕਰ ਲੈਣ। ਇਸ ਕਰਕੇ ਇਹ ਵੱਡੀ ਉਹਦੀ ਦਾਤ ਹੈ ਕਿ ਉਸ ਅਕਾਲ ਪੁਰਖ ਨੇ ਦਿਨ ਰੋਸ਼ਨੀ ਬਣਾਈ ਤੇ ਰਾਤ ਹਨੇਰੀ ਬਣਾਈ। ਖਸਮ ਵਿਸਾਰੈ ਤੇ ਕਮ ਜਾਤ, ਨਾਨਕ ਨਾਵੈ ਬਾਜ ਸਨਾਤ। ਮੇਰੀ ਮਾਤਾ ਐਸੇ ਲੋਕ ਨੇ ਇਦੂ ਸੰਸਾਰ ਦੇ ਉੱਤੇ ਜਿਹੜੇ ਉਹਨੂੰ ਭੁੱਲ ਜਾਂਦੇ ਨੇ, ਪਰ ਉਹਨਾਂ ਨੂੰ ਉਹ ਕਮਜਾਤਾਂ ਵਰਗੇ ਬਣ ਜਾਂਦੇ ਨੇ। ਕਮਜਾਤ ਕਹਿੰਦੇ ਨੇ ਜਿਹੜੇ ਆਖੇ ਲੱਗਣ ਵਾਲੀ ਬੱਚੀ ਨਾ ਹੋਵੇ, ਜਾਂ ਜਿਹੜੀ ਸੁਹਾਗਣ ਨਾ ਹੋਵੇ, ਮਨ ਮਤ ਕਰਦੇ ਮਗਰ ਲੱਗੀ ਹੋਵੇ, ਉਹਨੂੰ ਕਮਜਾਤ ਕਹਿੰਦੇ ਨੇ। ਇਹ ਵੈਸੇ ਮਤਾਵਾਂ ਗਾਲ ਵੀ ਕੱਢ ਦਿੰਦੀਆਂ ਹੁੰਦੀਆਂ ਸਨ, ਹੈ ਕਮਜਾਤ ਜਿਹੀ ਨਾ ਹੋਵੇ ਤਾਂ ਆਖੇ ਨਹੀਂ ਲੱਗਦੀ, ਕੋਈ ਕੰਮ ਕਰਕੇ ਰਾਜੀ ਨਹੀਂ, ਜਿਹੜੀ ਕਿ ਨਿਉਣ, ਜਿਹੜੀ ਕਿ ਆਪਣੇ ਆਪ ਨੂੰ ਨੀਵਾਂ ਨਾ ਬਣਾਵੇ, ਉਸ ਨੂੰ ਕਮਜਾਤ ਆਖਿਆ ਹੈ। ਕਹਿੰਦੇ ਵੀ ਉਹ ਮਨਮੁਖਾਂ ਵਾਲਾ ਜੀਵਨ ਤ੍ਰਿਗ ਸੰਸਾਰ ਦੇ ਉੱਤੇ ਪ੍ਰਾਪਤ ਕਰਦੇ ਨੇ, ਜਿਹੜੇ ਉਹਨਾਂ ਨੂੰ ਵਿਸਰ ਜਾਂਦੇ ਨੇ। ਨਾਨਕ ਨਾਵੇ ਵਾਜ ਸਨਾਬ। ਗੁਰੂ ਨਾਨਕ ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਨਾਮ ਤੋਂ ਵਾਂਝੇ ਨੇ, ਸਨਾਤ ਕਹਿੰਦੇ ਨੇ ਭੂਤਨਿਆਂ ਨੂੰ। ਆ ਜਿਹੜੀਆਂ ਗੁਪਤ ਰੂਹਾਂ ਤੁਰੀਆਂ ਫਿਰਦੇ ਨੇ ਭੂਤਨੇ, ਕਹਿੰਦੇ ਉਹ ਨਾ ਭੂਤਨਿਆਂ ਦੇ ਬਰੋਬਰ ਹਨ। ਰਾਗ ਗੁਜਰੀ ਮਹਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੂੰ ਗੁਰ ਪਾਸ। ਇਹਦੀ ਉਥਾਨਕਾ ਸਿਆਣਿਆਂ ਨੇ ਬਹੁਤ ਵੱਡੀ ਲੰਬੀ ਲਿਖੀ, ਮੈਂ ਇਹਦੇ ਵਿੱਚ ਛੋਟੀ ਜਿਹੀ ਇੱਕ ਕਰਕੇ। ਜਦੋਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਅਜੇ ਸੇਵਾ ਦੇ ਵਿੱਚ ਨੇ, ਗੋਇੰਦਵਾਲ ਸਾਹਿਬ ਦੇ ਵਿੱਚ, ਹੁਣ ਉੱਥੇ ਸੇਵਾ ਦੇ ਵਿੱਚ ਲੱਗੇ ਹੋਏ ਨੇ, ਤੇ ਜਿਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਦਾ ਵਿਆਹ ਹੋਣ ਲੱਗਾ, ਜਦੋਂ ਵਿਆਹ ਹੋਣ ਲੱਗਾ ਨਾ, ਤੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਪੁੱਛਿਆ ਗਿਆ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਣ ਲੱਗੇ ਤੁਸੀਂ ਸੋਢੀ ਵੰਸ਼ ਦੇ ਵਿੱਚ ਹੋ, ਹੁਣ ਪੁਰਖਾ ਦੱਸ ਤੈਨੂੰ ਕੀ ਚਾਹੀਦਾ, ਕੀ ਤੈਨੂੰ ਅਸੀਂ ਦਈਏ ਦਾਜ ਵੱਲੋਂ ਜਾਂ ਕਿਸੇ ਹੋਰ ਰੂਪ ਦੇ ਵਿੱਚੋਂ, ਦੱਸ ਕਿਹੜੀ ਚੀਜ਼ ਤੂੰ ਮੰਗੇਗਾ। ਕਿਹੜੀ ਜਿਹੜੀ ਚੀਜ਼ ਤੂੰ ਮੰਗੇਗਾ ਜੇ ਤੈਨੂੰ ਅਸੀਂ ਉਹ ਦੇ ਦੇਣੀ ਆ, ਭਈ ਮੰਗ ਜ਼ਰੂਰ। ਤੇ ਹੁਣ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਮਿਹਰ ਕਰਦੇ ਨੇ, ਹੱਥ ਜੋੜ ਕੇ ਖੜ ਜਾਂਦੇ ਨੇ ਉੱਥੇ। ਹੁਣ ਉਹ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਹੱਥ ਜੋੜ ਕੇ ਖੜ ਕੇ ਇਹ ਰੂਪ 'ਚ ਨਹੀਂ ਦੇਖਦੇ ਕਿ ਇਹ ਮੇਰੇ ਸਹੁਰੇ ਨੇ, ਉਹ ਉੱਥੇ ਗੁਰੂ ਦੇ ਰੂਪ ਦੇ ਵਿੱਚ ਹੀ ਦੇਖਦੇ ਨੇ। ਬੜੀਆਂ ਸਾਖੀਆਂ ਨੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀਆਂ, ਇਹ ਗੋਇੰਦਵਾਲ ਸਾਹਿਬ ਦੇ ਵਿੱਚ ਜੋ ਜੋ ਰਹਿਮਤਾਂ ਕੀਤੀਆਂ, ਤੇ ਸਭ ਤੋਂ ਵੱਡੀ ਰਹਿਮਤ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਅੰਮ੍ਰਿਤਸਰ ਉਹ ਜਿਹੜਾ ਸਤਿਗੁਰਾਂ ਨੇ ਸਰੋਵਰ ਬਣਾ ਕੇ ਵਿੱਚ ਬੈਠ ਕੇ ਅਕਾਲ ਪੁਰਖ ਨਿਰੰਕਾਰ ਦਾ ਗਿਆਨ ਦੇ ਕੇ ਜੋਤ ਜਗਾਈ। ਅੱਜ ਉਹਨੂੰ ਅਸੀਂ ਸੱਚਖੰਡ ਕਹਿੰਦੇ ਹਾਂ। ਅੱਜ ਅਸੀਂ ਉਸ ਅਕਾਲ ਪੁਰਖ ਦੇ ਸਥਾਨ ਦੇ ਉੱਤੇ ਇਸ਼ਨਾਨ ਕਰਕੇ ਆਪਣੇ ਜੀਵਨ ਨੂੰ ਉਜਲਾ ਤੇ ਸੁੱਚਾ ਬਣਾ ਕੇ ਆਉਂਦੇ ਹਾਂ। ਤੇ ਇੱਥੇ ਵੀ ਗੁਰੂ ਰਾਮਦਾਸ ਜਿਹੜੇ ਕਿ ਨਿਮਰਤਾ ਦੇ ਪੁੰਜ ਨੇ, ਨਿਮਰਤਾ ਦੇ ਭੰਡਾਰੇ ਨੇ, ਉਹ ਕਹਿੰਦੇ ਨੇ ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨਿਓ ਕਰਿਓ ਗੁਰ ਪਾਸ। ਕਹਿੰਦੇ ਹੇ ਅਕਾਲ ਪੁਰਖ ਹਰੀ ਜਨ ਸੰਸਾਰ ਦੇ ਮਾਲਕ ਨਿਰੰਕਾਰ,
ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਕਹਿ ਰਹੇ ਨੇ ਭਈ ਸਤਿਪੁਰਖੋ, ਜਿਹੜੇ ਸੰਸਾਰ ਨੂੰ ਤਾਰਨ ਵਾਲੇ ਤੁਸੀਂ ਹੋ, ਮੇਰੀ ਇੱਕ ਬੇਨਤੀ ਆਪ ਜੀ ਦੇ ਚਰਨਾਂ ਦੇ ਵਿੱਚ ਹੈ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪਰਗਾਸ। ਮਾਲਕ ਤੁਸੀਂ ਕਹਿ ਰਹੇ ਹੋ ਵੀ ਕੁਛ ਮੰਗ ਲਾ, ਪਰ ਮੈਂ ਕਹਾਂ ਕੀ ਹਾਂ। ਹੁਣ ਕਿਹੜੇ ਰੂਪ 'ਚ ਉੱਥੇ ਬੇਨਤੀ ਕਰਦੇ ਆ ਸਤਿਗੁਰੂ ਨੂੰ। ਅਸੀਂ ਤਾਂ ਕਈ ਵਾਰੀ ਹੈਂਕੜ ਦੇ ਵਿੱਚ ਆ ਜਾਂਦੇ, ਕਿਹੜੀ ਕਿਸ ਤਰ੍ਹਾਂ ਬੇਨਤੀ ਕਰਦੇ। ਕਹਿੰਦੇ ਹਮ ਕੀੜੇ ਨਿਰੰਕਾਰ ਕਿਰਮ, ਅਸੀਂ ਕੀੜਿਆਂ ਤੋਂ ਵੀ ਛੋਟੇ, ਉਹ ਕਿਰਮ ਹੁੰਦੇ ਨੇ ਜਿਹੜੇ ਨਹੀਂ ਦੇਖੇ ਜਾ ਸਕਦੇ। ਕਹਿੰਦੇ ਅਸੀਂ ਉਹ ਤੇਰੀ ਸ਼ਰਨ ਦੇ ਵਿੱਚ ਮੈਂ ਆ ਕੇ ਡਿੱਗ ਪਿਆ ਹਾਂ, ਉਹ ਬਣ ਕੇ ਹੁਣ ਮੇਰੇ ਤੇ ਕਿਰਪਾ ਕਰ। ਜੇ ਤੁਸੀਂ ਦਿਆਲਤਾ ਦੇ ਵਿੱਚ ਆਏ ਹੋ, ਜੇ ਰਹਿਮਤ ਕਰਨ ਲੱਗੇ ਹੋ, ਤਾਂ ਮੇਰੇ ਅੰਦਰ ਨਾਮ ਦਾ ਪ੍ਰਗਾਸ ਕਰ ਦੇਵੋ। ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪਰਗਾਸ। हे ਮੇਰੇ ਅਸਲੀ ਮਿੱਤਰ ਦੋਸਤ ਗੁਰੂ ਨਿਰੰਕਾਰ ਮਿਹਰਬਾਨ ਪਿਤਾ, ਮੇਰੇ ਤੇ ਕਿਰਪਾ ਕਰ ਦਿਓ, ਮੇਰੇ ਅੰਦਰ ਉਹ ਅਕਾਲ ਪੁਰਖ ਨਿਰੰਕਾਰ ਦੇ ਨਾਮ ਦਾ ਪ੍ਰਕਾਸ਼ ਕਰ ਦੇਵੋ। ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ। ਨਿਰੰਕਾਰ ਸੱਚੇ ਪਾਤਸ਼ਾਹ ਜੀ, ਗੁਰਮਤਿ ਨਾਮ ਉਹ ਆਪ ਜੀ ਦੇ ਵੱਲੋਂ ਬਖਸ਼ਿਸ਼ ਕੀਤਾ ਹੋਇਆ ਨਾਮ ਹੀ ਮੇਰੇ ਪ੍ਰਾਣਾਂ ਦਾ ਸਖਾ, ਮੇਰੇ ਪ੍ਰਾਣਾਂ ਦਾ ਮਿੱਤਰ ਬਣ ਜਾਣਾ ਹੈ। ਨਿਰੰਕਾਰ ਹਰ ਕੀਰਤ ਹਮਰੀ ਰਹਿ ਰਾਸ। ਔਰ ਇਹ ਸਾਡੀ ਅਰਜ਼ੋਈ ਤੇਰੇ ਚਰਨਾਂ ਦੇ ਵਿੱਚ। ਰਹਿ ਰਾਸ ਦਾ ਮਤਲਬ ਹੁੰਦਾ ਪ੍ਰਾਰਥਨਾ, ਤੇ ਰਹਿ ਰਾਸ ਦਾ ਨਾਮ ਇਸ ਕਰਕੇ ਸ਼ਾਮ ਨੂੰ ਆਪਾਂ ਕਹਿੰਦੇ ਕਿ ਰਹਿ ਰਾਸ ਸਾਹਿਬ, ਕਿ ਸੰਧਿਆ ਵੇਲੇ ਅਕਾਲ ਪੁਰਖ ਸਤਿਗੁਰ ਦੀ ਵਡਿਆਈ ਦੇ ਵਿੱਚ ਜੁੜਨਾ। ਇਹ ਸ਼ਬਦ ਰਹਿ ਰਾਸ ਦੇ ਨੇ ਸਾਰੇ। ਵਡਿਆਈ ਦੇ ਵਿੱਚ ਜੁੜਨਾ, ਉਹਦੀ ਸਿਫਤ ਦੇ ਵਿੱਚ ਜਾਣਾ, ਉਹਦੇ ਅੰਦਰ ਮੋਰੇ ਅਰਜ਼ੋਈਆਂ ਕਰਨੀਆਂ। ਭਈ ਨਿਰੰਕਾਰ ਸਾਰੇ ਦਿਨ ਦੇ ਵਿੱਚ ਜਾਣੇ ਅਣਜਾਣੇ ਪਤਾ ਨਹੀਂ ਕਿੰਨੀਆਂ ਕੁ ਭੁੱਲਾਂ ਕਰ ਦਿੱਤੀਆਂ ਨੇ, ਕਿੰਨੇ ਕੁ ਅਸੀਂ ਪਾਪ ਕਮਾ ਲਏ ਨੇ। ਗੁਰਮੁਖ ਵੀ ਇਹੀ ਕਹਿੰਦਾ, ਹੈ ਅਕਾਲ ਪੁਰਖ, ਇਹ ਮੇਰੀ ਆਪ ਜੀ ਦੇ ਚਰਨਾਂ ਦੇ ਵਿੱਚ ਪ੍ਰਾਰਥਨਾ ਹੈ। ਇਹ ਮਿਹਰਬਾਨ, ਮੈਨੂੰ ਹਰ ਕੀਰਤ ਤੇਰੀ ਕਿਰਪਾ ਦੇ ਨਾਲ ਮੇਰੀ ਮਤ ਉੱਚੀ ਬਣਾ ਦੇ। ਮੈਂ ਜਿਹੜੀ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਾਂ, ਪ੍ਰਾਰਥਨਾ ਕਰ ਸਕਾਂ। ਰਹਾਉ ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਨਿਰੰਕਾਰ ਆਪ ਜੀ ਦੀ ਕਿਰਪਾ ਦੇ ਨਾਲ ਜਿਹੜੇ ਜਨਮ ਤੁਹਾਡੇ ਚਰਨਾਂ ਦੇ ਵਿੱਚ ਆ ਜਾਂਦੇ ਨੇ, ਜਿਨ੍ਹਾਂ ਦੇ ਉੱਤੇ ਆਪ ਜੀ ਦੀ ਕਿਰਪਾ ਹੋ ਜਾਂਦੀ, ਬਖਸ਼ਿਸ਼ ਹੋ ਜਾਂਦੀ, ਉਹਨਾਂ ਦੇ ਭਾਗ ਤਾਂ ਬਹੁਤ ਵੱਡੇ ਬਣ ਜਾਂਦੇ, ਉਹ ਵਡਭਾਗੀ ਬਣ ਜਾਂਦੇ ਨੇ ਸਤਿਗੁਰ। ਉਹ ਤੇਰੇ ਦਰ ਤੋਂ ਅਨੇਕਾਂ ਤਰ੍ਹਾਂ ਦੀਆਂ ਪਦਵੀਆਂ ਹਾਸਲ ਕਰ ਲੈਂਦੇ ਨੇ, ਜਿਨ੍ਹਾਂ ਨੂੰ ਹਰ ਵੇਲੇ ਆਪ ਜੀ ਦੇ ਚਰਨਾਂ ਦੇ ਨਾਲ ਉਹਨਾਂ ਦਾ ਧਿਆਨ ਜੁੜਿਆ ਰਹੇ, ਆਪ ਜੀ ਦੇ ਉੱਤੇ ਸ਼ਰਧਾ ਵੱਜੀ ਰਹੇ, ਦਰ ਦਰ ਦੇ ਉੱਤੇ ਭਟਕਣਾ, ਤੇ ਉਹਨਾਂ ਨੂੰ ਤੇਰੇ ਨਾਮ ਦੀ ਪਿਆਸ ਲੱਗੀ ਰਹੇ। ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ, ਮਿਲ ਸੰਗਤ ਗੁਣ ਪਰਦਾਸ। ਨਿਰੰਕਾਰ ਸੱਚੇ ਪਾਤਸ਼ਾਹ ਜੀ, ਤੇਰੇ ਨਾਮ ਦੀ ਕਿਰਪਾ ਦੇ ਨਾਲ ਹੀ ਮੈਂ ਤ੍ਰਿਪਤ ਹੋ ਸਕਦਾ ਹਾਂ, ਤੇ ਉਸ ਤਰ੍ਹਾਂ ਦੀ ਸੰਗਤ ਮੈਨੂੰ ਦੇ ਦੇ, ਜਿਸ ਸੰਗਤ ਦੇ ਵਿੱਚ ਬੈਠ ਕੇ ਮੈਨੂੰ ਵੀ ਸ਼ੁਭ ਗੁਣ ਕਰਨ ਦੀ ਜਾਚ ਆ ਜਾਵੇ, ਸ਼ੁਭ ਗੁਣ ਮੇਰੇ ਅੰਦਰ ਪ੍ਰਕਾਸ਼ ਹੋ ਜਾਵਣ। ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਨਿਰੰਕਾਰ ਸੱਚੇ ਪਾਤਸ਼ਾਹ ਜੀ, ਜਿਹੜੇ ਆਪ ਜੀ ਦੇ ਨਾਮ ਤੋਂ ਵਾਂਝੇ ਰਹਿ ਗਏ, ਜਿਹੜੇ ਅੱਜ ਵੀ ਕਹਿੰਦੇ ਆਪਣੇ ਆਪ ਦੇ ਵਿੱਚ ਹੀ ਤੁਰੇ ਫਿਰਦੇ ਨੇ। ਕੋਈ ਕਹਿੰਦਾ ਮੈਂ 27 ਪਿੰਡਾਂ ਦਾ ਚੌਧਰੀ ਹਾਂ, ਕੋਈ ਆਣ ਕੇ ਕਿਸੇ ਹੋਰ ਰੂਪ ਦੇ ਵਿੱਚ ਦਾਤੂ ਵਰਗਿਆਂ ਤਾਂ ਮਹਾਰਾਜ ਦੇ ਲੱਤਾਂ ਮਾਰ ਦਿੱਤੀਆਂ ਆਣ ਕੇ। ਕਹਿੰਦੇ ਇਹ ਜਿਹੜੇ ਬੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ, ਇਹ ਭਾਗਹੀਣ ਨੇ, ਇਹਨਾਂ ਦੇ ਕਰਮ ਜਿਹੜੇ ਨੇ ਇਹ ਸ਼ੁਭ ਬਣ ਨਹੀਂ ਸਕਦੇ। ਕਹਿੰਦੇ ਅੰਤ ਦੇ ਤਾਂ ਇਹਨਾਂ ਨੂੰ ਜਮਾਂ ਦੇ ਕੋਲ ਖੜਨਾ ਪੈਣਾ, ਜਮਰਾਜ ਦੇ ਕੋਲ ਜਾ ਕੇ ਇਹਨਾਂ ਨੂੰ ਹਿਸਾਬ ਕਿਤਾਬ ਹੋਣਾ, ਔਰ ਇਹ ਨਰਕਾਂ ਦੇ ਭਾਗੀ ਬਣਨੇ ਨੇ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੈ ਤ੍ਰਿਗ ਜੀਵਾਸ। ਸਤਿਗੁਰ ਸੱਚੇ ਪਾਤਸ਼ਾਹ ਜੀ, ਮੈਂ ਤਾਂ ਆਪ ਜੀ ਦੇ ਕੋਲੋਂ ਨਾਮ ਮੰਗ ਰਿਹਾ ਹਾਂ ਕਿ ਸਾਰੇ ਸੰਸਾਰ ਨੂੰ ਜਿਹੜਾ ਤੁਸੀਂ ਨਾਮ ਦੇ ਕੇ ਉਹਨਾਂ ਦਾ ਜੀਵਨ ਸਫਲ ਕਰ ਰਹੇ ਹੋ, ਪਰ ਜਿਹੜੇ ਅਜੇ ਵੀ ਇਸ ਨਾਮ ਤੋਂ ਵਾਂਝੇ ਨੇ, ਅਜੇ ਵੀ ਆਪ ਦੀ ਸ਼ਰਨ ਦੇ ਵਿੱਚ ਆਣ ਕੇ ਨਹੀਂ ਡਿਗੇ, ਕਹਿੰਦੇ ਉਹਨਾਂ ਦਾ ਇਦੂ ਸੰਸਾਰ ਦੇ ਉੱਤੇ ਜੀਣਾ ਤ੍ਰਿਗ ਹੈ,
ਤੇ ਉਹਨਾਂ ਦਾ ਜੀਵਨ ਦਾ ਸਮਾਂ ਵੀ ਤ੍ਰਿਗ ਹੈ। ਕਹਿੰਦੇ ਨੇ ਬਿਨ ਸੰਗਤੀ ਸਭ ਐਸੇ ਰਹਿ ਹੈ, ਜੈਸੇ ਪਸ ਢੋਰ, ਜਿਨ ਕੀਤੇ ਤਿਸ ਨ ਜਾਣੀ, ਬਿਨ ਨਾਮੇ ਸਭ ਚੋਰ। ਜਿਨੀ ਐਸਾ ਸਤਿਗੁਰ ਸਾਧ ਨ ਪਾਇਆ, ਤੇ ਤ੍ਰਿਗ ਤ੍ਰਿਗ ਨਰ ਜੀਵਾਈਆ। ਕਹਿੰਦੇ ਤ੍ਰਿਗ ਦਾ ਮਤਲਬ ਮੈਂ ਪੰਜਾਬੀ ਦੇ ਵਿੱਚ ਹੁਣ ਦੱਸਾਂ ਵੀ ਜਦੋਂ ਕਈ ਵਾਰ ਨਾ ਮਤਾਵਾਂ ਕਹਿੰਦੀਆਂ ਨੇ ਫਿਟੇ ਮੂੰਹ ਤੇਰਾ, 100 ਵਾਰ ਫਿਟੇ ਮੂੰਹ ਤੇਰਾ ਕਹਿਣ ਦੇ ਨਾਲ ਇੱਕ ਤ੍ਰਿਗ ਬਣਦਾ। ਇਹ ਜਾਣੀ ਕਿ ਅੱਜ ਤਾਂ ਹੋਰ ਬਹੁਤ ਭੈੜੀਆਂ ਭੈੜੀਆਂ ਗਾਲਾਂ ਕੱਢਣ ਲੱਗ ਪਏ, ਪਰ ਇਹ ਭਾਵੇਂ ਇਸ ਤਰ੍ਹਾਂ ਰੂਪ ਦੇ ਵਿੱਚ ਸਾਨੂੰ ਸਿਆਣਪ ਹੋ ਜਾਂਦੀ ਸੀ ਵੀ ਸਾਨੂੰ ਤਾੜਨਾ ਮਿਲ ਰਹੀ ਆ, ਤੇ ਮਹਾਰਾਜ ਇੱਥੇ ਵੀ ਸਾਨੂੰ ਤਾੜਨਾ ਦੇ ਰਿਹਾ ਵੀ ਤੇਰਾ ਜੀਵਨ ਵਿਅਰਥ ਹੈ। ਉਹਨਾਂ ਦਾ ਕਹਿੰਦੇ ਜਿਹੜੇ ਅਜੇ ਸਤਿਗੁਰ ਦੀ ਸ਼ਰਨ ਦੇ ਵਿੱਚ ਨਹੀਂ ਆਏ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ। ਨਿਰੰਕਾਰ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੂੰ ਆਪ ਜੀ ਦੀ ਸੰਗਤ ਪ੍ਰਾਪਤ ਹੋ ਗਈ, ਉਹਨਾਂ ਦੇ ਕਰਮ ਸ਼ੁਭ ਹੋ ਗਏ। ਤੇ ਦੂਸਰੇ ਇਹਦੇ ਅਰਥ ਨੇ ਆਪ ਦੀ ਸੰਗਤ ਉਹਨਾਂ ਨੂੰ ਹੀ ਪ੍ਰਾਪਤ ਹੋ ਸਕਦੀ ਜਿਹੜੇ ਧੁਰੋਂ ਦਰਗਾਹ ਤੋਂ ਆਪਣੇ ਮੱਥੇ ਦੇ ਉੱਤੇ ਲੇਖ ਲਿਖਾ ਕੇ ਆਏ ਹਨ। ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਸਤਿਗੁਰ ਜੀ ਧੰਨ ਹੋ ਧੰਨ ਹੋ ਧੰਨ ਹੋ, ਆਪ ਜੀ ਦੀ ਸੰਗਤ ਵੀ ਧੰਨ ਹੈ ਜਿਨ੍ਹਾਂ ਨੇ ਹਰੀ ਦਾ ਨਾਮ ਪ੍ਰਾਪਤ ਕਰਕੇ ਤੇਰਾ ਅੰਮ੍ਰਿਤ ਵਰਗਾ ਜਿਹੜਾ ਅੰਦਰੋਂ ਅੰਮ੍ਰਿਤ ਪ੍ਰਗਟ ਕਰ ਲਿਆ, ਅੰਮ੍ਰਿਤ ਦਾ ਰਸ ਪ੍ਰਾਪਤ ਕਰ ਲਿਆ। ਮਿਲ ਜਨ ਨਾਨਕ ਨਾਮ ਪ੍ਰਗਾਸ, ਕਹਿੰਦੇ ਉਹਨਾਂ ਦੇ ਨਾਲ ਮਿਲ ਕੇ ਗੁਰੂ ਨਾਨਕ ਨਿਰੰਕਾਰ ਕਹਿੰਦੇ ਨੇ ਵੀ ਅੰਦਰ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ। ਰਾਗ ਗੂਜਰੀ ਮਹੱਲਾ ਪੰਜਵਾਂ। ਕਾਹੇ ਰੇ ਮਨ ਚਿਤਵਹਿ ਉਦਮ, ਜਾਂ ਆਹਰ ਹਰ ਜੀਉ ਪਰਿਆ। ਇੱਥੇ ਸਤਿਗੁਰ ਸੱਚੇ ਪਾਤਸ਼ਾਹ ਦੇ ਜਿਸ ਲਈ ਇਹ ਸ਼ਬਦ ਉਚਾਰਨ ਕੀਤਾ, ਉਹ ਨਿਰੰਕਾਰ ਨੇ ਭਾਈ ਗੁਰਦਾਸ ਜੀ ਨੂੰ ਸੰਬੋਧਨ ਕੀਤਾ। ਇੱਥੇ ਇੱਕ ਇਹ ਵੀ ਇਹਦੀ ਉਥਾਨਕਾ ਬਣਦੀ ਹੈ। ਦੂਸਰੀ ਸਾਰੇ ਸੰਸਾਰ ਨੂੰ ਕਹਿੰਦੇ ਨੇ ਕਾਹੇ ਰੇ ਮਨ ਚਿਤਵੈ ਉਦਮ, ਤੂੰ ਕਾਜ ਕਿਸ ਕਾਰਨ ਕਰਕੇ ਪਾਈ, ਤੂੰ ਕਿਉਂ ਆਪਣੇ ਆਪ ਨੂੰ ਸਿਰਫ ਖਾਣ ਪੀਣ ਦੇ ਉਦਮ ਵਿੱਚ ਹੀ ਵੱਜਿਆ ਹੋਇਆ ਹੈ। ਤੇਰੀ ਖਾਤਰ ਤੈਨੂੰ ਖਾਣ ਪੀਣ ਜੀਵਨ ਦੀਆਂ ਦਾਤਾਂ ਦੇਣ ਵਾਸਤੇ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਆਪ, ਉਹਨਾਂ ਨੂੰ ਫਿਕਰ ਹੈ ਤੇਰੇ ਵਾਸਤੇ। ਤੂੰ ਕਾਹਦੀ ਫਿਕਰਾਂ ਦੀਆਂ ਸੋਚਾਂ ਦੇ ਵਿੱਚ ਰਹਿੰਦਾ ਹੈ? ਤੂੰ ਕਾਹਦੀ ਇਸ ਉਦਾਸੀ ਦੇ ਵਿੱਚ ਹਾਂ ਕਿ ਤੈਨੂੰ ਇਹ ਤੇਰਾ ਮਨ ਕਿਉਂ ਉਦਾਸ ਰਹਿੰਦਾ ਵੀ ਮੈਂ ਕਿਹੜਾ ਕੰਮ ਕਰਾਂ ਜਿਹਦੇ ਨਾਲ ਇਹ ਮੇਰੇ ਮਨ ਦੇ ਵਿੱਚ ਜਿਹੜਾ ਸਾਡਾ ਜੀਵਨ ਦਾ ਨਿਰਵਾਹ ਕਰਨ ਵਾਲੀਆਂ ਵਸਤੂਆਂ ਨੇ ਉਹ ਪ੍ਰਾਪਤ ਹੋ ਜਾਵਣ। ਪਰ ਇਹ ਤਾਂ ਸਾਰਾ ਕਹਿੰਦੇ ਫਿਕਰ ਉਹਨੂੰ ਹੈ, ਅਕਾਲ ਪੁਰਖ ਨੂੰ। ਆਹਾਰ ਸਭ ਕਰਦਿਆਂ ਫਿਰ ਆਹਾਰ ਇੱਕ ਨਾ ਹੋਏ, ਨਾਨਕ ਜਿਤ ਆਹਾਰ ਜਗ ਉਤਰੇ ਵਿਰਲਾ ਬੁਝੇ ਕੋਏ। ਪਰ ਨੱਠੇ ਸਾਰੇ ਪੈਂਦੇ ਨੇ, ਮੈਂ ਵੀ ਤੁਹਾਡੇ ਵਿੱਚੋਂ ਹੀ ਹਾਂ। ਦਿਨ ਰਾਤ ਲੱਖ ਤੋੜ ਰਹੇ ਨੇ, ਕਮਾਈਆਂ ਕਰ ਲੈ ਵੀ ਸਾਡੇ ਨਿਆਣੇ ਜਿਹੜੇ ਨਾ ਜਾਂ ਸਾਡੇ ਸਾਖ ਸੰਬੰਧੀ ਜਾਂ ਸਾਨੂੰ ਵਡੇਪੇ ਦੇ ਵਿੱਚ ਸਾਨੂੰ ਸੁੱਖ ਮਿਲੂਗਾ, ਕਹਿੰਦੇ ਨਹੀਂ। ਪਰ ਜਿੰਨਾ ਮਰਜ਼ੀ ਆਹਾਰ ਕਰ ਲਿਓ, ਜਿਹੜਾ ਸਹੀ ਆਹਾਰ ਜਿਹੜਾ ਨੰਗ ਕਰਦਾ ਉਹ ਹੈ ਉਹ ਨਾਮ ਜਪਣ ਦਾ। ਕਹਿੰਦੇ ਇਹ ਸਹੀ ਆਹਾਰ ਦੇ ਵਿੱਚ ਲੱਗ ਜਾ। ਸੈਲ ਪੱਥਰ ਮਹਿ ਜੰਤ ਉਪਾਏ, ਤਾਂ ਕਾ ਰਿਜਕ ਆਗੈ ਕਰ ਧਰਿਆ। ਉਹ ਜੀਵ ਭਾਈ ਗੁਰਦਾਸ ਜੀ ਨੂੰ ਕਹਿੰਦੇ ਨੇ ਵੀ ਉਹ ਤਾਂ ਅਕਾਲ ਪੁਰਖ ਏਡਾ ਸਮਰੱਥ ਹੈ ਵੀ ਉਹ ਪੱਥਰਾਂ ਦੇ ਵਿੱਚ ਕੀੜਿਆਂ ਨੂੰ ਵੀ ਭੋਜਨ ਦਿੱਤਾ ਹੋਇਆ ਹੈ। ਹੁਣ ਇਹ ਅਖੀਰਲੇ ਸ਼ਬਦ ਦੀ ਆਪ ਜੀ ਦੇ ਨਾਲ ਵਿਆਖਿਆ ਕਰਨੀ ਹੈ, ਤੇ ਇਹਦੇ ਵਿੱਚ ਮੈਂ ਇਹ ਜਿਹੜੀਆਂ ਜਦੋਂ ਪਹਿਲਾਂ ਆਪਾਂ ਜਿਹੜੇ ਅੱਖਰੀ ਅਰਥ ਕੀਤੇ ਸਨ ਰਹਿਰਾ ਸਾਹਿਬ ਜੀ ਦੇ ਜਿਹੜੇ ਆਡੀਓ ਦੇ ਤੌਰ ਤੇ ਆਪ ਜੀ ਤੱਕ ਪਹੁੰਚੇ ਸਨ, ਉਹਦੇ ਵਿੱਚ 2 ਸਾਖੀਆਂ ਲਾਈਆਂ ਸਨ, ਪਰ ਮੈਂ ਦੋਨਾਂ ਦੇ ਵਿੱਚੋਂ ਇੱਕੋ ਹੀ ਸਾਖੀ ਆਪ ਨਾਲ ਸਾਂਝੀ ਕਰਾਂਗਾ। ਕਹਿੰਦੇ ਨੇ ਵੀ ਜਿਸ ਵੇਲੇ ਆਨੰਦਪੁਰ ਸਾਹਿਬ ਦੀ ਸੇਵਾ ਚੱਲ ਰਹੀ ਸੀ, ਅੱਜ ਵੀ ਮੈਨੂੰ ਚੇਤਾ ਇੱਕ ਜਗ੍ਹਾ ਦੇ ਉੱਤੇ ਇਹ ਸਾਖੀ ਮੈਂ ਸੁਣਾਈ ਤਾਂ ਸਿੰਘ ਮੇਰੇ ਕੋਲ ਆ ਗਏ, ਜਾਣੀ ਕਿ ਸੀਗੇ ਤਾਂ ਉਹ ਦੂਸਰੇ ਸਹਿਜ ਰੂਪ ਦੇ ਵਿੱਚ ਹੀ ਆਖਣ ਲੱਗੇ, ਬਾਬਾ ਜੀ ਇਹ ਸਾਖੀਆਂ ਨਾ ਤੁਸੀਂ ਸਟੇਜ ਤੇ ਸੁਣਾਇਆ ਕਰੋ। ਮੈਂ ਕਿਹਾ ਕੀ ਗੱਲ ਹੋ ਗਈ? ਆਖਣ ਲੱਗੇ ਇਹਨਾਂ ਦੇ ਨਾਲ ਭਾਵਨਾ ਵੱਧਦੀ ਨਹੀਂ, ਇਹ ਸੱਚੀਆਂ ਨਹੀਂ ਲੱਗਦੀਆਂ। ਇਹ ਤਾਂ ਭਾਈ ਤੁਹਾਡਾ ਮਨ ਜਿਹੜਾ ਹੈ ਮਨਮੁਖਾਂ ਵਾਲਾ ਕਰਕੇ ਤੁਹਾਨੂੰ ਸੱਚੀਆਂ ਨਹੀਂ ਲੱਗਦੀਆਂ, ਸਾਨੂੰ ਤਾਂ ਹਰ ਰੋਜ਼ ਹੀ ਸੱਚੀਆਂ ਲੱਗਦੀਆਂ ਇਹ
ਭਈ ਕਹਿੰਦੇ ਉੱਥੇ ਜਦੋਂ ਸ਼ਾਮ ਨੂੰ ਮਹਾਂਪੁਰਸ਼ ਬਾਬਾ ਖੜਕ ਸਿੰਘ ਜੀ ਹੁਣਾਂ ਨੇ ਇਹ ਸਾਡੇ ਨਾਲ ਇੱਕ ਨਾ ਬਹੁਤ ਹੀ ਵੱਖਰੀ ਬਹੁਤ ਉੱਚੀ ਸੁੱਚੀ ਰੂਹ ਮੇਰੇ ਨਾਲ ਪੰਜਾਂ ਪਿਆਰਿਆਂ ਦੇ ਵਿੱਚ ਲੱਗਦੀ ਹੁੰਦੀ ਸੀ। ਉਸ ਦਾ ਨਾਮ ਸੀ ਚਾਚਾ ਦਰਸ਼ਨ ਸਿੰਘ ਜੀ, ਮੁਰਾਲੀ ਤੋਂ ਸਨ। ਇੰਨੇ ਪਿਆਰ ਦੇ ਨਾਲ ਉਹ ਬਾਣੀ ਪੜ੍ਹਿਆ ਕਰਦੇ ਸਨ ਤੇ ਉੱਥੋਂ ਬੜੀ ਸਾਨੂੰ ਉਹਨਾਂ ਦੇ ਕੋਲੋਂ ਸੇਧ ਪ੍ਰਾਪਤ ਹੋਈ। ਹੁਣ ਆਪਾਂ ਨਿਤਨੇਮ ਕਰਦੇ ਹਾਂ, ਆਪਾਂ ਕੋਸ਼ਿਸ਼ ਕਰਦੇ 20-40 ਮਿੰਟਾਂ ਦੇ ਵਿੱਚ ਨਿਤਨੇਮ ਸਮਾਪਤ ਹੋ ਜਾਵੇ। ਤਾਂ ਜਿਹੜਾ ਸ਼ਾਮ ਦਾ ਨਿਤਨੇਮ ਦੋਨਾਂ ਬਾਣੀਆਂ ਦਾ ਵੀ ਕੋਸ਼ਿਸ਼ ਕਰਦੇ 15-20 ਮਿੰਟਾਂ 'ਚ ਖਤਮ ਹੋ ਜਾਵੇ। ਤੇ ਚਾਚਾ ਜੀ ਹੁਣੀ ਜਦੋਂ ਪੰਜਾਂ ਪਿਆਰਿਆਂ ਦੇ ਵਿੱਚ ਲੱਗਦੇ ਸਾਰਾ ਜਾਪ ਸਾਹਿਬ ਦੇ ਉੱਤੇ ਹੁੰਦੇ ਸੀ। ਸਾਰੇ ਸੰਸਾਰ ਦੇ ਉਹਨਾਂ ਨੂੰ ਚਾਚਾ ਜੀ ਕਿਹਾ ਜਾਂਦਾ ਹੁੰਦਾ ਸੀ। ਤੇ ਉਹ ਇਦਾਂ ਦੇ ਸਨ ਕਿ ਜਾਪ ਸਾਹਿਬ ਉਹਨਾਂ ਨੂੰ ਕਈ ਵਾਰੀ ਡੇਢ ਘੰਟੇ ਦੇ ਵਿੱਚ ਅੰਮ੍ਰਿਤ ਸੰਚਾਰ ਦੇ ਵਿੱਚ ਜਾਪ ਦੇ ਵਿੱਚ ਉਹਨਾਂ ਨੇ ਉਸ ਬਾਣੀ ਦਾ ਜਾਪ ਕਰਨਾ। ਤੇ ਕਿਤੇ ਉਹਨਾਂ ਨੂੰ ਰੋਹ ਹੋਣਾ, ਕਿਤੇ ਉਹਨਾਂ ਦੇ ਅੰਦਰ ਇੰਨਾ ਪ੍ਰਕਾਸ਼ ਹੋਣਾ। ਤੇ ਇੱਕ ਵਾਰੀ ਮੈਨੂੰ ਚਾਚਾ ਜੀ ਕਹਿੰਦੇ ਅਮਰੀਕ ਸਾਹਿਬ ਮੇਰਾ ਤਾਂ ਚਿੱਤ ਕਰਦਾ ਮੈਂ ਖੰਡਾ ਬਾਟੇ ਦੇ ਵਿੱਚ ਹੀ ਕਰ ਦੇਵਾਂ, ਇੰਨੀ ਤਾਕਤ ਗੁਰੂ ਦੇ ਰਿਹਾ। ਤੇ ਉਹਨਾਂ ਨੇ ਇਹ ਮੈਨੂੰ ਗੱਲ ਸੁਣਾਈ। ਆਖਣ ਲੱਗੇ ਬਾਬਾ ਖੜਕ ਸਿੰਘ ਹੁਣੀ ਜਿਹੜੇ ਅਨੰਦਪੁਰ ਸਾਹਿਬ ਦੀ ਕਾਰ ਸੇਵਾ ਕਰਵਾ ਰਹੇ ਸਨ, ਉੱਥੇ ਕਿਸੇ ਨੇ ਸਵਾਲ ਕਰ ਦਿੱਤਾ ਵੀ ਬਾਬਾ ਜੀ ਆ ਜਿਹੜਾ ਬਚਨ ਆਇਆ ਇਹ ਕੀ ਕਦੀ ਸੱਚ ਵੀ ਹੋ ਕੇ ਕਿਸੇ ਨੇ ਦੇਖਿਆ? ਤੇ ਬਾਬਾ ਜੀ ਚੁੱਪ ਰਹੇ। ਦੂਜੇ ਦਿਨ ਕੀ ਹੋਇਆ, ਇੱਕ ਬਹੁਤ ਵੱਡਾ ਪੱਥਰ ਆਇਆ ਤੇ ਬਾਬਾ ਜੀ ਆਖਣ ਲੱਗੇ ਵੀ ਇਹ ਪੱਥਰ ਨੂੰ ਜਰਾ ਖਿਆਲ ਜਿਹਦੇ ਨਾਲ ਤੋੜਿਓ। ਪਰ ਜਦੋਂ ਮਿਸਤਰੀਆਂ ਨੇ ਉਸ ਪੱਥਰ ਨੂੰ ਤੋੜਿਆ, ਉਹ ਪੱਥਰ ਦੇ ਵਿੱਚ ਕੀੜਾ, ਨਿੱਕਾ ਜਿਹਾ ਕੀੜਾ, ਉਹਦੇ ਮੂੰਹ 'ਚ ਦਾਣਾ। ਜਦੋਂ ਸਾਰਿਆਂ ਨੇ ਦੇਖਿਆ, ਉਹਨਾਂ ਨੇ ਧੰਨ 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 ਨਿਰੰਕਾਰ ਸੱਚੇ ਪਾਤਸ਼ਾਹ ਦੀ ਵਡਿਆਈ ਕਰਨੀ ਸ਼ੁਰੂ ਕਰ ਦਿੱਤੀ ਵੀ ਜਿਹੜਾ ਇਹ ਅਕਾਲ ਪੁਰਖ ਨੇ ਬਚਨ ਉਚਾਰਨ ਕੀਤਾ ਕਿ ਸਿਆਲ ਭਤਨ ਮੈਂ ਜਨ ਤੋਂ ਪਾਏ ਤਾਂ ਕਾ ਰਿਜਕ ਆਗੇ ਕਰ ਤਰਿਆ। ਕਹਿੰਦੇ ਬਿਲਕੁਲ ਸੱਚ ਹੈ। ਤੇ ਇੱਥੇ ਵੀ ਭਾਈ ਗੁਰਦਾਸ ਜੀ ਨੂੰ ਗਿਆਨ ਦਿੰਦੇ ਨੇ, ਕਹਿੰਦੇ ਉਹ ਤਾਂ ਐਡਾ ਦਿਆਲੂ ਕਿਰਪਾਲੂ ਹੈ, ਜਿਹੜੀਆਂ ਪੱਥਰ ਦੀਆਂ ਵੱਡੀਆਂ ਵੱਡੀਆਂ ਸਿਲਾਂ ਦੇ ਵਿੱਚ ਜਿਹੜੇ ਕੀੜੇ ਬੈਠੇ ਨੇ ਉਹਨਾਂ ਨੂੰ ਵੀ ਜਾ ਕੇ ਰਿਜਕ ਪਹੁੰਚਾ ਰਿਹਾ ਹੈ। ਤੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰਬਾਣੀ ਦੇ ਵਿੱਚ ਹੋਰ ਜਗ੍ਹਾ ਦੇ ਉੱਤੇ, ਕਹਿੰਦੇ ਨਾ ਕਰ ਚਿੰਤਾ ਚਿੰਤਾ ਹੈ ਕਰਤੇ ਹਰ ਦੇਵੇ ਜਲ ਤਲ ਜਨਤਾ ਸਬਤ ਹੈ ਅਚਿੰਤ ਦਾਨ ਦੇ ਪ੍ਰਭ ਮੇਰਾ ਵਿੱਚ ਪਾਤਰ ਕੀਟ ਪਖਾਣੀ ਹੈ ਪਖਾਣ ਕੀਟ ਗੁਪਤ ਹੋਏ ਰਹਤਾ ਤਾਂ ਚੋ ਮਾਰਗ ਨਹੀਂ ਕਹੇ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਹਾਂ ਡਰਾਈ। ਹੁਣ ਧੰਨੇ ਨੇ ਭਗਵਾਨ ਨੂੰ ਕਿੱਥੋਂ ਪ੍ਰਾਪਤ ਕੀਤਾ ਸੀ? ਤ੍ਰਿਲੋਚਨ ਜੀ ਨੇ ਪੱਥਰ ਹੀ ਦਿੱਤਾ ਸੀ ਨਾ। ਇਹ ਚੀਜ਼ਾਂ ਦੇ ਨਾਲ ਪਿਆਰ ਪਾਓ, ਭਾਵਨਾ ਪਾਓ। ਜਦੋਂ ਤੁਸੀਂ ਇਹ ਭਾਵਨਾ ਪਾਵੋਗੇ ਤੇ ਉਦੋਂ ਤੁਹਾਡੇ ਅੰਦਰੋਂ ਤੁਹਾਡੇ ਵਿਕਾਰ ਖਤਮ ਹੋਣੇ ਸ਼ੁਰੂ ਹੋ ਜਾਣਗੇ। ਉਦੋਂ ਸਾਨੂੰ ਸਹੀ ਸਰੂਪ ਦੇ ਵਿੱਚ ਇਹ ਗੁਰਬਾਣੀ ਦਾ ਗਿਆਨ ਤੇ ਸਹੀ ਸਰੂਪ ਦੇ ਉੱਤੇ ਨਿਰੰਕਾਰ ਸਾਡੀ ਬਾਂਹ ਫੜ ਕੇ ਆਪਣੇ ਮਾਰਗ ਦੇ ਉੱਤੇ ਤੋਰ ਲੈਣਗੇ। ਕਰੋ ਕਿਰਪਾ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਸੰਸਾਰ ਦੇ ਜੀਵਾਂ ਨੂੰ ਅਰਦਾਸ ਹੀ ਇਹ ਕਰਨੀ ਚਾਹੀਦੀ ਆ ਕਿ ਮੈਨੂੰ ਉਹ ਜਿਹੜੇ ਜੁੜੇ ਹੋਏ ਨੇ ਸਾਧੂ ਜਨ ਨੇ ਉਹਨਾਂ ਦੀ ਸੰਗਤ ਮਿਲ ਜਾਵੇ, ਜਿੱਥੋਂ ਮੈਂ ਵੀ ਆਪਣੀ ਭਾਵਨਾ ਆਪਣਾ ਪ੍ਰੇਮ ਦਾ ਚਿਰਾਗ ਜਗਾ ਲਵਾਂ, ਜਗਾ ਕੇ ਉਹ ਅਕਾਲ ਪੁਰਖ ਦੇ ਨਾਮ ਦੇ ਨਾਲ ਜੁੜ ਜਾਵਾਂ। ਉਹ ਪਿਆਰਿਆਂ ਦੀ ਸੰਗਤ ਰਾਹੀਂ ਹੀ ਮੈਂ ਇਸ ਸੰਸਾਰ ਤੋਂ, ਇਹ ਭਵ ਸਾਗਰ ਤੋਂ ਤਾਰ ਹੋ ਸਕਦਾ ਹਾਂ ਜਾਂ ਤਰ ਜਾਂਦਾ ਹਾਂ। ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ। ਗੁਰੂ ਤਾਂ ਐਡੀ ਕਿਰਪਾ ਕਰਦੇ ਨੇ। ਇਹ ਜਿਹੜਾ ਸਾਡਾ ਮਨ